ਇਹ ਪਹਿਲੀ ਵਾਰ ਹੋਇਆ ਸਾਡੇ ਪੰਜਾਬ ਦੇ ਇਤਿਹਾਸ ਵਿੱਚ ਕਿ ਜਦ ਪੰਜਾਬ ਪੁਲਿਸ ਦੇ ਮੁਲਾਜ਼ਮ ਵਰਦੀ ਵਿੱਚ ਵਤਨ ਦੇ ਵਿਰਸੇ ਦਾ ਘਾਣ ਕਰਦੇ ਆ, ਉਸ ਦੇ ਉੱਤੇ ਕਾਤਿਲਾਨਾ ਹਮਲਾ ਕਰਦੇ ਆ, ਫੜੇ ਗਏ ਹੋਣ ਰੰਗੇ ਹੱਥੋਂ ਬਗੈਰ ਕਿਸੇ ਇਜਾਜ਼ਤ ਦੇ ਜਾ ਕੇ ਤਾਲੇ ਤੋੜ ਦੇਣੇ। SHO ਹਰਪ੍ਰੀਤ ਹੁੰਦਾ ਸੀ। ਫਿਰ RTI ਦੇ ਵਿੱਚ ਅਸੀਂ ਜਿਹੜੀ ਐਪਲੀਕੇਸ਼ਨ ਪਾਈ ਕਿ ਜੀ ਇਹ ਕਿਹੜਾ ਹੁਕਮ ਸੀ, ਉਹਦੀ ਕਾਪੀ ਤਾਂ ਦਿਓ। ਸਾਜ਼ਾਂ ਦਾ ਬਨੰਤਰੀ, ਸਾਜ਼ਾਂ ਦਾ ਵਜਈਆ, ਤਰਕ ਦਾ ਪ੍ਰਤੀਨਿਧੀ ਭਾਈ ਸੁਧਾਰ ਦਾ ਵੰਸ਼ ਪੁਲਿਸ ਥਾਣੇ ਤੇ ਕਾਬਜ ਹੋ ਗਿਆ। ਮੈਂ ਕਿਹਾ ਤੁਹਾਡੀ ਇੱਜ਼ਤ ਕੀ ਰਹੂਗੀ? ਲੋਕੀ ਕਹਿਣਗੇ ਪੁਲਿਸ ਥਾਣੇ ਤੇ ਵੀ ਕਬਜ਼ਾ ਹੁੰਦਾ। ਮੈਂ ਕਿਹਾ ਤੁਹਾਡੀ ਇੱਕ ਤਾਂ ਹੁੰਦਾ ਹੈ ਅਕਲ ਗਿੱਟਿਆਂ 'ਚ ਜਾਵੇ, ਤਾਂ ਮੈਂ ਕਿਹਾ ਥੱਲੇ ਹੋਰ ਤਸੀ ਹੈ। ਸਾਫ਼ ਕਰਵਾਇਆ ਜਾਂਦਾ, ਸਾਰਾ ਕੁਝ ਕਹਿ ਦਿੱਤਾ ਜਾਂਦਾ ਵੀ ਨਜਾਇਜ਼ ਕਬਜ਼ਾ। ਰਬਾਬ ਕਹਿੰਦੇ ਉੱਥੇ ਬਹੁਤ ਸਾਰੀਆਂ ਤੁਸੀਂ ਹੱਥੀਂ ਬਣਾਈਆਂ ਸੀ, ਉਹ ਵੀ ਤੋੜ ਦਿੱਤੀਆਂ। ਉਹ ਅਕਾਲੀਆਂ ਵੇਲੇ ਲੋਕਲ ਜਿਹੜੀ MLA ਉਦੋਂ ਖੈਰ ਮੰਤਰੀ ਜਿਹੜੀ ਉਦੋਂ ਹਾਰ ਗਈ ਸੀ, ਉਪਿੰਦਰਜੀਤ ਕੌਰ, ਉਹਦੇ ਬੰਦੇ ਸਨ। ਅੱਜ ਦਿਖਾ ਦੇਣ 100 ਸਾਲਾਂ 'ਚ 125 ਸਾਲ 'ਚ ਇਹਨਾਂ ਨੇ ਕੀਤਾ ਕਿ ਕਿਹੜੇ ਵਿਦਵਾਨ ਨੇ ਜਿਹੜੇ ਬਚਾਏ ਨੇ। SGP ਨੂੰ ਅੱਜ ਪਤਾ ਹੀ ਨਹੀਂ ਕਿ ਭਾਈ ਬਲਦੀਪ ਸਿੰਘ ਕੌਣ ਹੈ। ਉਹਨਾਂ ਨੂੰ ਆਪਣੇ ਮੁੱਛਾਂ ਦੇ ਵੱਟ ਤੇ ਪਗੜੀਆਂ ਦੇ ਲੜਾਂ ਦਾ ਪਤਾ ਬਸ, ਤੇ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਤੋਂ ਸੋਹਣਾ ਕੋਈ ਬੰਦਾ ਹੈ ਨਹੀਂ, ਉਹਨਾਂ ਤੋਂ ਵਿਦਵਾਨ ਕੋਈ। ਜਦੋਂ ਕੈਪਟਨ ਦੀ ਸਰਕਾਰ ਆਉਂਦੀ ਹੈ, ਉਹ ਬਾਦਲ ਸਾਹਿਬ ਕਹਿੰਦੇ ਕਿ ਬੀਬੀ ਨੂੰ ਮਨਾਓ। ਮੈਂ ਕਿਹਾ ਜਿਹੜਾ ਝੂਠ ਬੋਲਦਾ ਉਹਦੇ ਨਾਲ ਮੈਂ ਨਹੀਂ ਕੰਮ ਕਰ ਸਕਦਾ। ਮੈਂ ਜਦੋਂ ਅੰਦਰ ਵੜਿਆ ਹੀ ਹੈ ਕਿਲੇ ਦੇ, ਜਿਹੜਾ ਸਾਡਾ ਸਾਈਟ ਆਫਿਸ ਸੀ, ਉਹਦੇ ਬਾਹਰ AC ਲੱਗਾ ਸੀ, ਸਪਲਿਟ ਦਾ ਯੂਨਿਟ। ਪੁਲਿਸ ਵਾਲੇ ਉਹਨੂੰ ਲਾ ਕੇ ਲਿਜਾ ਰਹੇ ਸੀ ਤੇ ਮੈਨੂੰ ਦੇਖਦੇ ਆ ਭੱਜੇ ਜੀ। ਉਹ ਮੇਰੇ 79 ਲੱਖ ਦੇ ਸੰਦ ਨੇ, ਸਵਿਟਜ਼ਰਲੈਂਡ ਦੇ ਚੱਪੂ ਨੇ, ਆਪਣੇ ਲੱਕੜ ਨੂੰ ਛਿੱਲਣ ਵਾਲੇ, ਤੇ ਫਰਾਂਸ ਦੀਆਂ ਹੱਥ ਨਾਲ ਰੇਤੀਆਂ ਬਣੀਆਂ ਹੋਈਆਂ ਮਿਸ਼ਲ ਓਰੂ ਦੀਆਂ, ਉਹਦਾ ਖਾਨਦਾਨੀ ਜੱਦੀ ਕੰਮ ਹੈ। ਰੇਤੀਆਂ ਬਣਾਉਂਦੇ, ਮਸ਼ੀਨੀ ਰੇਤੀਆਂ ਕੰਮ ਨਹੀਂ ਕਰਦੀਆਂ, ਉਹ ਕੰਮ ਜੋ ਕਰਦੀ ਉਹ ਅਦਭੁਤ ਕੰਮ ਕਰਦੀਆਂ, ਬਰੀਕ ਹੁੰਦੀਆਂ। ਤੇ ਸ਼ੈਫੀਲਡ ਦੇ ਵਿੱਚ ਮੇਰੇ ਡਿਜ਼ਾਈਨ ਕੀਤੇ ਹੋਏ ਟੂਲ ਬਣੇ ਹੋਏ, ਵੱਡੇ ਜਿਹੜੇ ਟੂਲ ਮੇਕਰਸ ਨੇ ਉਹਦੇ ਕੀਤੇ ਹੋਏ, ਸਾਰੇ ਗਾਇਬ। ਜੀ ਆਇਆ ਕਰਨਗੇ, ਵੈਲਕਮ ਕਰਨਗੇ, ਮੇਰੀ ਵੈਲਕਮ ਹੋ ਰਹੀ ਹੈ ਉੱਥੇ। ਇਹ ਸੋਚਿਆ ਸੀ ਇਦਾਂ ਦਾ ਸਵਾਗਤ? ਨਹੀਂ। ਮੇਰੇ ਵਿਜ਼ਿਟਿੰਗ ਕਾਰਡ ਥੱਲੇ ਪਏ, ਕਹਿੰਦੇ ਤੁਸੀਂ ਕੌਣ ਹੋ? ਇਹ ਤਾਂ ਤੁਸੀਂ ਕਦੇ ਨਹੀਂ ਸੀ। ਮੈਂ ਕਿਹਾ ਤੇਰੇ ਪੈਰਾਂ ਥੱਲੇ ਉਹ ਕੀ ਹੈ? ਕਹਿੰਦਾ ਕੀ ਹੈ? ਮੈਂ ਕਿਹਾ ਪੁੱਠਾ ਕਰਕੇ ਦੇਖ। ਉਹਨੇ ਪੁੱਠਾ ਕੀਤਾ ਤੇ ਮੇਰਾ ਹੀ ਵਿਜ਼ਿਟਿੰਗ ਕਾਰਡ। ਮੈਂ ਕਿਹਾ ਜੇ ਮੈਂ ਇੱਥੇ ਨਹੀਂ ਸੀ ਤਾਂ ਕਿੱਥੋਂ ਆਇਆ? ਆਹ CD ਮੈਂ ਕਿਹਾ ਕਿਹੜਾ ਪਿਆ? ਮੈਂ ਕਿਹਾ ਮੇਰਾ ਪਬਲਿਸ਼ ਕੀਤਾ, ਇੱਥੇ ਕਿੱਦਾਂ ਆਇਆ? ਇਹਨਾਂ ਨੇ ਤਾਂ ਕੰਮ ਕਰ ਦੇਣਾ ਸੀ। ਲੱਕੜਾਂ ਬੜੀਆਂ ਭਾਰੀਆਂ ਸੀ, ਚੱਕੀਆਂ ਨਹੀਂ ਗਈਆਂ ਕਿ ਇੰਨੇ ਵੱਡੇ ਕੰਟਰੋਵਰਸੀਜ਼ ਹੋਈ, ਕੋਈ ਭਾਈ ਬਲਦੀਪ ਸਿੰਘ ਦੇ ਉਂਗਲ ਨਹੀਂ ਖੜੀ ਕਰ ਸਕਿਆ। ਉਂਗਲਾਂ ਇਹਨਾਂ ਤੇ ਖੜੀਆਂ ਹੋਈਆਂ ਨੇ, ਨਜਾਇਜ਼ ਇਹਨਾਂ ਨੇ ਕੀਤੇ, ਵਿਰਾਸਤ ਦਾ ਘਾਣ ਇਹਨਾਂ ਨੇ ਕੀਤਾ। ਰਬਾਬ ਟੁੱਟੀ ਹੋਈ ਦੇਖੀ ਸਭ ਤੋਂ ਪਹਿਲਾਂ, ਉਹ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਉਸ ਵੇਲੇ ਜ਼ਿਹਨ ਦੇ ਵਿੱਚ ਕੀ ਆਇਆ ਸੀ ਤੁਹਾਡੇ, ਜਦੋਂ ਤੁਸੀਂ ਆਪਣੇ ਹੱਥਾਂ ਦੀਆਂ ਬਣੀਆਂ ਰਬਾਬਾਂ ਉੱਥੇ ਟੁੱਟੀਆਂ ਦੇਖੀਆਂ? ਜਿੰਨੇ ਸਾਜ਼ ਨੇ ਉਹ ਜਿਸ ਰੂਪ 'ਚ ਵੀ ਨੇ, ਉਹ ਜੇ ਤੁਸੀਂ ਵਾਪਸ ਨਾ ਕੀਤੇ, ਤੁਹਾਨੂੰ ਨਹੀਂ ਪਤਾ ਕਿ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਨਾ, ਉਹ ਤੁਹਾਨੂੰ ਕਿੱਦਾਂ ਲਿਪਟੇਗਾ। ਕਹਿੰਦੇ ਇਹੀ SHO ਜਿਹੜਾ ਕਹਿੰਦਾ ਸੀ, ਕਹਿੰਦੇ ਅਸੀਂ ਤਾਂ ਖਾਲੜੇ ਵਰਗਿਆਂ ਨੂੰ ਗਾਇਬ ਕਰਤਾ, ਇਹ ਬਲਦੀਪ ਸਿੰਘ ਕਾਹਦਾ? 23 ਪੁਲਿਸ ਵਾਲੇ ਨੇ ਪਾਇਆ। SHO ਸਰਬਜੀਤ ਸਿੰਘ ਕਹਿੰਦਾ ਇਹਨੂੰ ਚੱਕੋ ਜਰਾ ਲਿਜਾਓ, ਕਹਿੰਦੇ ਬਾਬਾ ਬਣਿਆ ਫਿਰਦਾ। ਜੋ ਮੈਂ ਮਾਂ ਭੈਣ ਦੀ ਗਾਲਾਂ ਜਿਹੜੀਆਂ ਸੁਣੀਆਂ ਨੇ, ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਕਹਿੰਦੇ SHO ਦੇ ਤੇ ਕਹਿੰਦੇ ਹੋ ਗਏ, ਤੇ ਅੱਧ 'ਚ ਪਹੁੰਚੇ। SHO ਕਹਿੰਦਾ ਟੰਗੋ ਇਹਨੂੰ ਪੁੱਠਾ, ਕਹਿੰਦੇ ਦੱਸਦੇ ਇਹਨੂੰ, ਬੰਦਿਆਂ ਨੂੰ ਪੁੱਠਾ ਟੰਗਦੇ ਆ, ਲੀੜੇ ਲਾ ਕੇ ਨੰਗਿਆ ਕਰਦੇ ਆ, ਤੇ ਬਰਫ਼ ਨਾਲ ਸਰੀਰ ਠਾਰਦੇ ਆ, ਫਿਰ ਕੁੱਟ-ਕੁੱਟ ਮਾਰਦੇ ਆ, ਤੇ ਨਾਲ ਬਿਆਸਾ 'ਚ ਮੈਂ ਕਿਹਾ ਵਗਦੇ ਪਾਣੀ 'ਚ ਛੱਡਦੇ ਆ। ਲਾਸ਼ ਤੱਕ ਨਹੀਂ ਮਿਲਦੀ। ਤੈਨੂੰ ਕਿਹਨੇ ਕਿਹਾ? ਹੋਰ ਮਾਂ ਭੈਣ ਦੀਆਂ ਗਾਲਾਂ। ਤੈਨੂੰ ਕਿਹਨੇ ਕਿਹਾ? ਤੈਨੂੰ ਕਿਹੜਾ ਬਾਬਾ ਬਣਿਆ ਫਿਰਦਾ? ਦੱਸਦਾ ਤੈਨੂੰ ਮੈਂ। ਇੱਕ ਪੁਲਿਸ ਵਾਲੇ ਨੇ ਦੱਸਿਆ ਜੀ ਪੈਰਾਂ ਨਾਲ ਪੰਨੀ, ਲਤਾੜ ਕੇ ਮਾਰੀ ਹੈ, ਕਿਉਂਕਿ ਲੱਕੜ ਬੜੀ ਆਲੀ ਸੀ, ਟੁੱਟੇ ਨਾ ਇਹਨਾਂ ਤੋਂ। ਉੱਤੇ ਛਾਲਾ ਮਾਰ ਕੇ ਤੇ ਲਤਾੜ ਕੇ ਸੱਟੀ ਦਾ ਨਹੀਂ, ਫਟਕਾਰ ਕੇ ਮਾਰੀ ਦਾ, ਇੱਦਾਂ ਸਾਜ਼ ਬਣੇ। ਉਹਦੇ 'ਚ ਤਾਊਸ ਸੀ, ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਵਾਸਤੇ ਬਣਾ ਰਹੇ ਹਾਂ। 52 ਕਲੀਆਂ ਨੂੰ ਡੈਡੀਕੇਟਿਡ ਤਾਊਸ ਸੀਗਾ, 52 ਤਾਰਾਂ ਦਾ, ਜਿਹੜਾ ਕਿ ਉਸਤਾਦ ਭਾਈ ਬਤਨ ਸਿੰਘ ਹੋਣਾ ਨੇ 1942-43 ਦੇ ਲਾਗੇ ਸਿਰਜਿਆ ਸੀ। ਕੁਛ ਦਿਨਾਂ ਬਾਅਦ ਜਦੋਂ ਮੈਂ ਕਿਹਾ ਕਿ ਕੀ ਇਹ ਸਮਾਨ ਬਾਕੀ ਕਿੱਥੇ ਹੈ, ਹੋਰ ਕਿੱਥੇ ਹੈ, ਇੱਕ ਪੁਲਿਸ ਮੁਲਾਜ਼ਮ ਨੇ ਮੇਰੇ ਅਸਿਸਟੈਂਟ ਸੁਪਰਵਾਈਜ਼ਰ ਨੂੰ, ਕਿਉਂਕਿ ਕੈਮਰੇ ਲੱਗ ਚੁੱਕੇ ਸੀ ਉਦੋਂ ਤਾਈਂ, ਕਿ ਇਹ ਨਾ ਪਤਾ ਲੱਗ ਜੇ ਕਿ ਉਹਨੇ ਸਾਡੇ ਕਿਸੇ ਬੰਦੇ ਨਾਲ ਸੰਪਰਕ ਕੀਤਾ। ਉਹ ਲਾਗਿਓਂ ਲੰਘਦਾ ਬਗੈਰ ਦੇਖਿਆ ਹੋਇਆ, ਕਹਿੰਦਾ ਜੀ ਬਾਬਾ ਜੀ ਨੂੰ ਕਹਿ ਦਿਓ ਕਿ
ਪਿੱਛੇ ਜਿਹੜਾ ਐਸਐਚਓ ਦੇ ਘਰ ਦੇ ਨਾਲ ਜਿਹੜਾ ਮੈਸ ਆ ਨਾ ਪੁਲਿਸ ਦਾ, ਉਹਦੇ ਪਿੱਛੇ ਜਰਾ ਨਿਗਾਹ ਮਾਰ ਲੈ। ਭੰਗ ਦੇ ਜਿਹੜੇ ਬੂਟੀਆਂ ਨੇ ਉਹ ਕੱਟ ਕੇ ਲਿਆ ਕੇ ਢਕਿਆ ਹੋਇਆ, ਉਹਦੇ ਥੱਲਿਓਂ ਲੱਕੜ ਤੇ ਰਬਾਬ ਦਾ ਹਿੱਸਾ, ਉਹਦੇ ਚ ਭੰਗ ਦੀਆਂ ਬੂਟੀਆਂ ਸੁੱਕੀਆਂ ਪਈਆਂ ਹੋਈਆਂ, ਦਫਨ ਕੀਤੇ ਹੋਏ ਨੇ ਸਾਸ, ਉਹ ਲੱਭੇ। ਇਹ ਪੰਜਾਬ ਪੁਲਿਸ ਹੈ ਜਿਹੜੀ ਰੰਗੇ ਹੱਥੋਂ ਪਕੜੀ ਗਈ ਹੈ, ਜਿਹੜਾ ਕ੍ਰਾਈਮ ਅਗੇਂਸਟ ਹਿਊਮੈਨਿਟੀ, ਵੈਂਡਲਿਜ਼ਮ ਯਾਨੀ ਕਿ ਨਸਲਕੁਸ਼ੀ, ਕੌਮੀ ਨਸਲਕੁਸ਼ੀ, ਚੋਰੀ, ਤਬਾਹੀ, ਇਹ ਕਰਦਿਆਂ ਪਹਿਲੀ ਵਾਰ ਰੰਗੇ ਹੱਥੋਂ ਪਕੜੇ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਇਤਿਹਾਸ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਤੇ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਲਗਾਤਾਰਤਾ ਦੇ ਵਿੱਚ ਵਾਪਰੀਆਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਚਿੰਤਾ ਪੈਦਾ ਕਰਦੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਇਨਸਾਫ ਅਸੀਂ ਹਾਲੇ ਤੱਕ ਉਡੀਕ ਰਹੇ ਹਾਂ। ਇੱਕ ਬੜੀ ਅਹਿਮ ਚੀਜ਼ ਹੈ ਕਿ ਕਿਸੇ ਵੀ ਕੌਮ ਦਾ ਭਵਿੱਖ ਉਸ ਦੇ ਇਤਿਹਾਸ ਤੇ ਟਿਕਿਆ ਹੁੰਦਾ ਤੇ ਜਦੋਂ ਤੁਹਾਡਾ ਇਤਿਹਾਸ ਹਿਲਾਇਆ ਜਾਂਦਾ, ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ, ਤੁਹਾਡੀਆਂ ਜੜ੍ਹਾਂ ਹਿਲਾਈਆਂ ਜਾਂਦੀਆਂ, ਤਾਂ ਤੁਹਾਡਾ ਭਵਿੱਖ ਵੀ ਖਤਰੇ ਦੇ ਵਿੱਚ ਹੁੰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਬਹੁਤ ਵੱਡੇ ਪੱਧਰ ਤੇ ਸਵਾਲ ਖੜੇ ਕਰ ਦਿੱਤੇ। ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਆਸ਼ੀਆਨਾ ਬਣਾਇਆ ਜਾ ਰਿਹਾ ਸੀ, ਜਿੱਥੋਂ ਅਸੀਂ ਕਹਿ ਸਕਦੇ ਕਿ ਸਾਡਾ ਇਤਿਹਾਸ ਜਿਹੜਾ ਹੈਗਾ, ਸਾਡਾ ਪਿਛੋਕੜ ਜਿਹੜਾ ਹੈਗਾ, ਸਾਡੀ ਵਿਰਾਸਤ ਜਿਹੜੀ ਹੈਗੀ, ਉਸ ਦੀ ਬਾਤ ਪਾਈ ਜਾਣੀ ਸੀ ਭਾਈ ਬਲਦੀਪ ਸਿੰਘ ਹੋਰਾਂ ਵੱਲੋਂ। ਪਰ ਉਸ ਥਾਂ ਤੇ ਹਮਲਾ ਹੁੰਦਾ ਹੈ। ਹਾਲੇ ਤੱਕ ਪਤਾ ਨਹੀਂ ਲੱਗੇ ਕਿ ਹਮਲਾ ਕਿਹਨੇ ਕਰਵਾਇਆ, ਕੀ ਕਾਰਨ ਰਹੇ। ਅੱਜ ਭਾਈ ਬਲਦੀਪ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਘਟਨਾ ਕਿਉਂ ਹੋਈ, ਇਹ ਭਵਿੱਖ ਸਾਡਾ ਖਤਰੇ ਦੇ ਵਿੱਚ ਹੈਗਾ, ਜਿਹੜਾ ਸਾਡਾ ਇਤਿਹਾਸ ਛੇੜਿਆ ਜਾ ਰਿਹਾ, ਸਾਡੀ ਧਰੋਹਰ ਨੂੰ ਹਿਲਾਇਆ ਜਾ ਰਿਹਾ। ਗੱਲਬਾਤ ਕਰਨੀ ਆ ਭਾਈ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਇਹ ਜਿਹੜੀ ਘਟਨਾ ਵਾਪਰੀ ਹੈਗੀ ਸੁਲਤਾਨਪੁਰ ਲੋਧੀ ਦੇ ਵਿੱਚ, ਸਭ ਤੋਂ ਪਹਿਲਾਂ ਮੈਂ ਉਸ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਇਹ ਘਟਨਾ ਵਾਪਰੀ ਕਿਵੇਂ, ਕਾਰਨ ਕੀ ਰਹੀ ਹੈ? ਇਹ ਪਹਿਲੀ ਵਾਰ ਹੋਇਆ ਸਾਡੇ ਪੰਜਾਬ ਦੇ ਇਤਿਹਾਸ ਵਿੱਚ ਕਿ ਜਦ ਪੰਜਾਬ ਪੁਲਿਸ ਦੇ ਮੁਲਾਜ਼ਮ ਵਰਦੀ ਵਿੱਚ ਵਤਨ ਦੇ ਵਿਰਸੇ ਦਾ ਘਾਣ ਕਰਦਿਆਂ, ਉਸ ਦੇ ਉੱਤੇ ਕਾਤਿਲਾਨਾ ਹਮਲਾ ਕਰਦਿਆਂ ਫੜੇ ਗਏ ਹੋਣ ਰੰਗੇ ਹੱਥੋਂ। ਇਹ ਪਹਿਲੀ ਵਾਰ ਹੋਇਆ। ਆਪ ਜੀ ਦਾ ਸਵਾਲ ਬੜਾ ਜਾਇਜ਼ ਹੈ ਕਿ ਕਰਵਾਇਆ ਕਿਹਨੇ ਹੈ, ਕਿਉਂਕਿ ਉਹ ਤਾਂ ਹੱਥ ਨੇ। ਐਸਐਚਓ ਸਰਬਜੀਤ ਸਿੰਘ ਹੈ, ਡੀਐਸਪੀ ਵਰਿਆਮ ਸਿੰਘ ਹੈ, ਸੰਦੀਪ ਸ਼ਰਮਾ ਸ਼ਾਇਦ ਐਸਐਸਪੀ ਸੀ ਉਦੋਂ, ਆਈਜੀਪੀ ਨੌਨਿਹਾਲ ਸਿੰਘ ਔਲਖ ਸੀ ਉਦੋਂ। ਕਿ ਜਦੋਂ ਪੁਲਿਸ ਨੂੰ ਪਤਾ ਹੈ ਕਿ ਮੁੱਖ ਮੰਤਰੀ ਨੇ 2015 ਦੇ ਵਿੱਚ ਜਿਹੜਾ ਬਗੈਰ ਕਿਸੇ ਸੈਂਕਸ਼ਨ ਦੇ, ਬਗੈਰ ਕਿਸੇ ਸਰਕਾਰੀ ਜਾਂ ਅਦਾਲਤ ਦੇ ਫਰਮਾਨ ਜਾਂ ਹੁਕਮ ਦੇ ਹੁੰਦਿਆਂ ਹੋਇਆਂ, ਬਗੈਰ ਕਿਸੇ ਇਜਾਜ਼ਤ ਦੇ ਜਾ ਕੇ ਤਾਲੇ ਤੋੜ ਦੇਣੇ, ਐਸਐਚਓ ਹਰਪ੍ਰੀਤ ਹੁੰਦਾ ਸੀ। ਫਿਰ ਆਰਟੀਆਈ ਦੇ ਵਿੱਚ ਅਸੀਂ ਜਿਹੜੀ ਐਪਲੀਕੇਸ਼ਨ ਪਾਈ ਕਿ ਜੀ ਇਹ ਕਿਹੜਾ ਹੁਕਮ ਸੀ, ਉਹਦੀ ਕਾਪੀ ਤਾਂ ਦਿਓ। ਕੋਈ ਅਨਾਥ ਫਾਊਂਡੇਸ਼ਨ ਜਾਂ ਭਾਈ ਬਲਦੀਪ ਸਿੰਘ ਖਿਲਾਫ ਕੋਈ ਸ਼ਿਕਾਇਤ ਸੀ, ਉਹਦੀ ਕਾਪੀ ਦਿਓ। ਕੋਈ ਕਾਨੂੰਨ ਹੈ ਦੇਸ਼ 'ਚ, ਕੋਈ ਤੌਰ ਤਰੀਕਾ ਹੈ। ਇੱਕ ਦੋ ਮੂਰਖਾਂ ਨੇ, ਜਿਵੇਂ ਮਹਾਰਾਜ ਕਹਿੰਦੇ ਨਾ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਮਲੇਸ਼ ਮਲ ਭਾਖਾ ਹੈ। ਇਹ ਗੰਦਗੀ ਖਾਣ ਵਾਲੇ ਲੋਕ, ਅਸੰਖ ਕੁੜੇ ਫਿਰ ਗਾਰਬੇਜ ਡੀਲਰਸ ਵੀ ਬੜੇ ਨੇ, ਅਸੰਖ ਨੇ। ਇਹਨਾਂ ਵਿੱਚੋਂ ਇੱਕ ਕਹਿੰਦਾ, ਉਹ ਲੈ ਜੀ ਤੁਸੀਂ ਤਾਂ ਜੀ ਕਬਜ਼ਾ ਕਰਕੇ ਬੈਠੇ ਸੀ। ਮੈਂ ਕਿਹਾ ਜੀ ਉਹ ਵੀ ਪ੍ਰਿੰਸੀਪਲ ਸੈਕਟਰੀ ਸੀ ਉਸ ਵੇਲੇ, ਗੀਤਿਕਾ ਇਹਨੇ ਕਬਜ਼ਾ ਕਰਕੇ ਬੈਠੇ ਆ। ਮੈਂ ਕਿਹਾ ਜੀ ਪੱਤਰਕਾਰ ਵੀ ਨਾਲ ਬੈਠੇ ਸੀ, ਨਰਿੰਦਰ ਸੋਨੀਆ ਤੇ ਹੋਰ ਜਿੰਨੇ ਵੱਡੇ ਵਿਦਵਾਨ ਪੱਤਰਕਾਰ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ। ਕਿਉਂਕਿ ਅੱਜ ਕੱਲ੍ਹ ਹੁੰਦਾ ਨਾ, ਜਿਵੇਂ ਵੱਡੇ ਵੱਡੇ ਸ਼ਹਿਰਾਂ 'ਚ ਵੱਡੇ ਵੱਡੇ ਨਾਂ ਹੋ ਜਾਂਦੇ ਨੇ, ਪਰ ਅਸਲ ਜਿਹੜੀ ਪੱਤਰਕਾਰਿਤਾ ਹੈ ਉਹ ਗੁਮਨਾਮੀ 'ਚ ਜਿਹੜੇ ਬੰਦੇ ਕਲਮ ਧਾਰ ਜ਼ਿੰਮੇਵਾਰ ਚਲਾਉਂਦੇ ਨੇ, ਉਹ ਲੋਕ ਵੀ ਬੜੇ ਅਜਬ ਰੰਗੀਲੇ ਹੁੰਦੇ ਨੇ। ਸਭ ਬੈਠੇ ਨੇ ਉੱਥੇ। ਮੈਂ ਕਿਹਾ ਹੱਸ ਕੇ, ਮੈਂ ਕਿਹਾ ਹਾਂਜੀ ਪ੍ਰੈਸ ਵਾਲਿਓ, ਮਿੱਤਰੋ ਤੇ ਮੇਰੇ ਜਾਨੀ ਦੁਸ਼ਮਣੋ, ਕੱਲ ਨੂੰ ਨਾ ਹੈਡਲਾਈਨ ਲਾਓ ਕਿ ਭਾਈ ਬਲਦੀਪ ਸਿੰਘ ਰਾਗਾਂ ਦਾ ਗਵਈਆ, ਸਾਜ਼ਾਂ ਦਾ ਬਨੰਤਰੀ, ਸਾਜ਼ਾਂ ਦਾ ਵਜਈਆ, ਤਰਕ ਦਾ ਪ੍ਰਤੀਨਿਧੀ, ਭਾਈ ਸਿਧਾਰਥ ਦਾ ਵੰਸ਼ ਪੁਲਿਸ ਥਾਣੇ ਤੇ ਕਾਬਜ ਹੋ ਗਿਆ। ਮੈਂ ਕਿਹਾ ਤੁਹਾਡੀ ਇੱਜ਼ਤ ਕੀ ਰਹੂਗੀ? ਲੋਕੀ ਕਹਿਣਗੇ ਪੁਲਿਸ ਥਾਣੇ ਤੇ ਵੀ ਕਬਜ਼ਾ ਹੁੰਦਾ। ਮੈਂ ਕਿਹਾ ਤੁਹਾਡੀ ਇੱਕ ਤਾਂ ਹੁੰਦਾ ਹੈ ਅਕਲ ਗਿੱਟਿਆਂ 'ਚ ਜਾਵੇ, ਤਾਂ ਮੈਂ ਕਿਹਾ ਥੱਲੇ ਹੋਰ ਧਸੀ ਹੈ। ਕਿ ਕਦੇ ਸਰਕਾਰੀ ਥਾਂ ਤੇ ਜਿਹੜੇ ਅਸੀਂ ਪ੍ਰਪੋਜ਼ਲ, ਜਿਹੜੇ ਮੁੱਖ ਮੰਤਰੀ ਲੈਵਲ ਤੇ ਪ੍ਰੋਜੈਕਟ ਪ੍ਰਪੋਜ਼ ਕਰ ਰਹੇ ਹਾਂ, ਇੱਕ ਜਾਗਰੂਕ ਜਾਂ ਜਾਗਰਤ ਜਿਹੜੀ ਲੋਕਾਈ ਹੈ, ਆਮ ਆਦਮੀ ਜਿਹੜਾ ਆਮ ਨਾਗਰਿਕ ਹੈ, ਜਿਹੜਾ ਇੱਕ ਸਿੱਖਿਆਰਥੀ, ਕੁਛ 1 2 3 4 ਇਕੱਠੇ ਹੋ ਕੇ ਕਹਿੰਦੇ ਕਿ ਇਹ ਗੁਰੂ ਸਾਹਿਬ ਦੀ ਦਾਤ ਹੈ,
ਇਹਦੇ ਬਗੈਰ ਵਰਤਮਾਨ ਸਾਡਾ ਅਧੂਰਾ ਹੈ ਤੇ ਭਵਿੱਖ ਤਾਂ ਬੇਕਾਰ ਹੈ, ਗਰਕ ਹੈ। ਖਾਲਸਾ ਰਹਿ ਨਿਆਰਾ ਜੇ ਨਹੀਂ ਹੈ ਤੇ ਮਹਾਰਾਜ ਨੇ ਤੇਜ ਦਿਓ ਮੈਂ ਸਾਰਾ ਕਿੱਥੋਂ ਹੋ ਜੂ। ਨਿਆਰਾ ਅਸੀਂ ਗੁਰੂ ਦੀ ਦਾਤ ਕਰਕੇ ਹਾਂ, ਗੁਰੂ ਦੇ ਗਿਆਨ ਕਰਕੇ, ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਤਾਂ ਹੈ। ਤੇ ਉਹ ਕਹਿੰਦੇ ਨੇ ਕਿ ਪੁਲਿਸ ਵਾਲੇ ਕਹਿੰਦੇ ਨੇ ਕਿ ਇਹ ਕਹਿੰਦੇ ਕਬਜ਼ਾ ਕੀਤਾ ਹੈ। ਖੈਰ ਇਹਨਾਂ ਸਾਰਿਆਂ ਨੂੰ ਪਤਾ ਸੀ ਕਿ ਮੁੱਖ ਮੰਤਰੀ ਨੇ 2015 ਨੂੰ ਜਿਹੜਾ ਜਬਰਨ ਜਿਹੜਾ ਕੱਢਿਆ ਬਗੈਰ ਕਿਸੇ ਫਰਮਾਨ ਦੇ, ਆਰਟੀਆਈ ਜੇ ਝੂਠ ਬੋਲਦੇ ਨੇ ਐਸਐਚਓ ਹਰਪ੍ਰੀਤ ਸਿੰਘ ਅੰਡਰ ਓਥ ਕਿ ਜੀ ਅਨਾਥ ਫਾਊਂਡੇਸ਼ਨ ਤਾਂ ਕਦੇ ਕਿਲੇ 'ਚ ਰਹੀ ਨਹੀਂ। ਭਾਈ ਬਲਦੀਪ ਸਿੰਘ ਤਾਂ ਇਦਾਂ ਕਹਿਣ ਵਾਲੇ ਮਤਲਬ ਇਦਾਂ ਕਹਿਣਾ ਕਿ ਜਿਵੇਂ ਇਹਨੂੰ ਤਾਂ ਕਦੇ ਮਿਲੇ ਹੀ ਨਹੀਂ। ਤੇ ਜੀ ਉਹਦੇ 'ਚ ਲਿਖਿਆ ਸੀ ਇਹਦੇ ਜਿਹੜਾ ਖਰਚਾ ਅਸੀਂ ਕੀਤਾ ਇਹਦਾ ਸਾਰਾ ਤੁਸੀਂ ਸਾਡੇ ਕਿੱਦਾਂ ਕਹਿਣਾ ਜੀ ਨਾ ਇੱਥੇ ਤਾਂ ਸਾਰਾ ਖਰਚਾ ਅਸੀਂ ਕੀਤਾ ਤੇ ਹੁਣ ਤੋਂ ਕਹਿੰਦੇ ਆਗਿਆ ਨਹੀਂ ਦੇਵਾਂਗੇ ਕਿ ਜੀ ਜਿਹੜੀ ਸੱਭਿਆਚਾਰਕ ਕੰਮ ਮੇਲੇ ਮੁੱਲੇ ਜੇ ਸੰਗੀਤ ਦੇ ਜਿਹੜੇ ਕਰਦੇ ਸੀ ਕਵੀ ਕੁਵੀ ਦੇ, ਉਹ ਲੌਨਸ ਵਿੱਚ ਜਿਹੜੇ ਖੁੱਲੀ ਥਾਂ ਉਹਦੇ 'ਚ ਵਰਤਣ ਦਾ ਉਹ ਹੁਣ ਆਗਿਆ ਨਹੀਂ ਦੇ ਸਕਦੇ। ਇਹ ਉਹਨਾਂ ਨੇ ਝੂਠ ਬੋਲਿਆ। ਸਰ ਜਿਹੜੀ ਤੁਸੀਂ ਮੈਂ ਇੱਕ ਪੁਆਇੰਟ ਇੱਥੇ ਲੈਂਦਾ ਚੱਲਾਂ, ਕਿਉਂਕਿ ਇਹ ਜਿਹੜਾ ਹਮਲਾ ਹੁੰਦਾ ਜਾਂ ਜਿਹੜੇ ਉੱਥੋਂ ਸਾਫ਼ ਕਰਵਾਇਆ ਜਾਂਦਾ, ਸਾਰਾ ਕੁਝ ਕਹਿ ਦਿੱਤਾ ਜਾਂਦਾ ਵੀ ਨਜਾਇਜ਼ ਕਬਜ਼ਾ, ਰਬਾਬ ਕਹਿੰਦੇ ਉੱਥੇ ਬਹੁਤ ਸਾਰੀਆਂ ਤੁਸੀਂ ਹੱਥੀਂ ਬਣਾਈਆਂ ਸੀ, ਉਹ ਵੀ ਤੋੜ ਦਿੱਤੀਆਂ। ਉਹ ਹੁਣ ਆਏਗਾ। ਇਹ 2015 4 ਅਗਸਤ ਦੀ ਗੱਲ ਹੈ, ਐਸਐਚਓ ਹਰਪ੍ਰੀਤ ਸਿੰਘ ਦਾ ਵੇਲਾ। ਉਹ ਅਕਾਲੀਆਂ ਵੇਲੇ ਲੋਕਲ ਜਿਹੜੀ ਐਮਐਲਏ ਉਦੋਂ ਖੈਰ ਮੰਤਰੀ ਜਿਹੜੀ ਉਦੋਂ ਹਾਰ ਗਈ ਸੀ ਉਪਿੰਦਰਜੀਤ ਕੌਰ, ਉਹਦੇ ਬੰਦੇ ਸਨ ਉਹ। 4 ਅਗਸਤ 2015 ਦੀ ਗੱਲ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਬੜਾ ਕਿਹਾ ਮੈਂ ਉਦੋਂ, ਉਹ ਕਹਿੰਦੇ ਜੀ ਬੀਬੀ ਨੂੰ ਮਨਾਓ, ਬੀਬੀ ਨੂੰ ਮਨਾਓ। 2011 ਦੇ ਵਿੱਚ ਭੋਗਲ ਸਾਹਿਬ 2 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਦੇ ਸਟੇਟ ਬਜਟ ਵਿੱਚ ਅਨਾਥ ਫਾਊਂਡੇਸ਼ਨ ਨੂੰ ਦਿੱਤੀ ਜਾਂਦੀ ਹੈ। ਪਹਿਲੀ ਵਾਰ ਇੱਕ ਨਾਨ ਪ੍ਰੋਫਿਟ ਨੂੰ ਬੜੀ ਮਾਣ ਦੀ ਔਰ ਇੱਜ਼ਤ ਦੀ ਗੱਲ ਸੀ ਪੰਜਾਬ ਲਈ ਵੀ, ਕਿ ਜਿਹੜੀ ਜਾਗਰਤ ਲੋਕਾਈ ਹੈ ਉਹਨਾਂ ਵਿੱਚੋਂ ਉਪਰਾਲਾ ਹੋ ਰਿਹਾ ਵਿਰਸੇ ਦਾ, ਜਿਹੜਾ 75 ਸਾਲਾਂ 'ਚ ਪੰਜਾਬ ਸਰਕਾਰ ਨਹੀਂ ਕਰ ਸਕੀ। ਕਲਚਰ ਡਿਪਾਰਟਮੈਂਟ, ਹੈਰੀਟੇਜ ਡਿਪਾਰਟਮੈਂਟ ਹੈ, ਦੱਸ ਦੇਣ ਕਿ ਅੱਜ ਤਾਈਂ ਕੋਈ ਮੈਪਿੰਗ ਕੀਤੀ ਹੋਵੇ ਵਿਰਸੇ ਦੀ ਪੰਜਾਬ ਦੇ ਵਿੱਚ ਕਿਸ ਕਿਸ ਕਿਸਮ ਦਾ ਵਿਰਸਾ ਰਿਹਾ ਹੈ। ਐਸਜੀਪੀਸੀ 1920 ਦੇ ਅੱਜ ਤੇ ਜਿਹੜੇ 1920 'ਚ ਜਿੰਨੇ ਵਿਦਵਾਨ ਸੀ, ਜਿੰਨੀ ਗਣਨਾ ਸੀ ਵਿਦਵਾਨਾਂ ਦੀ, ਰਬਾਬੀਆਂ ਔਰ ਗੁਰਸਿੱਖਾਂ ਦੀ, ਭਾਵੇਂ ਉਹ ਅਰਥਬੋਧ ਦੇ ਵੱਡੇ ਵੱਡੇ ਪੰਡਤ ਸਨ, ਉਸਤਾਦ ਲੋਕ ਸਨ, ਭਾਵੇਂ ਉਹ ਸਾਜ਼ਾਂ ਦੇ ਬਣਾਉਣ ਵਾਲੇ ਵਜਾਉਣ ਵਾਲੇ ਕੀਰਤਨੀਏ ਜਿਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਆਪਣੀਆਂ ਰੀਤਾਂ ਯਾਦ ਸਨ, ਅੱਜ ਦਿਖਾ ਦੇਣ 100 ਸਾਲਾਂ 'ਚ 125 ਸਾਲ 'ਚ ਇਹਨਾਂ ਨੇ ਕੀਤਾ ਕਿ ਕਿਹੜੇ ਵਿਦਵਾਨ ਨੇ ਜਿਹੜੇ ਬਚਾਏ ਨੇ। ਐਸਜੀਪੀਸੀ ਦਾ ਅੱਜ ਪਤਾ ਹੀ ਨਹੀਂ ਕਿ ਭਾਈ ਬਲਦੀਪ ਸਿੰਘ ਕੌਣ ਹੈ। ਉਹਨਾਂ ਨੂੰ ਆਪਣੇ ਮੁੱਛਾਂ ਦੇ ਵੱਟ ਤੇ ਪਗੜੀਆਂ ਦੇ ਲੜਾਂ ਦਾ ਪਤਾ ਬਸ, ਤੇ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਤੋਂ ਸੋਹਣਾ ਕੋਈ ਬੰਦਾ ਹੈ ਨਹੀਂ, ਉਹਨਾਂ ਤੋਂ ਵਿਦਵਾਨ ਕੋਈ ਨਹੀਂ। ਖੈਰ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਆਉਂਦੀ ਹੈ 2015 ਦੇ ਵਿੱਚ ਹਮਲਾ ਜਦੋਂ ਹੁੰਦਾ ਹੈ, ਉਦੋਂ ਮੈਂ ਸਰਬਤ ਖਾਲਸਾ ਦੀ ਵਿਉਂਤ ਵੀ ਰਚਦਾ, ਪਰ ਉਹਦਾ ਵੀ ਸਿਆਸੀਕਰਨ ਤੇ ਮੰਡੀਕਰਨ ਕੀਤਾ ਗਿਆ ਕਿ ਉਹ ਸਰਬਤ ਖਾਲਸਾ ਨਹੀਂ, ਉਹ ਸਿਆਸੀ ਰੈਲੀ ਰਹਿ ਗਈ। ਉਹ ਕਿਊਰੇਟਡ ਮੇਰੀ ਸੀ 8 ਫਰਵਰੀ ਦੀ 2015 ਦੀ, ਉਹਦੀ ਆਫੀਸ਼ੀਅਲ ਰਿਕਾਰਡਿੰਗਸ ਨੇ। ਉਹ ਹਰਮਿੰਦਰ ਆਲੂਵਾਲੀਆ ਮੇਰਾ ਸਟੂਡੈਂਟ ਹੈ ਜਿਹੜਾ ਜਗਤਾਰ ਹਵਾਰੇ ਹੋਣਾ ਜਿਹੜਾ ਸਪੋਕਸਮੈਨ ਹੁੰਦਾ ਸੀ, ਇੰਜੀਨੀਅਰ ਹੈ, ਉਹ ਹੁਣ ਬਾਹਰ ਚਲਾ ਗਿਆ। ਤੇ ਇਹ ਸਾਰੇ ਜਣੇ ਇਕੱਠੇ ਹੋ ਕੇ ਆਏ ਸੀ। 8 ਫਰਵਰੀ ਰਾਤੀ ਮੈਂ ਦਿੱਤੀ, 9 ਨੂੰ ਸਵੇਰੇ ਮੁਲਾਕਾਤ ਸੀ ਜਗਤਾਰ ਹੋਣਾ ਨਾਲ, ਜਦੋਂ ਉਹਨਾਂ ਨੂੰ ਪਸੰਦ ਆਈ ਗੱਲ ਭਾਈ ਸਾਹਿਬ ਦੀ। ਪਰ ਉਹ ਫਿਰ ਉਹਨਾਂ 'ਚੋਂ ਇੱਕ ਸਿਮਰਜੀਤ ਮਾਨ ਦਾ ਬੰਦਾ ਸੀ, ਉਹ ਕਹਿੰਦੇ ਮਾਨ ਸਾਹਿਬ ਕੋਲੋਂ ਕਹਿੰਦੇ ਜੀ ਅਸੀਂ ਪ੍ਰੈਸ ਉਹ ਰਿਲੀਜ਼ ਕਰ ਦਿੰਦੇ ਹਾਂ, ਜੋ ਕਿ ਸਭ ਤੋਂ ਪਹਿਲਾਂ ਸਿਆਸੀਕਰਨ ਹੋਇਆ। ਸਰਬਤ ਖਾਲਸਾ ਦਾ ਮਤਲਬ ਸਿਆਸਤ ਦਾ ਹਰ ਨੁਮਾਇੰਦਾ ਆਵੇ, ਇੱਕ ਹਰ ਪਾਰਟੀ ਦਾ, ਪਰ ਇਹ ਨਹੀਂ ਕਿ ਇੱਕ ਸਿਆਸੀ ਦਲ ਜਿਹੜਾ ਉਹਦੀ ਨੁਮਾਇੰਦਗੀ ਕਰੇਗਾ। ਉਹ ਫਿਰ ਤੂੰ ਮੈਂ ਵਾਲੀ ਗੱਲ ਹੋ ਜਾਂਦੀ ਹੈ। ਇਹ ਸਾਰਿਆਂ ਵਿੱਚ ਚਰਚਾ ਇਹੀ ਸੀਗਾ, ਜਿਹੜਾ ਮੇਰੀ ਸ਼ਿਰਕਤ ਸੀਗੀ, ਕਿ ਗੁਰੂ ਘਰ ਦਾ ਜਿਹੜਾ ਸੂਖਮ ਤੇ ਸਥੂਲ ਵਿਰਸਾ ਹੈ, ਉਹਦੀ ਜੇ ਅਸੀਂ ਭਾਲ ਔਰ ਸੰਭਾਲ ਨਹੀਂ ਕਰਾਂਗੇ ਤਾਂ ਕੱਖ ਨਹੀਂ ਰਹਿਣਾ ਸਾਡੇ ਕੋਲ। ਇਹ ਮੇਰੀ ਸ਼ਿਰਕਤ ਸੀ। ਗੁਰਦੁਆਰਾ ਰਿਫਾਰਮ ਮੂਵਮੈਂਟ ਦੂਜੀ ਦੀ ਮੇਰਾ ਨਾਰਾ ਹੈਗਾ, ਜਿਹੜੀ ਬੜੇ ਚਿੰਤਨ ਤੋਂ ਬਾਅਦ 'ਚ ਮੈਂ, ਕਿਉਂਕਿ ਪਹਿਲੇ ਜਿਹੜਾ ਰਿਫਾਰਮ ਮੇਰੇ ਤਾਂ ਬਜ਼ੁਰਗ ਲੜਦੇ ਜੈਤੋ ਦੇ ਮੋਰਚੇ 'ਚ, ਮੇਰੇ ਪੜਚਾਚਾ ਬਾਬਾ ਜਵਾਲਾ ਸਿੰਘ ਸਭ ਤੋਂ ਅੱਗੇ ਸੀ, ਗਾ ਰਹੇ ਸੀ। ਮੇਰੇ ਭਾਈਆ ਜੀ, ਮੇਰੇ ਦਾਦਾ ਗਿਆਨੀ ਭਗਤ ਸਿੰਘ, ਉਹਨਾਂ ਦੇ ਚਾਚਿਆਂ ਦੇ ਬੇਟੇ ਗਿਆਨੀ ਸ਼ੇਰ ਸਿੰਘ ਅੱਗੇ ਸੀ। ਜਦੋਂ ਗੋਲੀਆਂ ਦੀ ਬੌਛਾਰ ਆਈ ਹੈ, ਅਗਲੇ ਜਿਹੜੇ 2 ਗੁਰਸਿੱਖੜਿਆਂ ਨੇ, ਸ਼ਹੀਦਾਂ ਨੇ, ਮਹਾਰਾਜ ਦੇ ਪਰਮ ਸ਼ਹੀਦਾਂ ਨੇ, ਜਿਨ੍ਹਾਂ ਨੇ ਆਪਣੇ ਕੰਧੇ ਤੇ ਮਹਾਰਾਜ ਦੀ ਪਾਲਕੀ ਸੀ, ਪਹਿਲੇ ਬਰਾਤ ਜਦੋਂ ਆਇਆ ਗੋਲੀਆਂ ਦਾ, ਤੇ ਉਹ ਖੜਿਆਂ ਹੀ ਸ਼ਹੀਦ ਹੋਏ ਨੇ। ਤੇ ਮੇਰੇ ਦਾਦਾ ਭਾਈ ਗਿਆਨੀ ਸ਼ੇਰ ਸਿੰਘ ਔਰ ਮੇਰੇ ਦਾਦਾ ਗਿਆਨੀ ਭਗਤ ਸਿੰਘ, ਮੇਰੇ ਦਾਦਾ 1897 ਦੇ ਦੱਸੇ ਜਾਂਦੇ ਨੇ ਜਨਮੇ, ਉਹਨਾਂ ਨੇ ਆਪਣੇ ਮੋਢੇ ਤੇ ਮਹਾਰਾਜ ਦੀ ਸਵਾਰੀ ਨਹੀਂ ਥੱਲੇ ਗਿਰੀ। ਇੱਦਾਂ ਦੇ ਮੋਰਚਿਆਂ, ਜੈਤੋ ਦੇ ਮੋਰਚੇ ਸਾਰੇ ਨਾਲ ਰਹੇ ਆ। ਤੇ ਬਾਬਾ ਜਵਾਲਾ ਸਿੰਘ ਦਾ ਬੜਾ ਵੱਡਾ ਨਾਂ ਹੈਗਾ ਸ਼ਿਰਕਤ ਦੇ, ਉਹਦੇ ਪੂਰੀ ਸੰਗਰਾਮ ਦੇ ਵਿੱਚ। ਤੇ ਇਹ ਯਾਨੀ ਕਿ ਇਹੋ ਜਿਹੀ ਗਾਥਾਵਾਂ ਹੋਣ
ਤੇ ਸਰਬਤ ਖਾਲਸਾ ਦੇ ਵਿੱਚ ਇਹ ਸੀਗਾ ਕਿ ਜਿਹੜਾ ਦੂਜਾ ਗੁਰਦੁਆਰਾ ਰਿਫਾਰਮ ਮੂਵਮੈਂਟ ਦੀ ਲੋੜ ਹੈ, ਕਿਉਂਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਰਕਾਰਾਂ ਸਾਡੀ ਤਕਦੀਰ ਦੇ ਉੱਤੇ ਆਪਣਾ ਅੰਗੂਠਾ ਰੱਖਣਗੀਆਂ, ਕਿ ਗੁਰੂ ਘਰ ਚੱਲਣਗੇ ਕਿਵੇਂ? ਤੇ ਗੁਰੂ ਘਰ ਬੰਦੋਬਸਤ ਸਿਰਫ ਗੋਲਕ ਦਾ ਦੁਰਉਪਯੋਗ ਜਿਹੜਾ ਸਰਕਾਰਾਂ ਦਾ ਕੰਮ ਹੈ, ਮਾਡਰਨ ਐਜੂਕੇਸ਼ਨ ਡਿਗਰੀਆਂ ਦੇਣਾ, ਮੈਟ੍ਰਿਕ ਦੀਆਂ, BA BSc ਇੰਜੀਨੀਅਰਿੰਗ, ਇਹ ਸਰਕਾਰ ਦਾ ਕੰਮ ਹੈ ਮਾਡਰਨ ਐਜੂਕੇਸ਼ਨ। ਗੁਰੂ ਨਾਨਕ ਦੀ ਗੋਲਕ ਦਾ ਕੰਮ ਨਹੀਂ ਹੈ ਡਿਗਰੀਆਂ ਦੇਣਾ। ਗੁਰੂ ਨਾਨਕ ਰੱਬ ਨਾਲ ਮਿਲਾਉਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖਿਆ ਤੁਹਾਡੇ ਭਰਮ ਮੁਕਤ ਕਰਦੀ ਹੈ, ਤੁਹਾਡੇ ਵਿਕਾਰ, ਤੁਹਾਨੂੰ ਇੱਕ ਅੱਛਾ ਇਨਸਾਨ ਬਣਾਉਂਦੀ ਹੈ। ਤੁਸੀਂ ਜਾ ਕੇ ਲਓ, ਫਿਰ ਇੰਜੀਨੀਅਰ ਬਣੋ, ਡਾਕਟਰ ਬਣੋ, ਪੁਲਿਸਮੈਨ ਬਣੋ, ਫੌਜੀ ਬਣੋ, ਸਾਹੂਕਾਰ ਬਣੋ, ਸਿਆਸਤਦਾਨ ਬਣੋ, ਚੰਗੇ ਬਣੋਗੇ, ਜ਼ਿੰਮੇਵਾਰ ਹੋਵੋਗੇ ਤੁਸੀਂ, ਦੁਰਵਰਤੋਂ ਹਿਪੋਕ੍ਰਿਟ ਨਹੀਂ ਹੋਵੋਗੇ, ਜਿਨ ਮਨ ਹੋਰ ਮੁਖ ਹੋਰ ਨਹੀਂ ਹੋਵੋਗੇ। ਜੋ ਤੁਹਾਡੇ ਮਨ 'ਚ ਹੈ ਮੁਖ ਵਿੱਚ ਹੋਊਗਾ, ਤੁਹਾਡੇ ਮਨ ਵਿੱਚ ਸੁੱਚਾ ਹੋਏਗਾ, ਲੁੱਚਾ ਨਹੀਂ ਹੋਏਗਾ। ਲਿਹਾਜ਼ਾ ਤੁਹਾਡੇ ਕਰਮ ਅੱਛੇ ਹੋਣਗੇ। ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਕਿ ਦੀ ਇਕੋਲੋਜੀ ਵਿਦਾਊਟ ਇਜ਼ ਦ ਪ੍ਰੋਜੈਕਸ਼ਨ ਆਫ ਦ ਇਕੋਲੋਜੀ ਵਿਦਨ। ਜੋ ਵਾਤਾਵਰਣ, ਲੋਕੀ ਨਾ ਪੇੜ ਲਾਉਣ ਲੱਗੇ ਆ, ਉਹ ਪੁੱਛੋ ਕਿ ਜੰਗਲਾਤ ਗਏ ਕਿੱਦਾਂ? ਕਿਉਂਕਿ ਬੰਦੇ ਦਾ ਮਨ ਮੈਲਾ। ਪਾਣੀ ਸਾਫ਼ ਕਰੀ ਜਾਓ, ਤੁਸੀਂ ਇਧਰੋਂ ਕਰੀ ਜਾਓਗੇ ਉਧਰੋਂ ਗੰਦਾ ਹੋਈ ਜਾਊਗਾ, ਕਿਉਂਕਿ ਮਨ ਮੈਲਾ। ਸੋ ਵਾਤਾਵਰਣ ਜੇ ਦੂਸ਼ਿਤ ਅੰਦਰ ਹੈ ਨਾ, ਉਹੀ ਬਾਹਰ ਦਿੰਦਾ, ਉਨਾ ਹੀ ਦੂਸ਼ਿਤ ਬਾਹਰ ਹੈ। ਸੋ ਮੇਰਾ ਫੋਕਸ ਰਿਹਾ ਹੈ ਕਿ ਪਹਿਲਾਂ ਤੁਸੀਂ ਆਪ ਦੇ ਅੰਦਰਲਾ ਵਾਤਾਵਰਣ ਅਮਲ ਕਰ ਧਰਤੀ ਬੀਜ 12 ਸਿਖਾਉਂਦੇ ਨੇ ਕਿਰਸਾਨੀ, ਕਿ ਆਪਣੇ ਮਨ ਦੀ ਕਿਰਸਾਨੀ ਕਰੋ। ਸੋ ਇਹ ਇੱਕ ਵਿਉਂਤ ਸੀਗੀ 2015 ਦੇ ਵਿੱਚ ਵੀ, ਜਿਹਦੇ ਕਰਕੇ ਮੈਨੂੰ ਲੱਗਦਾ ਇਹਨਾਂ ਨੂੰ ਕਈਆਂ ਨੂੰ ਰੌਲਾ ਪਿਆ। ਜਦੋਂ ਕੈਪਟਨ ਦੀ ਸਰਕਾਰ ਆਉਂਦੀ ਹੈ, ਉਹ ਬਾਦਲ ਸਾਹਿਬ ਕਹਿੰਦੇ ਕਿ ਬੀਬੀ ਨੂੰ ਮਨਾਓ। ਮੈਂ ਕਿਹਾ ਜਿਹੜਾ ਝੂਠ ਬੋਲਦਾ ਉਹਦੇ ਨਾਲ ਮੈਂ ਨਹੀਂ ਕੰਮ ਕਰ ਸਕਦਾ। ਜਿਹੜਾ ਝੂਠ ਬੋਲ, ਇੰਨੇ ਵੱਡੇ ਰੁਤਬੇ ਤੇ 2 ਕਰੋੜ ਦੀ ਗ੍ਰਾਂਟ ਦਿੱਤੀ ਹੋਵੇ 2011 ਦੇ ਵਿੱਚ, ਉਹਦੇ 'ਚੋਂ ਇੱਕ ਪੈਸਾ ਰਿਲੀਜ਼ ਨਾ ਹੋਇਆ ਹੋਵੇ। ਉਹ ਕਿਉਂ? ਕਿ ਉਹਦੇ ਰਾਈਟ ਹੈਂਡ ਮੈਨ ਕਹਿੰਦਾ ਜੀ ਚੈੱਕ ਤੁਹਾਡਾ ਤਿਆਰ ਹੈ, ਕਰੋੜ ਰੁਪਏ ਤੁਸੀਂ ਕੈਸ਼ ਲਿਆਓ ਤੇ ਚੈੱਕ ਲੈ ਲਓ, ਆਪਾਂ ਤਾਂ ਗ੍ਰਾਂਟਾਂ ਹੀ ਗ੍ਰਾਂਟਾਂ ਲੈਣੀਆਂ। ਮੈਂ ਕਿਹਾ ਜੀ ਮਾਫ ਕਰਨਾ, ਹੈ ਭਾਈ ਬਲਦੀਪ ਸਿੰਘ ਹੈ, ਕਿ ਤੁਹਾਡੇ ਲਈ ਇਤਿਹਾਸ ਹੋਏਗਾ ਗੁਰੂ ਨਾਨਕ ਮੇਰਾ ਗੁਰੂ ਅੱਜ ਵੀ ਜਿਉਂਦਾ ਤੇ ਅੱਜ ਵੀ ਰੋਟੀ ਨਿਚੜਦਾ ਮੇਰੀ। ਮੈਂ ਨਹੀਂ ਚਾਹਾਂਗਾ ਕਿ ਮੇਰੀ ਰੋਟੀ ਤੇ ਸ਼ਰਾਬ ਲੱਗੇ, ਕਦੇ ਉਹਦੇ ਚੋਂ ਲਹੂ ਨਿਕਲੇ। ਤੇ ਅਸੀਂ ਇਹ ਫਾਊਂਡੇਸ਼ਨ ਅਨਾਦ ਹੀ ਕਿ ਮੈਂ ਭਾਈ ਬਲਦੀਪ ਸਿੰਘ ਫਾਊਂਡੇਸ਼ਨ ਨਹੀਂ ਹੈ। ਮੈਂ ਮਾਰਕੀਟਿੰਗ ਸਿਖਾਉਂਦਾ ਰਿਹਾ, ਕਰਦਾ ਰਿਹਾ, ਬ੍ਰਾਂਡਿੰਗ ਜਾਣਨਾ, ਆਪਣਾ ਨਾਮ ਬਣਾਉਣਾ ਜਾਣਨਾ। ਇਹ ਅਨਾਦ ਹੈ ਜਿਹਦਾ ਆਦ ਹੀ ਕੋਈ ਨਾ ਹੋਵੇ। ਬਗੈਰ ਆਦ ਦੇ ਸਾਡੇ 2 ਨੇ ਸਾਡੇ ਗੁਰਸਿੱਖ ਮਾਰਗ 'ਚ। ਇੱਕ ਗੁਰੂ ਨਾਨਕ ਹੈ ਅਨਾਦੀ ਹਸਤੀ, ਜਿਹਦਾ ਆਦ ਕੋਈ ਨਹੀਂ, ਪਰਮ ਗੁਰੂ, ਪ੍ਰਥਮ ਗੁਰੂ ਹੈ, ਔਰ ਜਿਸ ਨੂੰ ਉਹਨੇ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਹਮਾਰਾ, ਦਸਮ ਪਾਤਸ਼ਾਹ ਮੁਤਾਬਕ। ਉਹ ਅਨਾਦਿ ਗੁਰੂ ਜਿਹੜਾ ਆਦ ਵਿੱਚ ਵੀ ਸੀ, ਗੁਰੂ ਨਾਨਕ ਨੇ ਮਸਤਕ ਸਿਰਫ ਉਸ ਅੱਗੇ ਟੇਕਿਆ। ਤੇ ਇਹ ਅਨਾਦ ਫਾਊਂਡੇਸ਼ਨ ਉਹਨਾਂ ਨੂੰ ਹੈ। ਇਹ ਫਾਊਂਡੇਸ਼ਨ ਰਿਸੋਰਸਿਸ ਨੂੰ ਸਾਈਫਨ ਆਫ ਕਰਨ ਵਾਸਤੇ ਨਹੀਂ ਇਸਤੇਮਾਲ ਹੋਏਗੀ। ਤਾਂ ਮੈਂ ਉਹ ਬਾਦਲ ਸਾਹਿਬ ਨੂੰ ਤਾਂ ਮੈਂ ਕਿਹਾ ਜੀ ਜਿਹੜਾ ਝੂਠ ਬੋਲੇ ਮੰਤਰੀ ਰਿਹਾ ਹੋਏ ਉਹਨੂੰ ਮੈਂ ਮਨਾ ਨਹੀਂ ਸਕਦਾ। ਇੱਕ ਦੂਜੀ ਗੱਲ ਫਿਰ ਆਈ ਜਦੋਂ ਕੈਪਟਨ ਸਰਕਾਰ ਆਈ, ਤੇ ਸੁਨੀਲ ਜਾਖੜ ਸਾਹਿਬ ਨੂੰ ਮੈਂ, ਕਿਉਂਕਿ ਮੇਰੇ ਕਾਲਜ ਦੇ ਸੀਨੀਅਰ ਨੇ, ਗਵਰਨਮੈਂਟ ਕਾਲਜ ਚੰਡੀਗੜ੍ਹ ਦੇ, ਸਾਡੀ ਐਲੂਮਨਾਈ ਐਸੋਸੀਏਸ਼ਨ ਨੇ ਮੈਨੂੰ ਕਿਹਾ ਕਿ ਜੀ ਉਹ ਸਿਆਣੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰੋ। ਹੁਣ ਉਹ ਪ੍ਰਧਾਨ ਨੇ ਤੇ ਸਰਕਾਰ ਨਵੀਂ ਆਈ ਹੈ ਤੇ ਮੇਬੀ ਕੋਈ ਹੱਲ ਲੱਭਣਗੇ। ਬੜੇ ਕਾਬਿਲ ਨਿਕਲੇ ਉਹ ਲੋਕ, ਜਿਹੜੇ ਉਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਦਿੱਲੀ ਜਦੋਂ ਮੈਂ ਪ੍ਰੈਜੈਂਟੇਸ਼ਨ ਦਿੱਤੀ, ਨਮ ਹੋ ਗਈਆਂ ਅੱਖਾਂ। ਕਹਿੰਦੀ ਕਿ ਇਹ ਕੌਣ ਕਰ ਸਕਦਾ ਹੈ? ਤਾਂ ਕਹਿੰਦੇ ਦਿਸ ਇਜ਼ ਐਕਸਟਰਾਆਰਡੀਨਰੀ, ਇਹ ਤਾਂ ਪ੍ਰੋਜੈਕਟ। ਕਹਿੰਦੇ ਮੈਨੂੰ ਅਫਸੋਸ ਹੈ ਕਿ ਮੈਨੂੰ ਅੱਗੇ ਸਿਆਣ ਨਹੀਂ ਸੀ, ਪਤਾ ਨਹੀਂ ਸੀ ਇਸ ਬਾਰੇ ਇਹਨੇ ਡਿਟੇਲ 'ਚ। ਕਹਿੰਦੇ ਕਰਦੇ ਆ ਕੁਛ। ਮਾਰਚ ਦਾ ਮਹੀਨਾ ਸੀ, ਕੈਪਟਨ ਅਮਰਿੰਦਰ ਦੀ ਮੈਨੂੰ ਸਵੇਰੇ ਗੱਲ, ਮਤਲਬ ਜਾਖੜ ਉਹਨਾਂ ਦਾ ਫੋਨ ਆਉਂਦਾ ਹੈ ਸਵੇਰੇ 6:30 7 ਵਜੇ, ਕਹਿੰਦੇ ਕੈਪਟਨ ਸਾਹਿਬ ਗੱਲ ਕਰਨਗੇ। ਤੇ ਉਹ ਕਹਿੰਦੇ ਜੀ ਭਾਈ ਸਾਹਿਬ ਮੈਨੂੰ ਬੜਾ ਦੁੱਖ ਹੋਇਆ, ਮੈਂ ਤਾਂ ਹੁਣੇ ਜਾਖੜ ਸਾਹਿਬ ਨੇ ਦੱਸਿਆ ਤੇ ਮੈਨੂੰ ਥੋੜਾ ਸਮਾਂ ਦਿਓ। ਮੈਂ ਹਫਤਾ ਲੰਘਿਆ, 2 ਹਫ਼ਤੇ ਲੰਘਿਆ, ਮੈਂ ਕਿਹਾ ਇੱਦਾਂ ਦੇ ਕਈ ਮੁੱਖ ਮੰਤਰੀਆਂ ਦੇ ਫੋਨ ਆਉਂਦੇ ਰਹੇ ਨੇ, ਇਹ ਵੀ ਬਸ ਆਇਆ ਰਾਮ ਤੇ ਗਿਆ ਰਾਮ, ਆਇਆ ਸਿੰਘ ਤੇ ਗਿਆ ਸਿੰਘ ਵਾਲੀ ਗੱਲ ਹੈ। 10 ਮਈ ਨੂੰ ਕੋਈ ਰੈਲੀ ਸੀ ਸੁਲਤਾਨਪੁਰ, ਉਹ ਸ਼ਾਹਪੁਰ ਜਾਟ ਦੀ, ਸ਼ਾਹਕੋਟ ਦੀ ਸ਼ਾਇਦ ਬਾਈ ਇਲੈਕਸ਼ਨ ਸੀ, ਲਾਡੀ ਜਿੱਤਿਆ ਸੀ ਇਵੈਂਚੁਅਲੀ। ਉੱਥੇ ਜਾਂਦਿਆਂ ਹੋਇਆਂ ਉਹ ਸੁਲਤਾਨਪੁਰ ਲੋਧੀ ਵੀ ਇੱਕ ਕੀਤਾ ਗਿਆ ਜਿਹੜਾ ਰੈਲੀ ਸੀ। ਉੱਥੇ ਖੜੇ ਹੋ ਕੇ ਜਾਖੜ ਸਾਹਿਬ ਮੈਨੂੰ ਸਵੇਰੇ ਫੋਨ ਕਰਦੇ ਆ, ਕਹਿੰਦੇ ਭਾਈ ਸਾਹਿਬ ਅਸੀਂ ਸੁਲਤਾਨਪੁਰ ਲੋਧੀ ਆਏ ਸੀ, ਤੁਹਾਡੀ ਯਾਦ ਹੋ ਰਹੀ ਸੀ, ਆ ਲਓ ਜੀ ਮੁੱਖ ਮੰਤਰੀ ਸਾਹਿਬ, ਕੈਪਟਨ ਸਾਹਿਬ ਗੱਲ ਕਰਨਗੇ। ਤੇ ਕੈਪਟਨ ਅਮਰਿੰਦਰ ਕਹਿੰਦੇ ਭਾਈ ਸਾਹਿਬ ਟੈਲ ਮੀ ਵਾਟ ਕੈਨ ਵੀ ਡੂ ਫॉर ਯੂ, ਹੁਕਮ ਕਰੋ। ਮੈਂ ਕਿਹਾ ਜੀ ਪੁਲਿਸ ਨੇ ਬਗੈਰ ਕਿਸੇ ਸਰਕਾਰੀ ਫਰਮਾਨ ਜਾਂ ਕਿਸੇ ਆਰਡਰ ਦੇ
ਬਗੈਰ ਅਨਾਥ ਫਾਊਂਡੇਸ਼ਨ ਨੂੰ ਇਵਨ ਚਿੱਠੀ ਲਿਖਿਆ ਕਿ ਜੀ ਸਾਨੂੰ ਸਪੇਸਿਸ ਵਾਪਸ ਜੇ ਕਰ ਦਿਓ, ਇੱਕ ਤਾਂ ਹਾਂ ਕਿ ਵੀ ਇਹ ਰਿਕੁਐਸਟ ਹੀ ਕਰ ਦਿਓ ਜੀ, ਤੁਹਾਨੂੰ ਅਸੀਂ ਠੀਕ ਹੈ ਜੀ ਥਾਂ ਦਿੱਤੇ, ਅਸੀਂ ਠੀਕ ਕਰਤੇ ਹੈ ਕਿ ਅਸੀਂ ਸਾਨੂੰ ਦੇ ਦਿਓ, ਅਸੀਂ ਨਹੀਂ ਕਰਦੇ ਜੀ ਪ੍ਰੋਜੈਕਟ। ਇਹ ਗੱਲ ਹੁੰਦੀ ਹੈ, ਤੁਸੀਂ ਫਿਰ ਪੁਸ਼ਬੈਕ ਕਰ ਦਿਓ, ਨਹੀਂ ਜੀ ਆਪਾਂ ਮੁੱਖ ਮੰਤਰੀ ਨਾਲ ਬਹਿ ਕੇ ਗੱਲ ਕਰੀਏ ਤੇ ਪ੍ਰੋਜੈਕਟ ਵਗੈਰਾ। ਕਿ ਜਿਹੜੇ ਥਾਂ ਪੁਲਿਸ ਨੇ ਜਬਰਨ ਕਬਜ਼ੇ ਕੀਤੇ ਉਹ ਤੁਸੀਂ ਅਨਾਥ ਫਾਊਂਡੇਸ਼ਨ ਨੂੰ ਵਾਪਸ ਦਿਓ। ਕੀ ਹੈ, ਉਹਨੂੰ ਪੁਲਿਸ ਨੇ ਹੁਕਮ ਹੀ ਕਰਨਾ ਕਿ ਵੀ ਵਾਪਸ ਆਓ, ਵੀ ਇਹ ਥਾਂ ਤੁਸੀਂ ਵੜੇ ਕਿੱਦਾਂ ਹੋ। ਔਰ ਉਸ ਤੋਂ ਬਾਅਦ ਫਿਰ ਆਪਾਂ ਫੇਰ ਟੇਬਲ ਤੇ ਬੈਠੀਏ, ਜਿਹੜੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU 2 ਵਾਰ ਡਰਾਫਟ ਹੋਏ ਨੇ, ਉਹ ਪੁਰਾਣੇ ਜਿਹੜੇ ਕਾਣੇ ਨਿਕਲੇ ਬੰਦੇ ਉਹੀ ਨਹੀਂ ਡਰਾਫਟ ਸਾਈਨ ਹੋਣ ਦੇ ਰਹੇ ਨੇ। ਆਪਾਂ ਮਿਨਿਸਟਰੀ ਆਫ ਕਲਚਰ ਤੇ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਤੇ ਰੈਵਨਿਊ ਡਿਪਾਰਟਮੈਂਟ ਨੂੰ, ਜਿਨ੍ਹਾਂ ਦੀ ਮਲਕੀਅਤ ਹੈ ਉੱਥੇ, ਉਹਨਾਂ ਨੂੰ ਇਕੱਠਿਆਂ ਬਿਠਾ ਕੇ ਇੱਕ ਇਕੱਠੇ ਪ੍ਰੋਜੈਕਟ ਕਰੀਏ, ਕਿਉਂਕਿ ਸਰਕਾਰ ਵੀ ਤਾਂ ਪੰਜਾਬ ਦੇ ਵਿਰਸੇ ਦੀ ਸਟੇਕ ਹੋਲਡਰ ਹੈ, ਕੋਈ ਦੁਸ਼ਮਣ ਤਾਂ ਨਹੀਂ, ਉਹਨਾਂ ਦਾ ਸਗੋਂ ਕੰਮ ਹੈ, ਉਹਨਾਂ ਦਾ ਫਰਜ਼ ਹੈ। ਸੋ ਕੈਪਟਨ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਐਬਸੋਲਿਊਟਲੀ, ਕਹਿੰਦੇ DC ਸਾਹਿਬ ਨਾਲ ਗੱਲ ਕਰੋ, ਮੁਹੰਮਦ ਤੈਯਬ IAS ਸਨ, ਮੇਰੀ ਪਹਿਲੀ ਵਾਰ ਉਹਨਾਂ ਨਾਲ ਗੱਲ ਹੋਈ। ਉਹਨਾਂ ਨੇ ਕਿਹਾ ਭਾਈ ਸਾਹਿਬ ਪਲੀਜ਼ ਅਸੀਂ ਗੱਲ ਕਰੋ, ਤੇ ਆਪਾਂ ਗੱਲ ਕਰਦੇ ਹਾਂ। ਮੇਰਾ ਉਹਨਾਂ ਨੇ ਨੰਬਰ ਲਿਆ ਤੇ ਨੌਨਿਹਾਲ ਔਲਖ ਨਾਲ ਮੇਰੀ ਫਿਰ ਸ਼ਾਮੀ ਗੱਲ ਕਰਨ ਨੂੰ ਮੈਨੂੰ ਪ੍ਰੇਰਿਆ ਗਿਆ ਤੇ ਮੈਂ ਉਹਨੂੰ ਕਾਲ ਕੀਤੀ। ਉਹ ਨੌਨਿਹਾਲ ਮੇਰੇ ਕਾਲਜ ਦੇ ਜੂਨੀਅਰ ਸਨ ਤੇ ਮੈਂ ਕਿਹਾ ਚਲੋ ਇਹ ਸਬਬ ਕੁਦਰਤੀ ਸ਼ਾਇਦ ਰੱਬ ਦਾ ਕੋਈ ਹੋਏਗਾ ਕਿ ਚਲੋ ਇੱਕ ਇਤਫਾਕ ਹੈ ਕਿ ਇੱਕ ਦੂਜੇ ਨੂੰ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਜਾਣਦੇ ਹੁੰਦੇ ਪਛਾਣਦੇ ਕਿ ਬੰਦੇ ਸਾਰੇ ਡਾਢੇ ਨੇ। ਤੇ ਮੈਨੂੰ ਅੱਛਾ ਲੱਗਾ ਤੇ ਉਹ ਕਹਿੰਦੇ ਜੀ ਤੁਸੀਂ ਸਵੇਰੇ ਮੇਰੇ ਕੋਲ ਆਓ। 11 ਮਈ ਨੂੰ ਮੈਂ ਸਵੇਰੇ ਤੁਰਦਾ ਦਿੱਲੀੋਂ ਤੇ ਤਕਰੀਬਨ 12:40 ਪੌਣੇ 1 ਵਜੇ ਉਹਦੇ ਕੋਲ ਪਹੁੰਚਦਾ। ਨੌਨਿਹਾਲ ਕਹਿੰਦਾ ਜੀ ਆਪਾਂ ਪਰਸੋਂ ਚੱਲਦੇ, ਅੱਜ ਨਹੀਂ ਜਾਂਦੇ, ਮੈਨੂੰ ਕੋਰਟ ਜਾਣਾ ਪੈ ਰਿਹਾ, ਕੋਈ SHO ਨਾ ਅਸਲਾ ਲੈ ਕੇ ਕੋਰਟ ਦੇ ਵਿੱਚ ਚਲਾ ਗਿਆ, ਉਹਨੂੰ ਅਰੈਸਟ ਕਰ ਲਿਆ ਗਿਆ ਤੇ ਮੈਨੂੰ ਉੱਥੇ ਜਾਣਾ ਪੈ ਰਿਹਾ, ਪਰਸੋਂ ਜਾਓ ਆਪਾਂ ਇਕੱਠੇ ਚੱਲਾਂਗੇ, ਪਰਸੋਂ ਚੱਲਾਂਗੇ ਆਪਾਂ, ਲੈਟਸ ਗੋ ਡੇ ਆਫਟਰ ਟਮੋਰੋ। ਐਤਵਾਰ ਦਾ ਦਿਨ ਸੀ। ਮੈਂ ਕਿਹਾ ਠੀਕ ਹੈ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲਾ ਗਿਆ ਕਿਉਂਕਿ ਮੇਰਾ ਕਾਰਜਕਾਲ ਐਜ਼ ਅ ਡੀਨ, ਆਨਰਰੀ ਡੀਨ ਸ਼ੁਰੂ ਹੋਣਾ ਸੀ 1 ਜੁਲਾਈ ਨੂੰ, ਤੇ ਮੈਂ ਕੁਝ ਮੀਟਿੰਗਾਂ ਸੀਗੀਆਂ ਵਾਈਸ ਚਾਂਸਲਰ, ਕੁਝ ਸੁਝਾਅ ਵਗੈਰਾ ਦਿੱਤੇ ਸਨ। 12 ਦੀ ਰਾਤ ਨੂੰ ਮੈਂ ਫੋਨ ਕਰਦਾ ਨੌਨਿਹਾਲ ਨੂੰ, ਮੈਂ ਕਿਹਾ ਨੌਨਿਹਾਲ ਕਿੱਦਾਂ, ਕੱਲ ਦਾ ਕਿੰਨੇ ਵਜੇ ਪ੍ਰੋਗਰਾਮ ਹੈ, ਕਿੱਦਾਂ ਜਾਣਾ? ਕਹਿੰਦਾ ਮੈਂ ਤਾਂ ਹੁਣ ਚੰਡੀਗੜ੍ਹ ਜਾ ਰਿਹਾ, DGP ਨੇ ਸੱਦਿਆ, ਤੁਹਾਨੂੰ ਵੈਲਕਮ ਕਰਨਗੇ, ਸਾਰਿਆਂ ਨੂੰ ਪਤਾ ਤੁਸੀਂ ਆਉਣਾ। 10 ਵਜੇ ਮੈਂ ਜਾਣਾ ਸੀ, ਆਪਣੇ ਪੌਣੇ 9 ਵਜੇ ਫੋਨ ਆਉਂਦਾ ਨਾਇਬ ਤਹਿਸੀਲਦਾਰ ਦਾ। ਉਹ ਕਹਿੰਦੇ ਭਾਈ ਸਾਹਿਬ DSP ਵਰਿਆਮ ਸਿੰਘ ਹੁਣੀ ਕਹਿ ਰਹੇ ਨੇ ਕਿ ਤੁਸੀਂ 3 ਵਜੇ ਪਹੁੰਚੋ, ਕਿਉਂਕਿ ਉਹ ਵੀ ਆ ਜਾਣਗੇ, ਉਦੋਂ ਬਹਿ ਕੇ ਗੱਲ ਕਰ ਲਾਂਗੇ। ਮੈਂ ਕਿਹਾ ਠੀਕ ਹੈ, ਮਤਲਬ CM ਲੈਵਲ ਤੇ ਇਨਵੀਟੇਸ਼ਨ ਆ ਰਿਹਾ ਹੈ ਵਗੈਰਾ, ਸਾਰੇ ਆ ਰਹੇ ਨੇ, ਮੇਰੇ 'ਚ ਕੋਈ ਕਾਰਨ ਹੀ ਨਹੀਂ ਸੀ ਕਿ ਸ਼ੱਕ ਕਰਾਂ ਕਿ ਵਰਦੀਆਂ ਦੇ ਵਿੱਚ ਚੋਰ ਉਚੱਕੇ ਡਾਕੂ ਹੈਵਾਨ ਵੀ ਹੁੰਦੇ ਨੇ। ਸੁਣੀਆਂ ਸੀ ਗੱਲਾਂ ਪਰ ਹੰਢਾਇਆ ਨਹੀਂ ਸੀ ਕਦੇ। DC ਦਾ ਮੈਨੂੰ ਫੋਨ ਆਉਂਦਾ ਤਕਰੀਬਨ 10:15 10:30 ਵਜੇ, ਮੁਹੰਮਦ ਤੈਯਬ ਭਾਈ ਸਾਹਿਬ ਤੁਸੀਂ ਕਿੱਥੇ ਹੋ? ਮੈਂ ਕਿਹਾ ਮੈਂ ਅੰਮ੍ਰਿਤਸਰ। ਕਹਿੰਦੇ ਤੁਸੀਂ ਪਹੁੰਚੇ ਨਹੀਂ ਹਲੇ? ਮੈਂ ਕਿਹਾ ਜੇ ਮੈਨੂੰ ਕਿਹਾ ਗਿਆ ਕਿ 3 ਵਜੇ ਪਹੁੰਚੋ, 10 ਵਜੇ ਨਹੀਂ। ਕਹਿੰਦੇ ਤੁਸੀਂ ਮੇਰੇ ਕੋਲੋਂ ਹੋ ਕੇ ਜਾਓ, ਮੈਨੂੰ ਸਗੋਂ ਪ੍ਰੋਜੈਕਟ ਬਾਰੇ ਦੱਸੋ ਕਿ ਮੈਂ ਆਮ ਕਿਊਰੀਅਸ ਟੂ ਨੋ ਕਿ ਪ੍ਰੋਜੈਕਟ ਕਰਨਾ ਕੀ ਉੱਥੇ ਆਪਾਂ। ਓਕੇ, ਉਹਨਾਂ ਕੋਲ ਮੈਂ 11:15 11:30 ਪਹੁੰਚ ਜਾਂਦਾ ਤੇ ਘੰਟਾ ਕੁ ਲੱਗਦਾ। ਉਹ ਉਹਨਾਂ ਦੀ ਵੀ ਅੱਖਾਂ ਨਾ ਹੋਈਆਂ, ਕਹਿੰਦੇ ਹੂ ਕੈਨ ਸਟਾਪ ਦਿਸ ਪ੍ਰੋਜੈਕਟ। ਇਹ ਤਾਂ ਕਹਿੰਦਾ ਕਿ ਵਤਨ ਲਈ, ਕਿ ਦੁਨੀਆ ਦੇ ਵਿੱਚ ਇਹ ਪ੍ਰੋਜੈਕਟ ਬੜਾ ਵੱਡਾ, ਇਹਦਾ ਨਾਮਣਾ ਹੈ ਤਾਂ ਪੂਰੀ ਦੁਨੀਆ 'ਚ ਹੋਣਾ। ਸਾਡੇ ਸਾਰਿਆਂ ਦੀ ਫਖਰ ਦੀ ਗੱਲ ਹੈ। ਇਹ ਸਾਡੀ ਕਹਿੰਦੇ ਐਸੋਸੀਏਸ਼ਨ ਵੀ ਹੋਵੇ ਇਹਦੇ ਨਾਲ। ਠੀਕ ਹੈ ਜੀ, ਤੁਸੀਂ ਚਲੋ, ਤੁਸੀਂ ਕੋਈ ਨਹੀਂ। ਤੇ ਮੈਂ 3 ਦੀ ਬਜਾਏ 1:18-20 ਤੇ ਮੈਂ ਉੱਥੇ ਪਹੁੰਚਿਆ। ਮੇਰੇ ਰਿਕਾਰਡਡ ਤਸਵੀਰਾਂ ਵੀ ਜਦੋਂ ਖਿੱਚੀਆਂ ਉਹਦੇ ਤਾਂ ਮੈਨੂੰ ਟਾਈਮ ਉੱਕਰੇ ਹੋਏ ਨੇ ਦਿਮਾਗ 'ਚ। ਮੈਂ ਜਦੋਂ ਅੰਦਰ ਵੜਿਆ ਹੀ ਆ ਕਿਲੇ ਦੇ, ਜਿਹੜਾ ਸਾਡਾ ਸਾਈਟ ਆਫਿਸ ਸੀ ਉਹਦੇ ਬਾਹਰ AC ਲੱਗਾ ਸੀ, ਸਪਲਿਟ ਦਾ ਯੂਨਿਟ। ਪੁਲਿਸ ਵਾਲੇ ਉਹਨੂੰ ਲਾ ਕੇ ਲਿਜਾ ਰਹੇ ਸੀ ਤੇ ਮੈਨੂੰ ਦੇਖਦੇ ਆ ਭੱਜੇ ਜੀ ਉਹ। ਮੈਂ ਕਿਹਾ ਕੀ ਹੋ ਰਿਹਾ? ਜਿੱਥੇ ਮੈਂ ਸਾਜ਼ ਬਣਾਉਣੇ ਸਿਖਾਉਂਦਾ ਸੀ ਦੇਸ਼ ਦੇ ਵਿੱਚ, ਪਹਿਲਾ ਇੱਕ ਆਲਣਾ ਜਿੱਥੇ ਉਹ ਅਲੋਪ ਹੋਏ ਸਾਜ਼, ਇਹੋ ਜਿਹੇ ਬਜ਼ੁਰਗ ਜਿਹੜੇ ਗੁਮਨਾਮੀ ਵਿੱਚ ਜੀ ਰਹੇ ਸਨ। ਗਿਆਨੀ ਹਰਭਜਨ ਸਿੰਘ ਮਿਸਤਰੀ 1920 ਦੇ ਜਨਮੇ, ਉਹਨਾਂ ਨੂੰ 1992-93 ਦੀ ਸਰਦੀਆਂ ਦੇ ਵਿੱਚ ਉਹਨਾਂ ਨੂੰ ਗੁਮਨਾਮੀ ਚੋਂ ਕੱਢ ਲਿਆ ਤੇ ਹੁਣ ਅਮਰ ਨੇ ਉਹ। ਉਹਨਾਂ ਕੋਲੋਂ ਸਿੱਖ ਕੇ, ਯਾਨੀ ਕਿ ਅਟੁੱਟ ਅਖੰਡ ਕੜੀ ਨੂੰ ਜੋੜ ਕੇ ਗੁਰੂ ਕਾਲ ਤੱਕ ਸਾਜ਼ ਬਣਾਉਣ ਦੀ ਵਿਧੀ। ਐਵੇਂ ਨਹੀਂ ਕਿ ਦੇਖਾ ਦੇਖੀ ਬਣਾਤੇ। ਉਹ ਮੇਰੇ ਦੇਖਾ ਦੇਖੀ ਹੁਣ ਸਾਰੇ ਬਣਾ ਰਹੇ ਨੇ। ਇਦਾਂ ਨਹੀਂ ਬਣਦੇ ਹੁੰਦੇ ਸਾਜ਼। ਨਾ ਬਗੈਰ ਸਿੱਖਿਆ ਵੱਜਦੇ ਆ, ਨਾ ਬਗੈਰ ਸਿੱਖਿਆ ਸਿਖਾਏ ਜਾ ਸਕਦੇ ਆ। ਅੱਜ ਬਿਨ ਸਿੱਖਿਆ ਉਸਤਾਦ ਹੋਏ ਨੇ। ਚਮਤਕਾਰ ਨਾ ਕਲਯੁਗ ਦੇ ਚਮਤਕਾਰ ਇਦਾਂ ਦੇ ਹੀ ਹੁੰਦੇ ਨੇ। ਸੋ ਉਹ ਨਾ, ਜਿੱਥੇ ਵਿਦਿਆ ਮੈਂ ਸਾਜ਼ ਬਣਾਉਣ ਦੀ ਦਹਾਕੇ ਪਰ ਲਾ ਕੇ ਮੁਫਤ ਦੇ ਰਿਹਾ, ਉਹ ਸਾਰਾ ਖਾਲੀ ਕੀਤਾ ਹੋਇਆ। ਮੇਰੇ 79 ਲੱਖ ਦੇ ਸੰਦ ਨੇ ਸਵਿਟਜ਼ਰਲੈਂਡ ਦੇ
ਚੱਪੂ ਨੇ ਆਪਣੇ ਲੱਕੜ ਨੂੰ ਛਿੱਲਣ ਵਾਲੇ, ਤੇ ਫਰਾਂਸ ਦੀਆਂ ਹੱਥ ਨਾਲ ਰੇਤੀਆਂ ਬਣੀਆਂ ਹੋਈਆਂ ਮਿਸ਼ਲ ਔਰੂ ਦੀਆਂ, ਉਹਦਾ ਖਾਨਦਾਨੀ ਜੱਦੀ ਕੰਮ ਹੈ, ਰੇਤੀਆਂ ਬਣਾਉਂਦੇ, ਮਸ਼ੀਨੀ ਰੇਤੀਆਂ ਕੰਮ ਨਹੀਂ ਕਰਦੀਆਂ, ਉਹ ਕੰਮ ਜੋ ਕਰਦੀ ਉਹ ਅਦਭੁਤ ਕੰਮ ਕਰਦੀਆਂ, ਬਰੀਕ ਹੁੰਦੀਆਂ। ਤੇ ਸ਼ੈਫੀਲਡ ਦੇ ਵਿੱਚ ਮੇਰੇ ਡਿਜ਼ਾਈਨ ਕੀਤੇ ਹੋਏ ਟੂਲ ਬਣੇ ਹੋਏ, ਵੱਡੇ ਜਿਹੜੇ ਟੂਲ ਮੇਕਰਸ ਨੇ ਉਹਦੇ ਕੀਤੇ ਹੋਏ, ਸਾਰੇ ਗਾਇਬ, ਸਾਜ਼ ਗਾਇਬ, ਸਭ ਕੁਝ ਗਾਇਬ। ਤੇ ਨਹੀਂ ਮੈਂ ਇਕੱਲਾ ਗਿਆ, ਸਾਰੇ ਉਹ ਤਾਂ ਮੇਰੇ ਜੀ ਆਇਆ ਕਹਿੰਦੇ ਚਲੋ ਵੇਟ ਕਰ ਰਹੇ ਤੁਹਾਡੀ, ਜੀ ਆਇਆ ਕਰਨਗੇ, ਵੈਲਕਮ ਕਰਨਗੇ, ਮੇਰੀ ਵੈਲਕਮ ਹੋ ਰਹੀ ਹੈ ਉੱਥੇ। ਇਹ ਸੋਚਿਆ ਸੀ ਇਦਾਂ ਦਾ ਸਵਾਗਤ? ਨਹੀਂ। ਔਰ ਤੁਸੀਂ ਦੇਖੋ ਕਿ ਤਕਰੀਬਨ 3:15 ਵਜੇ, ਅੱਛਾ ਫਿਰ ਮੇਰੇ ਤੇ ਜਦੋਂ ਮੈਂ ਸਵਾਲ ਪਾਏ, ਨੌਨਿਹਾਲ ਨੂੰ ਮੈਂ ਫੋਨ ਕੀਤਾ ਕਿ ਆਹ ਕੀ ਹੋ ਰਿਹਾ, ਟੈਕਸਟ ਪਾਏ, ਜਾਖੜ ਸਾਹਿਬ ਨੂੰ ਪਾਏ, ਨਵਤੇਜ ਚੀਮਾ MLA ਨੂੰ ਪਾਇਆ ਕਿ ਵਾਟ ਦ ਹੈਕ ਇਜ਼ ਗੋਇੰਗ ਔਨ, ਆ ਕੀ ਹੋ ਰਿਹਾ ਹੈ, ਚੀਫ ਮਿਨਿਸਟਰ ਦੇ ਆਫਿਸ ਤੇਜਵੀਰ ਸਿੰਘ IAS ਨੂੰ, ਸੁਰੇਸ਼ ਕੁਮਾਰ IAS ਨੂੰ, ਕਿ ਵੀ ਆਹ ਕੀ ਹੋ ਰਿਹਾ ਹੈ। ਮੇਰੇ ਵਿਜ਼ਿਟਿੰਗ ਕਾਰਡ ਥੱਲੇ ਪਏ, ਕਹਿੰਦੇ ਤੁਸੀਂ ਕੌਣ ਹੋ, ਇਹ ਤਾਂ ਤੁਸੀਂ ਕਦੇ ਨਹੀਂ ਸੀ। ਮੈਂ ਕਿਹਾ ਤੇਰੇ ਪੈਰਾਂ ਥੱਲੇ ਉਹ ਕੀ ਹੈ, ਕਹਿੰਦਾ ਕੀ ਹੈ, ਮੈਂ ਕਿਹਾ ਪੁੱਠਾ ਕਰਕੇ ਦੇਖ। ਉਹਨੇ ਪੁੱਠਾ ਕੀਤਾ ਤੇ ਮੇਰਾ ਹੀ ਵਿਜ਼ਿਟਿੰਗ ਕਾਰਡ। ਮੈਂ ਕਿਹਾ ਜੇ ਮੈਂ ਇੱਥੇ ਨਹੀਂ ਸੀ ਤਾਂ ਆ ਕਿੱਥੋਂ ਆਇਆ, ਆ CD ਮੈਂ ਕਿਹਾ ਕਿਹੜਾ ਪਿਆ, ਮੈਂ ਕਿਹਾ ਮੇਰਾ ਪਬਲਿਸ਼ ਕੀਤਾ, ਇੱਥੇ ਕਿੱਦਾਂ ਆਇਆ। ਇਹਨਾਂ ਨੇ ਤਾਂ ਕੰਮ ਕਰ ਦੇਣਾ ਸੀ, ਲੱਕੜਾਂ ਬੜੀਆਂ ਭਾਰੀਆਂ ਸੀ, ਉਹਨੂੰ ਚੱਕੀਆਂ ਨਹੀਂ ਗਈਆਂ। ਉਹ ਲੱਕੜ ਦੇਖੋ ਅਦਭੁਤ ਕਰਿਸ਼ਮੇ ਕੀ ਹੈ। ਬਾਬਾ ਬੁੱਢਾ ਜੀ ਤੰਬੂਰਾ ਵਜਾਉਂਦੇ ਸੀ ਜਦੋਂ ਗੁਰੂ ਸਾਹਿਬ ਗਾਉਂਦੇ ਸੀ, ਇਹ ਇਤਿਹਾਸ 'ਚ ਆਉਂਦਾ ਸਕ। ਤੇ ਸਾਊਥ ਅਫਰੀਕਾ ਦੀ 300 ਸਾਲ ਪੁਰਾਣੀ ਪੇੜ ਦੀ ਲੱਕੜ ਮੈਂ ਖਰੀਦੀ ਸੀ, ਉਹ ਇੰਨਾ ਹੀ ਚੌੜਾ ਹੈ, ਉਹ ਇੱਕੋ ਪੀਸ 'ਚੋਂ ਤੰਬੂਰਾ ਬਣਾਉਣਾ ਬਾਬਾ ਬੁੱਢੇ ਦਾ। ਉਹ ਬਾਬਾ ਬੁੱਢੇ ਦੀ ਤੰਬੂਰੇ ਦੀ ਲੱਕੜ ਨਹੀਂ ਚੱਕ ਸਕੇ, ਉੱਥੇ ਫਸ ਗਏ। ਇਹ ਚਮਤਕਾਰ ਨੇ ਛੋਟੇ ਛੋਟੇ। ਮੇਰੇ ਬਜ਼ੁਰਗ ਭਾਈ ਸਧਾਰਨ ਤੇ ਭਾਈ ਬੁੱਢਾ ਗੁਰਭਾਈ ਨੇ, ਹੈ ਜੀ, ਕਿੱਥੇ ਭਾਈ ਸਧਾਰਨ ਦਾ ਵੰਸ਼ ਸਾਜ਼ ਬਣਾ ਰਿਹਾ ਹੈ, ਬਾਬੇ ਬੁੱਢੇ ਨੂੰ ਸਮਰਪਿਤ ਕਰਨ ਲਈ ਉਹ ਤਾਨਪੁਰੇ ਦੀ ਲੱਕੜ ਹੈ, ਉਹਨਾਂ ਨੂੰ ਦੇਣਾ ਸੀ। ਮੈਂ ਅੱਜ ਦੇ ਕਾਲ 'ਚ ਉਹਨਾਂ ਲਈ ਬਣਾਉਣਾ, ਜਿੱਥੇ ਰਬਾਬ ਅਸੀਂ ਬਣਾ ਰਹੇ ਹਾਂ। ਲਿਹਾਜ਼ਾ ਇਹ 13 ਮਈ 2018 ਨੂੰ ਇਹ ਹੁੰਦਾ ਹੈ। ਪੁਲਿਸ ਵਾਲੇ ਕਹਿੰਦੇ ਜੀ ਤੁਸੀਂ ਤਾਂ ਕਦੇ ਸੀ ਨਹੀਂ, ਤੇ ਨੌਨਿਹਾਲ ਕਹਿੰਦੇ ਜੀ ਇਹ ਤਾਂ ਕਹਿੰਦੇ ਜੀ ਤੁਸੀਂ ਕਦੇ ਸੀ ਨਹੀਂ, ਸਮਾਨ ਤੁਹਾਡਾ ਸੱਚੀ ਮੁੱਚੀ ਤੁਹਾਡਾ ਸਮਾਨ ਇੱਥੇ ਪਿਆ ਸੀ। ਮੈਂ ਕਿਹਾ ਇੱਦਾਂ, ਸਾਡੇ ਕੋਲ 2.25 ਲੱਖ ਤਸਵੀਰਾਂ ਨੇ, 4.5 ਸਾਲ ਅਸੀਂ ਇੱਥੇ ਵਿੱਦਿਆ ਦਿੱਤੀ ਹੈ, ਇੱਕ ਇੱਟ ਲਾਈ ਦੀ ਤਸਵੀਰ ਹੈ ਸਾਡੀ, ਸਾਰੀ ਦੁਨੀਆ ਭਰ ਤੋਂ ਆਏ ਨੇ ਬੰਦੇ ਇੱਥੇ ਸਿੱਖਿਆ ਲੈਣ, ਤੇ ਇਹ ਦਿਖਾ ਦੇਣ ਜਿਹੜੇ ਅਸੀਂ ਚੱਕਣ ਡਏ ਨੇ, ਜਨਰੇਟਰ ਚੱਕਣ ਡਏ ਨੇ, ਚੱਕ ਕੇ ਲਿਜਾ ਚੁੱਕੇ ਨੇ, ਇਹਨਾਂ ਦੇ ਬਿੱਲ ਸਾਡੇ ਕੋਲ ਹੈ, ਜੇ ਇਹਨਾਂ ਨੇ ਖਰੀਦੇ ਹੁਣ ਬਿੱਲ ਦਿਖਾ ਦੇਣ, ਕਿਉਂਕਿ ਸਾਡਾ ਕਾਲਾ ਪੈਸਾ ਸਾਡੇ ਨਹੀਂ ਆਉਂਦਾ, ਇਹ ਸਾਡਾ ਬਾਬਾ ਰੋਟੀ ਨਿਚੜਦਾ ਹੀ, ਇੱਥੇ ਉਹ ਰੋਟੀ ਲੱਗਦੀ ਹੈ ਜਿਹੜੀ ਵਰਦੀ, ਜਿਹਦੇ 'ਚ ਦੁੱਧ ਨਿਕਲਦਾ, ਸੁੱਚਤਾ ਨਿਕਲਦੀ ਹੈ। ਇੱਥੇ ਦੂਆ ਹੈ ਨਹੀਂ ਕੰਮ, ਇੱਥੇ ਕੋਈ ਘਪਲੇ ਵਾਲਾ ਕੰਮ ਕੁਝ ਨਹੀਂ ਹੈ। ਤੁਸੀਂ ਲਾ ਲਓ ਉਂਗਲ, ਔਰ ਦੇਖੋ ਮਹਾਰਾਜ ਦਾ ਕਰਮ ਹੈ ਕਿ ਇੰਨੇ ਵੱਡੇ ਕੰਟਰੋਵਰਸੀਜ਼ ਹੋਈ, ਕੋਈ ਭਾਈ ਬਲਦੀਪ ਸਿੰਘ ਦੇ ਉਂਗਲ ਨਹੀਂ ਖੜੀ ਕਰ ਸਕਿਆ। ਉਂਗਲਾਂ ਇਹਨਾਂ ਤੇ ਖੜੀਆਂ ਹੋਈਆਂ ਨੇ, ਨਜਾਇਜ਼ ਇਹਨਾਂ ਨੇ ਕੀਤੇ, ਵਿਰਾਸਤ ਦਾ ਘਾਣ ਇਹਨਾਂ ਨੇ ਕੀਤਾ, ਪਰ ਭਾਈ ਬਲਦੀਪ ਸਿੰਘ ਦੇ ਦੋਸ਼ ਨਹੀਂ ਲਾ ਸਕਿਆ। ਜਦੋਂ ਤੁਸੀਂ ਉੱਥੇ ਜਾ ਕੇ ਦੇਖੀਆਂ, ਰਬਾਬ ਟੁੱਟੀ ਹੋਈ ਦੇਖੀ, ਸਭ ਤੋਂ ਪਹਿਲਾਂ ਉਹ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਉਸ ਵੇਲੇ ਜ਼ਿਹਨ ਦੇ ਵਿੱਚ ਕੀ ਆਇਆ ਸੀ ਤੁਹਾਡੇ, ਜਦੋਂ ਤੁਸੀਂ ਆਪਣੇ ਹੱਥਾਂ ਦੀਆਂ ਬਣੀਆਂ ਰਬਾਬਾਂ ਉੱਥੇ ਟੁੱਟੀਆਂ ਦੇਖੀਆਂ? ਉਦੋਂ ਤਾਂ ਸਾਜ਼ ਕੋਈ ਨਹੀਂ ਲੱਭਾ, ਉਦੋਂ ਸਾਜ਼ ਕੋਈ ਨਹੀਂ ਲੱਭਾ। ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਨਾ, ਜੇ ਜਿੰਨੇ ਸਾਜ਼ ਨੇ ਉਹ ਜਿਸ ਰੂਪ 'ਚ ਵੀ ਨੇ, ਉਹ ਜੇ ਤੁਸੀਂ ਵਾਪਸ ਨਾ ਕੀਤੇ, ਤੁਹਾਨੂੰ ਨਹੀਂ ਪਤਾ ਕਿ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਨਾ, ਉਹ ਤੁਹਾਨੂੰ ਕਿੱਦਾਂ ਲਿਪਟੇਗਾ, ਤੁਹਾਨੂੰ ਨਹੀਂ ਪਤਾ। ਔਰ ਅਸੀਂ ਗੁਰੂ ਘਰ ਦੇ ਗੋਲੇ ਹਾਂ, ਸਾਡੇ ਤਾਂ ਹੀ ਯੋਧਿਆਂ ਦੇ, ਅਸੀਂ ਤਾਂ ਮੀਰ ਪੀਰ ਲੋਕ ਹਾਂ, ਤੁਹਾਨੂੰ ਨਹੀਂ ਅੰਦਾਜ਼ਾ। ਅਸੀਂ ਗਲੀ 'ਚ ਬਹਿ ਕੇ ਤੁਹਾਨੂੰ ਕੋਈ ਗਾਲ ਨਹੀਂ ਕੱਢਣੀ, ਤੁਹਾਨੂੰ ਤੁਹਾਡੀ ਵਰਦੀ ਨੇ ਨਿਚੋੜ ਦੇਣਾ। ਇਸੇ ਕਰਕੇ ਸਾਥੋਂ ਡਰਦੇ ਨੇ, ਕਿਉਂਕਿ ਅਸੀਂ ਬਾਕਾਇਦਾ ਚੱਲਦੇ ਹਾਂ। ਇਹਨਾਂ ਨੂੰ ਤਾਂ ਚਾਹੀਦਾ ਜੇ ਕੋਈ ਉਹ ਇਦਾਂ ਕਰੇ ਨਾ, ਓਏ ਤੇ ਉਹ ਤਾਂ ਝੱਟ ਹੋ ਜਾਂਦਾ। ਉਦੋਂ ਇਹਨਾਂ ਨੇ ਕੀ ਕੀਤਾ, ਮੈਨੂੰ ਪੁਲਿਸ ਵਾਲਿਆਂ ਨੇ ਬਾਅਦ 'ਚ ਦੱਸਿਆ, ਜਿਹੜੇ ਚੰਗੇ ਸੀ, ਕਹਿੰਦੇ ਜੀ ਸਾਨੂੰ, ਕਹਿੰਦੇ ਪੁਲਿਸ ਵਾਲਿਆਂ ਨੂੰ 15 ਕੁ ਮਿੰਟ ਚਾਹੀਦੇ ਹੁੰਦੇ ਨੇ। ਕਹਿੰਦੇ ਇਹੀ SHO ਜਿਹੜਾ ਕਹਿੰਦਾ ਸੀ, ਕਹਿੰਦੇ ਅਸੀਂ ਤਾਂ ਖਾਲੜੇ ਵਰਗਿਆਂ ਨੂੰ ਗਾਇਬ ਕਰਤਾ, ਇਹ ਬਲਦੀਪ ਸਿੰਘ ਕਾਹਦਾ। ਔਰ 15 ਮਿੰਟ ਉਹਨਾਂ ਨੂੰ ਕੀ ਮਿਲੇ ਨੇ, ਜਦੋਂ ਇਹ ਸਾਰਾ ਮੈਂ ਕਹਿੰਦਾ ਕਿ ਆ ਕੀ ਕੀਤਾ। 23 ਪੁਲਿਸ ਵਾਲਿਆਂ ਨੇ ਮੈਨੂੰ ਘੇਰਾ ਪਾਇਆ, 2 ਬੱਚੇ, ਸਿਮਰਨਜੀਤ ਜਿਹੜਾ ਖੁਸ਼ਖਤੀ ਵੀ ਕਰਦਾ ਹੈ, ਨਿਰਬਲਿਆਂ ਦਾ ਪੜ੍ਹਿਆ, ਸਤਾਰ
ਵਜਾਉਣ ਦਾ ਸ਼ੌਂਕ ਰੱਖਦਾ ਹੈ। ਉਹਨੂੰ ਤੇ ਵਿਕਰਮਜੀਤ ਜਿਹੜਾ ਜਲੰਧਰ ਦਾ ਮੁੰਡਾ ਹੈ, ਇਹਨਾਂ ਦੇ ਕੋਲ ਕੈਮਰੇ ਸੀ ਤੇ ਫੋਨ ਸੀ। ਮੈਨੂੰ ਨਹੀਂ, ਕਿਉਂਕਿ ਮੇਰੇ ਆਸ-ਪਾਸ ਪੁਲਿਸ ਹੈ, ਮੈਨੂੰ ਨਹੀਂ ਪਤਾ ਪਿੱਛੇ ਕੀ ਹੋ ਰਿਹਾ। ਇਹਨਾਂ ਨੇ ਸਾਰੇ ਕੈਮਰੇ ਖੋਹ ਕੇ ਉਹਨਾਂ ਦੀ ਤਾਂ ਪੱਗਾਂ ਵੀ ਮੁੱਕੇ ਮਾਰ ਕੇ ਪੱਗਾਂ ਵੀ ਲਾਈਆਂ। ਹੁਣ ਤਸਵੀਰ ਮੈਂ ਉਹਨੂੰ ਜਦੋਂ ਕੱਢਿਆ ਕਮਰੇ ਚੋਂ, ਮੈਂ ਉਦੋਂ ਝੱਟ ਦੇ ਨਹੀਂ ਫੋਟੋ ਖਿੱਚ ਲਈ। ਉਹ ਵੀ ਝੂਠ ਕਰਦੇ ਸੀ ਕਿ ਨਾ ਜੀ ਨਾ, ਕਦੇ ਕਿਸੇ ਨੂੰ ਕੀਤਾ ਨਹੀਂ ਜੀ, ਪਗੜੀ ਤਾਂ ਕੋਈ ਲਾਈ ਨਹੀਂ। ਉਹ ਫੋਟੋ 'ਚ ਉਹਨਾਂ ਦੀ ਪੱਗ ਉਹਨਾਂ ਦੀ ਕੱਚ ਹੈ, ਕੇਸਗੀ ਬੰਨੀ। ਉਹ ਕਹਿੰਦੇ ਨਹੀਂ ਪੱਗ ਬੰਨ ਕੇ ਆਓ, ਕਹਿੰਦਾ ਅਸੀਂ ਨਹੀਂ ਬੰਨਣੀ। ਮੁੰਡਿਆਂ ਨੇ ਮਨਾ ਕਰਤਾ। ਦੇਖੋ ਛੋਟੀ ਛੋਟੀ ਬਹਾਦਰੀਆਂ ਦੇ ਕਿਸੇ ਨੇ। ਔਰ ਉਹ ਮੈਂ ਕੁਦਰਤੀ ਜਦੋਂ ਅੰਦਰ ਵੜਿਆ ਤੇ ਮੈਂ ਤਸਵੀਰ ਖਿੱਚ ਲਈ ਉਹਦੀ, ਤੇ ਉਹ ਕੰਮ ਆਈ। ਉਦੋਂ ਫਿਰ ਝੂਠੇ ਪਏ। 23 ਪੁਲਿਸ ਵਾਲੇ ਨੇ ਪਾਇਆ। SHO ਸਰਬਜੀਤ ਸਿੰਘ ਕਹਿੰਦਾ ਇਹਨੂੰ ਚੱਕੋ ਜਰਾ ਲਿਜਾਓ, ਕਹਿੰਦੇ ਬਾਬਾ ਬਣਿਆ ਫਿਰਦਾ। ਜੋ ਮੈਂ ਮਾਂ ਭੈਣ ਦੀ ਗਾਲਾਂ ਜਿਹੜੀਆਂ ਸੁਣੀਆਂ ਨੇ, ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। 4 ਪਹਿਲਵਾਨ ਪੁਲਿਸ ਵਾਲਿਆਂ ਨੇ ਮੇਰੇ 4 ਹੱਥ ਮੇਰੇ ਅੱਗਿਓਂ, 2 ਪਹਿਲਵਾਨ ਪੁਲਿਸ ਵਾਲੇ ਮੈਨੂੰ ਪਿੱਛੋਂ ਧੱਕਾ ਲਾ ਰਹੇ। ਇਹਨਾਂ ਨੇ ਸੋਚਿਆ ਮੈਂ ਤੂੰ ਮੈਂ ਵੀ ਕਰ ਲਊਂ, ਤੇ ਹੱਥਾਪਾਈ ਕਰੂ, ਖਿੱਚਣਗੇ ਮੈਂ ਖਿੱਚੂ, ਮੈਨੂੰ ਧੱਕਣਗੇ ਮੈਂ ਧੱਕੂ, ਹੱਥਾਪਾਈ ਹੋਊਗੀ। ਮੈਨੂੰ ਪੁਲਿਸ ਵਾਲੇ ਨੇ ਦੱਸਿਆ, ਕਹਿੰਦੇ ਇਹ ਹੈਰਾਨ ਨੇ, ਕਹਿੰਦੇ ਬਾਬਾ ਕਿੱਦਾਂ ਦਾ। ਮੈਂ ਕਿਹਾ ਕੀ ਗੱਲ ਹੋਈ, ਮਾਫ਼ ਕਰਨਾ ਮੇਰੀ ਭਾਸ਼ਾ, ਕਿਉਂਕਿ ਮੈਂ ਦੁਹਰਾ ਰਿਹਾ। ਕਹਿੰਦੇ SHO ਦੇ ਤੇ ਕਹਿੰਦੇ ਹੋ ਗਏ। ਮੈਂ ਕਿਹਾ ਕਿਵੇਂ? ਕਹਿੰਦੇ ਬਾਬਾ ਕਿੱਦਾਂ ਹੈ, ਜਿੰਨੀਆਂ ਗਾਲਾਂ ਕੱਢਦੇ ਸੀ ਓਨਾ ਖਿੜਦਾ ਸੀ, ਕਹਿੰਦੇ ਓਨਾ ਹੱਸਦਾ ਸੀ। ਕਹਿੰਦੇ ਵੱਡੇ ਵੱਡੇ ਸਿਆਸਤਦਾਨਾਂ ਨੂੰ ਜਦੋਂ ਹੱਥ ਪਾਉਂਦੇ ਆ ਉਹਦੇ ਗੋਡੇ ਕੰਬਦੇ ਆ, ਤੂੰ ਥੜਥੜਾਉਂਦੇ ਆ ਜ਼ੁਬਾਨ ਤੇ ਨਾਮ, ਕਹਿੰਦੇ ਤੁਹਾਨੂੰ ਮੈਂ ਦੇਖ ਲੂੰ, ਫਲਾਣਾ ਕਰ ਦੂੰ। ਤੇ ਕਹਿੰਦੇ ਕੁੱਟ ਕੇ ਉਹ 15 ਮਿੰਟਾਂ 'ਚ ਕਹਿੰਦੇ ਸਾਰਾ ਸੋਧ ਦਿੰਦੇ। ਤੇ ਬਾਅਦ 'ਚ ਕਹਿੰਦੇ ਉਹ ਜੀ ਇੱਥੇ ਤਾਂ ਦੰਗਾ ਕਰ ਰਹੇ ਸੀ ਸਾਨੂੰ। ਅੱਛਾ ਇਹ ਨੇ ਭਾਈ ਬਲਦੀਪ ਸਿੰਘ? ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਜੀ, ਇਹ ਕਰਨਾ ਸੀ ਇਹਨਾਂ ਨੇ। ਉਹ ਰਿਕਾਰਡ ਕੀਤੀ, ਉਹ ਕਹਿੰਦੇ ਡਿਲੀਟ ਕਰਾਈ ਉਹਨੇ, ਕਿਉਂਕਿ ਉਹਨੇ ਸਬੂਤ ਦੇਣਾ ਹੁੰਦਾ ਹੈ ਕਿ ਪਹਿਲਾ ਹੱਥ ਕਹਿੰਦੇ ਅਸੀਂ ਨਹੀਂ ਦੇ ਕੇ ਅਸੀਂ ਮਾਰਿਆ ਕਿਵੇਂ ਹੈ, ਤੁਹਾਨੂੰ ਮਾਰਦਿਆਂ ਨੂੰ ਕਹਿੰਦੇ ਦਿਖਾ ਕੇ। ਤੇ ਉਹਨਾਂ ਨੇ ਹੱਥਾਪਾਈ 'ਚ ਜੀ ਪਤਾ ਨਹੀਂ ਲੱਗਾ, ਉਹ ਹੋ ਗਿਆ ਕੰਮ। ਇਹਨਾਂ ਨੇ ਜਦੋਂ ਮੈਨੂੰ ਅੱਧਾ ਕੁ ਜਿਹੜਾ ਡਿਸਟੈਂਸ ਹੈਗਾ ਜਿੱਥੇ ਅਸੀਂ, ਜਿਹੜਾ ਸਾਡਾ ਸਟੋਰੇਜ ਸੀਗਾ, ਜਿੱਥੇ ਪੇਂਟਿੰਗਸ ਪਈਆਂ ਸਨ, ਔਰ ਥਾਣੇ ਦੇ ਵਿਚਕਾਰ ਤਕਰੀਬਨ 150-200 ਮੀਟਰ ਦਾ 150 ਮੀਟਰ ਦਾ ਹੈਗਾ ਵਕਫਾ। ਤੇ ਅੱਧ 'ਚ ਪਹੁੰਚੇ। SHO ਕਹਿੰਦਾ ਟੰਗੋ ਇਹਨੂੰ ਪੁੱਠਾ, ਕਹਿੰਦੇ ਦੱਸਦੇ ਇਹਨੂੰ। ਤੇ ਮੇਰਾ ਹਾਸਾ ਹੋਰ ਹੋਇਆ। ਮੈਂ ਕਿਹਾ ਹਾਂ SHO ਸਾਹਿਬ ਸੁਣਿਆ ਹੈ। ਮੈਂ ਕਿਹਾ ਪੁਲਿਸ ਵਾਲੇ ਬੰਦਿਆਂ ਨੂੰ ਪੁੱਠਾ ਟੰਗਦੇ ਆ, ਲੀੜੇ ਲਾ ਕੇ ਨੰਗਿਆਂ ਕਰਦੇ ਆ, ਫਿਰ ਬਰਫ਼ ਨਾਲ ਸਰੀਰ ਠਾਰਦੇ ਆ, ਫਿਰ ਕੁੱਟ-ਕੁੱਟ ਮਾਰਦੇ ਆ, ਤੇ ਨਾਲ ਬਿਆਸਾ 'ਚ ਮੈਂ ਕਿਹਾ ਵਗਦੇ ਪਾਣੀ 'ਚ ਛੱਡਦੇ ਆ, ਲਾਸ਼ ਤੱਕ ਨਹੀਂ ਮਿਲਦੀ। ਤੈਨੂੰ ਕਿਹਨੇ ਕਿਹਾ? ਹੋਰ ਮਾਂ ਭੈਣ ਦੀਆਂ ਗਾਲਾਂ। ਤੈਨੂੰ ਕਿਹਨੇ ਕਿਹਾ? ਤੈਨੂੰ ਕਿਹੜਾ ਬਾਬਾ ਬਣਿਆ ਫਿਰਦਾ, ਦੱਸਦਾ ਤੈਨੂੰ ਮੈਂ। ਤੇ ਮੇਰਾ ਹੋਰ ਹਾਸਾ ਨਿਕਲਿਆ। ਮੈਂ ਕਿਹਾ ਜੀ ਤੁਹਾਡੇ ਵੱਡੇ ਵੱਡੇ ਪੁਲਿਸ ਦੇ ਜਰਨੈਲਾਂ ਨੇ ਦੱਸਿਆ। ਉਹ ਜਰਨੈਲਾਂ ਨੇ ਦੱਸਿਆ ਮੈਨੂੰ, SHO ਪੁਰਾਣੇ ਰਹੇ ਹੋਏ ਦੱਸਦੇ। ਉਹ ਤਾਂ ਕਹਿੰਦੇ ਮੈਨੂੰ ਭਾਈ ਸਾਹਿਬ ਤੁਹਾਨੂੰ ਵੀ ਕੋਈ ਸੇਵਾ ਦੀ ਲੋੜ ਪਏ ਤਾਂ ਦੱਸ ਦਿਓ। ਮੈਂ ਕਿਹਾ ਪਰ ਸਹੁੰ ਰੱਬ ਦੀ ਤੁਹਾਨੂੰ ਭਾਈ ਬਲਦੀਪ ਸਿੰਘ ਵਰਗਾ ਨਹੀਂ ਮਿਲਿਆ। ਲਓ ਮੈਂ ਕਿਹਾ ਆਗਿਆ ਦਿੱਤੀ, ਅਜਮਾ ਕੇ ਵੇਖੋ ਕਿ ਭਾਈ ਬਲਦੀਪ ਸਿੰਘ ਕਿਸ ਜੋਗਾ ਹੈ, ਕਿ ਬਾਣੀ ਦਾ ਜੇ ਸੰਵਾਦ ਬਾਣੀ ਨੇ ਥੋੜ੍ਹੀ ਵੀ ਮਿਹਰ ਕੀਤੀ ਹੈ, ਉਹ ਅੱਜ ਮੈਂ ਕਿਹਾ ਪਤਾ ਲੱਗ ਜੂ। ਤੇ ਅਸੀਂ ਤੁਹਾਨੂੰ ਅਜਮਾ ਕੇ ਵੇਖਾਂਗੇ ਅੱਜ ਤੁਸੀਂ ਕਿਸ ਜੋਗੇ ਹੋ। ਲਓ ਮੈਂ ਕਿਹਾ ਆਗੇ ਦੇ, ਤੁਸੀਂ ਕੁੱਟ ਕੇ ਦੇਖੋ ਮੈਨੂੰ ਅੱਜ। ਉਹਨੇ ਚਿਰ ਨੂੰ ਪੁਲਿਸ ਆਣੇ ਪਹੁੰਚੇ, ਉਹਨੇ ਚਿਰ ਨੂੰ ਜਾਖੜ ਹੋਣਾ, ਕਈਆਂ ਦੇ ਫੋਨ ਆ ਗਏ। ਨਵਤੇਜ ਚੀਮੇ ਦਾ ਆ ਗਿਆ ਉਹਨੂੰ ਫੋਨ, ਉਹੀ ਰੂਪ ਹੋਇਆ। ਭਾਈ ਸਾਹਿਬ ਤੁਸੀਂ ਭਾਈ ਬਲਦੀਪ ਸਿੰਘ ਹੋ, ਤੁਸੀਂ ਦੱਸਿਆ ਨਹੀਂ ਜੀ। ਉਹ SHO ਸਰਬਜੀਤ ਸਿੰਘ। ਇਹ ਤਾਂ ਉਹਨਾਂ ਨੇ ਉਦਣ ਕੀਤਾ। ਜੂਨ ਨੂੰ ਮੈਂ ਇਹਨਾਂ ਨੂੰ ਜਦੋਂ ਕਿਹਾ ਕਿ ਤੁਸੀਂ ਉਸ ਤੋਂ ਬਾਅਦ 'ਚ ਕਿ ਭਾਈ ਜਿਹੜੇ ਵੀ ਭਾਵੇਂ ਟੁੱਟੇ ਹੋਏ ਨੇ ਸਾਜ਼, ਉਹਨਾਂ ਦੀ ਸਵਾਹ ਆ, ਭਾਵੇਂ ਕਿਤੇ ਦਫਨ ਕੀਤੇ, ਜੋ ਵੀ ਕੀਤਾ, ਸਾਡੇ ਲਈ ਉਹ ਹੱਲੇ ਵੀ ਅਮਾਨਤ ਹੈ, ਤੁਸੀਂ ਮੋੜ ਦਿਓ। ਉਹਨਾਂ ਨੇ ਹਾਲੇ ਵੀ ਕਿਹਾ ਕਿ ਵੀ ਤੁਸੀਂ ਦੇਖ ਲਓ, ਲੱਭ ਲਓ, ਨਹੀਂ ਤਾਂ ਤੁਹਾਡੇ ਸਾਰਿਆਂ ਦੇ ਖਿਲਾਫ FIRs ਵਗੈਰਾ ਦਰਜ ਹੋਣਗੀਆਂ, ਜਿਹੜੀਆਂ ਹੱਲੇ ਵੀ ਹੋਣਗੀਆਂ। ਤੇ ਹਰਮਿੰਦਰ ਸਿੰਘ ਗਿੱਲ MLA ਜਿਹੜੇ ਸਨ, ਉਹਨਾਂ ਨੂੰ ਮੈਂ ਦੱਸ ਪਾਈ ਹੋਈ ਸੀ, ਉਹਨੂੰ ਬੜੇ ਹੈਰਾਨ ਸਨ, ਦੁਖੀ ਸਨ। ਉਹ ਇੱਜ਼ਤ ਕਰਦੇ ਨੇ ਮੇਰੇ ਨਾਲ। ਮੈਂ 2014 'ਚ ਖਡੂਰ ਸਾਹਿਬ ਤੋਂ ਲੜਿਆ ਸਾਂ, ਤੇ ਉਹ ਵੀ ਉੱਥੋਂ ਲੜੇ ਸੀ ਕਾਂਗਰਸ ਵੱਲੋਂ, ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸਾਂ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਬਜ਼ੇ ਕਰਕੇ ਜਿੱਤੇ ਸੀ। ਵਿਕਰਮਜੀਤ ਮਜੀਠੀਆ ਨੇ ਕਿਹਾ ਸੀ ਮੈਨੂੰ ਇੱਕ ਦਿਨ ਪਹਿਲਾਂ ਲਲਕਾਰ ਦਿਆਂ ਕਿ ਭਾਈ ਸਾਹਿਬ ਮੁਬਾਰਕਾਂ ਹੋਣ ਫੋਨ ਤੇ ਕਿ ਤੁਹਾਡੀ 6 ਲੱਖ। ਮੈਂ ਕਿਹਾ ਕੀ ਗੱਲ ਵਿਕਰਮ? ਕਹਿੰਦੇ ਜੀ 6 ਲੱਖ ਵੋਟ ਹੋ ਗਈ ਹੈ ਤੁਹਾਡੀ। ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ, ਅਕਾਲੀਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ। ਹੱਸ ਕੇ ਕਹਿੰਦਾ ਕਿ ਨਹੀਂ ਭਾਈ ਸਾਹਿਬ, ਪਰ ਸੀਟ ਅਸੀਂ ਕੱਢਾਂਗੇ। ਤੇ ਮੈਂ ਉਦੋਂ ਵਿਰਸਾ ਸਿੰਘ ਵਲਟੋਹੇ ਦੇ ਪਿੰਡ ਗਿਆ ਉਦੋਂ, ਬਗੈਰ ਸਿਕਿਉਰਿਟੀ ਦੇ। ਤੇ ਕੀ ਸੀ, ਗੁਪਤ ਵੋਟ ਨੂੰ ਨੌ ਤੇ ਨਿਸ਼ਾਨ ਲਾ ਕੇ ਤੇ ਉਹ ਤੋੜਦੇ ਸੀ। ਇਹਨਾਂ ਦਾ ਆਪਣਾ ਬੰਦਾ ਮਸ਼ੀਨ ਤੇ ਖੜਿਆ ਬਟਨ ਦਬਾ ਰਿਹਾ ਸੀ। ਇਹ ਮੈਂ ਆਪਣੇ ਤਸਵੀਰਾਂ ਵੀ ਖਿੱਚੀਆਂ ਤੇ ਆਪ ਦੇਖਿਆ ਹੈ। ਸੋ ਇਹ ਹਰਮਿੰਦਰ ਗਿੱਲ ਹੋਣਾ ਨੂੰ ਉਦੋਂ ਦੀ ਵਾਕਫੀਅਤ ਬਣੀ
ਉਹਨਾਂ ਦੀ ਬੜੀ ਮਿਹਰਬਾਨੀ ਹੈ, ਉਹਨਾਂ ਨੇ ਸਮਾਂ ਕੱਢਿਆ। ਨਵਤੇਜ ਚੀਮੇ ਨੂੰ ਕਹਿ ਕੇ ਕਿਲੇ 'ਚ ਅਸੀਂ ਜਾਂਦੇ ਹਾਂ, ਪੁਲਿਸ ਵਾਲਿਆਂ ਨੇ ਡਰਦਿਆਂ ਟੁੱਟੇ ਹੋਏ ਸਾਜ਼, ਉਧਰ ਸਾਡਾ ਜਿਹੜਾ ਸਟੋਰ ਸੀ ਜਿੱਥੇ ਜਿਹੜੇ ਗਾਰਡਨਿੰਗ ਦਾ ਸਮਾਨ ਹੈ ਸੀ, ਉਹ ਉਹਨਾਂ ਨੇ ਸਾਜ਼ ਨਾ ਇਕੱਠੇ, ਉਹ ਤਸਵੀਰਾਂ ਖਿੱਚੀਆਂ ਹੋਈਆਂ ਪਾਈਲ ਅਪ ਕਰਕੇ ਰੱਖੇ ਹੋਏ, ਉਹਦੇ ਵਿੱਚੋਂ ਉਹ ਰਬਾਬ ਵੀ ਮਿਲੀ, ਰਬਾਬ ਦਾ ਹਿੱਸਾ ਕੁਛ, ਪੂਰੀ ਨਹੀਂ, ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਔਰ ਭਾਈ ਮਰਦਾਨੇ ਨੂੰ ਸਮਰਪਿਤ 550 ਸਾਲਾਂ ਵਾਸਤੇ ਜਿਹੜੀ ਬਣਾ ਰਿਹਾ ਸੀ ਮੈਂ, ਟੋਟੇ ਹੋਈ। ਇੱਕ ਪੁਲਿਸ ਵਾਲੇ ਨੇ ਦੱਸਿਆ ਜੀ ਪੈਰਾਂ ਨਾਲ ਪੰਨੀ ਇਹਨਾਂ ਨੇ, ਲਤਾੜ ਕੇ ਮਾਰੀ ਹੈ, ਕਿਉਂਕਿ ਲੱਕੜ ਬੜੀ ਆਲੀ ਸੀ, ਟੁੱਟੇ ਨਾ ਇਹਨਾਂ ਤੋਂ, ਉੱਤੇ ਛਾਲਾ ਮਾਰ ਕੇ ਤੇ ਲਤਾੜ ਕੇ ਸੱਟੀ ਦਾ ਨਹੀਂ, ਫਟਕਾਰ ਕੇ ਮਾਰੀਦਾ, ਇੱਦਾਂ ਸਾਜ਼ ਪੰਨੇ। ਉਹਦੇ 'ਚ ਤਾਊਸ ਸੀ ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਵਾਸਤੇ ਬਣਾ ਰਿਹਾ, 52 ਕਲੀਆਂ ਨੂੰ ਡੈਡੀਕੇਟਿਡ ਤਾਊਸ ਸੀਗਾ, 52 ਤਾਰਾਂ ਦਾ, ਜਿਹੜਾ ਕਿ ਉਸਤਾਦ ਭਾਈ ਬਤਨ ਸਿੰਘ ਹੋਣਾ ਨੇ 1942-43 ਦੇ ਲਾਗੇ ਸਿਰਜਿਆ ਸੀ। ਉਹਨਾਂ ਦਾ ख्वाब ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਦੀ 52 ਕਲੀਆਂ ਦਾ ਚੋਲਾ ਸੀ ਤੇ 52 ਤਾਰਾਂ ਦਾ ਸਾਜ਼ ਉਹਨਾਂ ਵਾਸਤੇ ਸਮਰਪਿਤ ਕਰਨਾ ਹੈ। ਪਹਿਲਾਂ ਬਣ ਰਿਹਾ ਸੀ ਇੰਨੇ ਦਹਾਕਿਆਂ ਬਾਅਦ। ਕਿੰਨੀ ਵੱਡੀ ਵਾਰਤਾ ਹੈ, ਉਹਦੇ ਟੋਟੇ ਕੀਤੇ ਹੋਏ। ਸਰੰਦਾ ਸਾਦਿਕ ਅਲੀ ਖਾਨ ਨਵਾਬ ਕਾਨੂੰਨ ਮੌਸੀਕੀ 'ਚ 1874 'ਚ ਲਿਖਦਾ ਹੈ, कहता है वाजह हो सरंदे बारे, ये साज इजाद किया हुआ गुरु अमरदास का है, जिनका मंदिर स्थान अमृतसर शहर में मशहूर है। तो पुराना जमाना सी, गोदवाल इदा नहीं जा सकता सी, कहते अमृतसर जाओगे ਉੱਥੋਂ ਤੁਹਾਨੂੰ ਤੁਸੀਂ ਪੁੱਛ ਲਓ ਕਿ ਗੁਰੂ ਅਮਰਦਾਸ ਦਾ ਸਥਾਨ ਕਿਉਂ, ਕਹਿੰਦੇ ਉੱਧਰ ਹੈ, ਇਹ ਜਾਓ ਆਓ ਸਾਹਮਣੇ ਹੈ ਜੀ ਗੋਦਵਾਲ ਸਾਹਿਬ ਆ ਜਾਓ। ਇੰਨੇ ਵੱਡੇ ਬਿਆਨ ਵੱਡੇ ਨਵਾਬ ਦੇ ਰਹੇ ਨੇ ਕਿ ਗੁਰੂ ਸਾਹਿਬ ਦਾ, ਯਾਨੀ ਕਿ ਉਦੋਂ ਵੀ ਚਰਚਾ ਸੀ। ਅੱਜ ਦੇ ਹੀ ਸਾਡੇ ਮੁਨਕਰ ਜਿਹੜੇ ਕੱਲ ਦੇ ਕਹਿੰਦੇ ਅਸੰਖ, ਜਿਹਨੂੰ ਕਹਿੰਦੇ ਮਲੇਛ ਮਲ ਭਾਖਾਏ, ਅਸੰਖ ਕੁੜਿਆਰ ਕੁੜੇ ਫਿਰਾਏ, ਉਹ ਗੁਰੂ ਅਰਜਨ ਦੇਵ ਮਹਾਰਾਜ ਤਾਂ ਸਰੰਦਾ ਵਜਾਉਂਦੇ ਸੀ। ਹੁਣ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹੀ ਜਾਂਦੇ ਨੇ ਕਿ ਸ਼ਾਇਦ ਇਜਾਦ ਵੀ ਉਹਨਾਂ ਨੇ ਕੀਤਾ। ਖੈਰ, ਉਹ ਸਾਜ਼ ਅੱਜ ਤਾਈਂ ਗਾਇਬ ਹੈ। ਮੀਨਾਕਾਰੀ ਗੁਰੂ ਅਮਰਦਾਸ ਮਹਾਰਾਜ ਨੂੰ ਜਿਹੜਾ ਸਮਰਪਿਤ ਹੈ। ਕੁਛ ਦਿਨਾਂ ਬਾਅਦ ਜਦੋਂ ਮੈਂ ਕਿਹਾ ਕਿ ਕੀ ਇਹ ਸਮਾਨ ਬਾਕੀ ਕਿੱਥੇ ਹੈ, ਹੋਰ ਕਿੱਥੇ ਹੈ, ਇੱਕ ਪੁਲਿਸ ਮੁਲਾਜ਼ਮ ਨੇ ਮੇਰੇ ਅਸਿਸਟੈਂਟ ਸੁਪਰਵਾਈਜ਼ਰ ਨੂੰ, ਕਿਉਂਕਿ ਕੈਮਰੇ ਲੱਗ ਚੁੱਕੇ ਸੀ ਉਦੋਂ ਤਾਈਂ, ਕਿ ਇਹ ਨਾ ਪਤਾ ਲੱਗ ਜੇ ਕਿ ਉਹਨੇ ਸਾਡੇ ਕਿਸੇ ਬੰਦੇ ਨਾਲ ਸੰਪਰਕ ਕੀਤਾ। ਉਹ ਲਾਗਿਓਂ ਲੰਘਦਾ ਬਗੈਰ ਦੇਖਿਆ ਹੋਇਆ, ਕਹਿੰਦਾ ਜੀ ਬਾਬਾ ਜੀ ਨੂੰ ਕਹਿ ਦਿਓ ਕਿ ਪਿੱਛੇ ਜਿਹੜਾ SHO ਦੇ ਘਰ ਦੇ ਨਾਲ ਜਿਹੜਾ ਮੈਸ ਹੈ ਨਾ ਪੁਲਿਸ ਦਾ, ਉਹਦੇ ਪਿੱਛੇ ਜਿਹੜਾ ਨਿਗਾਹ ਮਾਰ ਲੈਣ। ਮਾਰੀ ਗਈ ਨਿਗਾਹ। ਭੰਗ ਦੇ ਜਿਹੜੇ ਬੂਟੀਆਂ ਨੇ ਉਹ ਕੱਟ ਕੇ ਲਿਆ ਕੇ ਢਕਿਆ ਹੋਇਆ, ਉਹਦੇ ਥੱਲਿਓਂ ਲੱਕੜ ਤੇ ਰਬਾਬ ਦਾ ਹਿੱਸਾ, ਉਹਦੇ 'ਚ ਭੰਗ ਦੀਆਂ ਬੂਟੀਆਂ ਸੁੱਕੀਆਂ ਪਈਆਂ ਹੋਈਆਂ, ਦਫਨ ਕੀਤੇ ਹੋਏ ਨੇ ਸਾਜ਼, ਉਹ ਲੱਭੇ। ਇਹ ਪੰਜਾਬ ਪੁਲਿਸ ਹੈ ਜਿਹੜੀ ਰੰਗੇ ਹੱਥੋਂ ਪਕੜੀ ਗਈ ਹੈ, ਜਿਹੜਾ ਕ੍ਰਾਈਮ ਅਗੇਂਸਟ ਹਿਊਮੈਨਿਟੀ, ਵੈਂਡਲਿਜ਼ਮ ਯਾਨੀ ਕਿ ਨਸਲਕੁਸ਼ੀ, ਕੌਮੀ ਨਸਲਕੁਸ਼ੀ, ਚੋਰੀ, ਤਬਾਹੀ, ਇਹ ਕਰਦਿਆਂ ਪਹਿਲੀ ਵਾਰ ਰੰਗੇ ਹੱਥੋਂ ਪਕੜੀ ਗਈ। ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਬਾਕੀ ਤਾਂ ਸੁਣਦੇ ਸੀਗੇ ਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਸੀ ਤਾਂ ਪਿਛਲੇ ਪਿਛੋਕੜ ਇਤਿਹਾਸ ਤੇ ਝਾਤ ਮਾਰਦੇ ਤਾਂ ਉੱਥੇ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਕਿ ਕਿਸੇ ਦਾ ਇਤਿਹਾਸ ਖਤਮ ਕਰਨਾ ਜਾਂ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਅਟੈਕ ਹੁੰਦੇ ਸੀਗੇ। ਪਰ ਉਹ ਅਟੈਕ ਵਿਰੋਧੀਆਂ ਵੱਲੋਂ ਹੁੰਦੇ ਸੀ, ਹੋਰਾਂ ਵੱਲੋਂ ਹੁੰਦੇ ਸੀ, ਲੋਕਾਂ ਵੱਲੋਂ ਹੁੰਦੇ ਸੀਗੇ, ਤਾਂ ਜੋ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਉਸਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਵੇ। ਇਹ ਪੰਜਾਬ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਜ਼ਰੀਏ ਹੋਇਆ। ਇੱਕ ਤਾਂ ਇਹ ਹੈਰਾਨੀ ਦੀ ਗੱਲ, ਤੇ ਦੂਜਾ ਇੰਨਾ ਸਮਾਂ ਤੁਸੀਂ ਇਕੱਲੇ ਹੰਡਾਉਂਦੇ ਰਹੇ, ਗੱਲ ਕੀਤੀ ਨਹੀਂ, ਜ਼ਿਕਰ ਨਹੀਂ ਕੀਤਾ, ਇਹ ਜ਼ਹਿਰ ਇਕੱਲੇ ਪੀਂਦੇ ਰਹੇ। ਹਾਂਜੀ, ਜਿਹੜਾ ਗੈਰ ਹੋਵੇ ਨਾ, ਦੁਸ਼ਮਣ ਹੋਵੇ, ਉਹ ਜੇ ਇਸ ਤਰ੍ਹਾਂ ਕੋ ਕਰੇ ਤੇ ਉਹਨੂੰ ਉਮਰ ਕੈਦ ਹੁੰਦੀ ਹੈ। ਪਰ ਜਿਹੜਾ ਦੇਸ਼ ਦਾ ਗੱਦਾਰ ਹੋਵੇ ਨਾ, ਦੇਸ਼ ਦੇ ਆਪਣੇ ਜਿਹੜੇ ਸੀਕ੍ਰੇਟਸ ਨੇ ਵੇਚੇ, ਉਹਨੂੰ ਟ੍ਰੀਜ਼ਨ ਕਹਿੰਦੇ ਆ, ਟ੍ਰੇਟਰ ਕਹਿੰਦੇ, ਉਹਨੂੰ ਸਜ਼ਾਏ ਮੌਤ ਹੁੰਦੀ ਹੈ। ਯਾਨੀ ਕਿ ਜੁਰਮ ਕਿਸੇ ਪਰਾਏ ਦਾ ਕੀਤਾ ਹੋਇਆ, ਜਿਹੜੇ ਆਪਣਿਆਂ ਚੋਂ ਆਪਣੇ ਹੋ ਕੇ ਘਾਣ ਕਰਨ, ਉਹਨਾਂ ਦਾ ਜੁਰਮ ਬਹੁਤ ਵੱਡਾ ਹੁੰਦਾ ਹੈ। ਸੋ ਇਹ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ, ਔਰ ਜਿਨ੍ਹਾਂ ਦੇ ਆਦੇਸ਼ ਤੇ, ਜਿਨ੍ਹਾਂ ਦੇ ਆਦੇਸ਼ਾਂ ਤੇ, ਜਿਨ੍ਹਾਂ ਦੇ ਹੁਕਮਾਂ ਦੇ ਤੇ ਇਹਨਾਂ ਨੇ ਪਾਲਣਾ ਕਰਦਿਆਂ ਹੋਏ ਜੋ ਤਬਾਹੀ ਕੀਤੀ ਹੈ, ਇਸ ਤੋਂ ਵੱਡਾ ਦੇਸ਼ ਧਰੋ, ਗੁਰੂ ਨਾਨਕ ਦੇ ਚਰਨਾਂ ਦੇ ਨਾਲ ਧਰੋ, ਇਨਸਾਨੀਅਤ ਦੇ ਨਾਲ ਧਰੋ,
ਇਨਸਾਨੀ ਵਿਰਾਸਤ ਦੇ ਨਾਲ ਤੁਰੋ, ਦੁਨੀਆ ਦੇ ਨਾਲ ਤੁਰੋ, ਕਿਉਂਕਿ ਦੁਨੀਆ 'ਚ ਕਿਸੇ ਵੀ ਕੌਮ ਦੀ ਕਿਤੇ ਵੀ ਕੋਈ ਅਮਾਨਤ ਪਈ ਇਨਸਾਨੀਅਤ ਨੂੰ ਅਮੀਰ ਬਣਾਉਂਦੀ ਹੈ। ਔਰ ਇਹ ਜੇ ਭਾਈ ਬਲਦੀਪ ਸਿੰਘ ਦਾ ਵੀ ਇਕੱਲਾ ਸਮਾਨ ਹੋਵੇ ਨਾ, ਉਹਦੇ ਉੱਤੇ ਜੇ ਹੱਥ ਕੋਈ ਇਦਾਂ ਪਾਵੇ, ਉਹ ਵੀ ਕ੍ਰਾਈਮ ਅਗੇਂਸਟ ਹਿਊਮੈਨਿਟੀ ਜੇ ਵਿਰਾਸਤ ਹੈ। ਇਹ ਤਾਂ ਗੁਰੂ ਘਰ ਦੀ ਵਿੱਦਿਆ ਪ੍ਰਣਾਲੀਆਂ ਦਾ 170 ਸਾਲਾਂ ਦੇ ਵਿੱਚ ਪਹਿਲਾ ਉਪਰਾਲਾ ਪੁਨਰ ਸਿਰਜਣ ਦਾ। ਇਹੋ ਜਿਹਾ ਉਪਰਾਲਾ ਕਿ ਜਿੱਥੇ ਇੱਕ ਥਾਂ ਲੱਭੀ ਗਈ ਜਿਹੜਾ ਸਥੂਲ ਵਿਰਸਾ ਹੋਵੇ, ਗੁਰੂ ਨਾਨਕ ਮਹਾਰਾਜ ਦੇ ਨਾਲ ਜੁੜਿਆ ਹੋਵੇ, ਔਰ ਉਹਦੀ ਪੁਨਰ ਸਿਰਜਣ ਕਰਕੇ ਉਸ ਨੂੰ ਸੂਖਮ ਤੇ ਅਬੋਧ ਵਿਰਸੇ ਦੀ ਭਾਲ ਔਰ ਸੰਭਾਲ, ਨਿਰੀਖਣ ਪਰੀਖਣ ਵਾਸਤੇ, ਸਿੱਖਿਆ ਵਾਸਤੇ ਇਸਤੇਮਾਲ ਕੀਤਾ ਜਾਣਾ। ਦੁਨੀਆ 'ਚ ਪਹਿਲਾ ਇਹ ਪ੍ਰੋਜੈਕਟ ਹੈ। ਇੱਕ ਭੋਗਲ ਸਾਹਿਬ, ਜ਼ਹਿਰ ਮੇਰੇ ਲਈ ਬਹੁਤ ਝੰਜੋੜ ਦੇ ਨਾਲ ਆ ਜਿਹੜਾ ਤੁਸੀਂ ਵਿਸ਼ਾ ਛੇੜ ਲਿਆ ਹੈ। ਮਹਾਰਾਜ ਦਾ ਕੋਈ ਇੱਕ ਸਰੂਪ ਜੇ ਕੋਈ ਬੇਅਦਬ ਕਰਦਾ ਹੈ ਨਾ, ਇਸ ਦੇ ਬਾਵਜੂਦ ਕਿ ਸਾਨੂੰ ਪਤਾ ਹੈ ਕਿ ਅਸੀਂ ਮਹਾਰਾਜ ਦਾ ਸਰੂਪ ਜਿਹੜਾ ਬੇਅਦਬ ਹੋਇਆ ਹੈ, ਉਹਨੂੰ ਅਸੀਂ ਜੋ ਸਾਨੂੰ ਤਹਿਜ਼ੀਬ ਦਿੱਤੀ ਹੋਈ ਹੈ, ਸੰਸਕਾਰ ਕਰਕੇ ਨਵਾਂ ਸਰੂਪ ਲੈ ਕੇ ਆ ਸਕਦੇ ਹਾਂ। ਪਰ ਸੂਖਮ ਵਿਰਸਾ ਇਹ ਇਹੋ ਜਿਹਾ ਹੁੰਦਾ ਹੈ, ਇੱਕ ਵਾਰ ਜੇ ਬੇਅਦਬ ਹੋ ਜਾਵੇ ਉਹ ਵਾਪਸ ਨਹੀਂ ਆਉਂਦਾ ਸਦਾ। ਇਹ ਫਸਲ ਇੱਕ ਵਾਰ ਕੋਈ ਤਬਾਹ ਕਰ ਦੇ, ਤੁਸੀਂ ਕੰਪਨਸੇਸ਼ਨ ਲੈ ਸਕਦੇ ਹੋ, ਤੇ ਅਗਲੀ ਫਿਰ ਫਸਲ ਲਾ ਲਓ ਕਿ ਜੀ ਚਲੋ ਫਸਲ ਦਾ ਨੁਕਸਾਨ ਹੋਇਆ, ਤੁਹਾਡਾ 4-5-6 ਮਹੀਨਿਆਂ ਦੀ ਮਿਹਨਤ ਜ਼ਾਇਆ ਗਈ ਹੈ, ਤੇ ਤੁਹਾਨੂੰ ਇੰਨੀ ਆਮਦਨ ਆਉਣੀ ਸੀ, ਉਹਦੇ ਮੁਤਾਬਕ ਤੁਹਾਡੀ ਕੰਪਨਸੇਸ਼ਨ ਦੇ ਦਿੱਤੀ ਜਾਂਦੀ। ਅੱਜ ਵੀ ਸਰਕਾਰਾਂ ਦਿੰਦੀਆਂ ਨੇ, ਪਾਣੀ ਆ ਗਿਆ, ਕੋਈ ਹਨੇਰੀ ਆ ਗਈ, ਫਸਲਾਂ ਤਬਾਹ ਹੋ ਗਈਆਂ, ਤੇ ਉਹ ਉੱਥੇ ਗਾਰੰਟੀ, ਯਾਨੀ ਕਿ ਜਿਹੜਾ ਸਰਕਾਰ ਦਾ ਕੋਈ ਕਸੂਰ ਨਹੀਂ ਹੈ, ਉਹ ਤਾਂ ਨੈਚੁਰਲ ਹੈ, ਡਿਜ਼ਾਸਟਰ ਹੈ। ਕੋਈ ਜਿਵੇਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਨਾ ਕਹਿੰਦੇ ਜੇ ਜਹਾਜ਼ ਦੇ ਨੁਕਸ ਕਰਕੇ ਜੇ ਕ੍ਰੈਸ਼ ਹੋਵੇ ਤੇ ਕੰਪਨਸੇਸ਼ਨ ਅੱਡ ਹੈ, ਪਰ ਜੇ ਕੁਦਰਤੀ ਕੋਈ ਆਫਤ ਕਰਕੇ ਹੋਏ ਕੁਝ ਨਹੀਂ ਮਿਲਦਾ ਹੁੰਦਾ ਹੈ ਜੀ, ਉਹ ਇੰਸ਼ੋਰੈਂਸ ਕੰਪਨੀਆਂ ਕੁਝ ਨਹੀਂ ਦਿੰਦੀਆਂ। ਇਹ ਜੋ ਵਿਰਸਾ ਹੈ, ਸੂਖਮ ਵਿਰਸਾ, ਜੇ ਇੱਕ ਵਾਰ ਤਬਾਹ ਹੋ ਜਾਏ, ਯਾਨੀ ਕਿ ਗੁਰਸਿੱਖੀ ਦਾ ਕਤਲ ਹੈ। ਤੁਸੀਂ ਦਰਬਾਰ ਸਾਹਿਬ ਦੇਖ ਲਓ, ਉੱਥੇ ਜਿਹੜੇ ਅੱਜ ਸੋ ਕਾਲ ਜਿਹੜੇ ਸਿਆਣੇ ਬਣੇ ਹੋਏ ਨੇ, ਉਹ ਭਾਤਖੰਡੇ ਤੇ ਵਿਸ਼ਨੂੰ ਦਿਗੰਬਰ ਪੁਲਸਕਰ ਦੀਆਂ ਕਿਤਾਬਾਂ 'ਚੋਂ ਰਾਗ ਸਿੱਖੇ ਗੁਰੂ ਨਾਨਕ ਦੀ ਬਾਣੀ ਨੂੰ ਗਾ ਰਹੇ, ਤੇ ਕਹਿੰਦੇ ਇਹ ਨਿਰਧਾਰਿਤ ਹੈ। ਨਿਰਧਾਰਿਤ ਤਾਂ ਬਣਦਾ ਜੇ ਗੁਰ ਖਾਲਸੇ ਦੀ ਯਾਦ 'ਚੋਂ ਰਾਗ ਰੂਪ ਲੈ ਕੇ ਲਿਆ ਹੋਵੇ, ਕਿ ਉਹ ਰਾਗ ਰੂਪ ਜਿਹੜਾ ਗੁਰ ਖਾਲਸੇ ਦੇ ਇਤਿਹਾਸ ਦੇ ਨਾਲ ਨਾਲ ਆਪਣਾ ਇਤਿਹਾਸ ਰੱਖਦਾ। ਜਿਵੇਂ ਮੇਰੀ ਦਾਦੀ ਕਹਿੰਦੀ ਹੁੰਦੀ ਸੀ, ਬੀਬੀ ਸੰਤ ਕੌਰ ਨਿਹੰਗ ਜਥੇਦਾਰ ਬਾਬਾ ਜਗਤ ਸੋਹਣਾ ਦੀ ਸਪੁੱਤਰੀ ਸਿਰਹਾਲੀ ਵਾਲੇ, ਉਹ ਕਹਿੰਦੇ ਸੀ, ਬਰਖੁਰਦਾਰ ਤੂੰ ਵਿੱਦਿਆ ਦਾ ਮੁੱਲ ਨਾ ਕਦੇ ਭੁੱਲੀ। ਤੇ ਮੈਂ ਕਿਹਾ, ਜਿਵੇਂ ਪੋਤਾ ਆਪਣੀ ਦਾਦੀ ਨੂੰ ਛੇੜਦਾ ਹੈ, ਮੈਂ ਕਿਹਾ ਬੀਜੀ ਮੈਂ ਆਪਣਾ ਸਾਰਾ ਕੁਝ ਛੱਡਤਾ, ਫਲਾਈਂਗ ਛੱਡਤੀ, ਸਾਰੇ ਆਪਣੇ ਸੁਪਨੇ ਦਫਨ ਕਰਕੇ ਮੈਂ ਕਿਹਾ ਤੋੜਦੇ ਕਰਤੇ, ਤੇ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਕਿ ਮੇਰੇ ਮਨ 'ਚ ਗੁਰੂ ਸਾਹਿਬ ਦੀ ਦਾਤ ਬਾਰੇ ਸਨੇਹ ਨਹੀਂ ਹੈ, ਪਿਆਰ ਨਹੀਂ ਹੈ, ਉਸ ਪ੍ਰਤੀ ਇੱਜ਼ਤ ਨਹੀਂ ਹੈ। ਤੇ ਕਹਿੰਦੇ ਹੱਸ ਕੇ, ਨਹੀਂ ਬੇਟਿਆ, ਮੈਂ ਇਹ ਨਹੀਂ ਕਹਿੰਦੀ, ਮੈਂ ਕੁਝ ਹੋਰ ਦੱਸਦੀ ਹਾਂ ਤੈਨੂੰ, ਇੱਕ ਹੋਰ ਗੱਲ ਦੀ ਸਿਆਣ ਕਰਾ ਰਹੀ ਹਾਂ। ਮੈਂ ਕਿਹਾ ਬੀਜੀ ਦੱਸੋ। ਤੇ ਮੈਂ ਵੀ ਮਟਕ ਕੇ ਬਹਿ ਗਿਆ ਸਾਹਮਣੇ। ਕਹਿੰਦੇ ਬੇਟਿਆ, ਇੱਕ ਵੇਲਾ ਸੀ, ਤੇਰੇ ਬਜ਼ੁਰਗ ਭਾਈ ਪੰਜਾਬ ਸਿੰਘ, ਜਿਨ੍ਹਾਂ ਬਾਰੇ ਬਾਬਾ ਸ਼ਾਮ ਸਿੰਘ ਵੀ ਲਿਖਦੇ ਨੇ, ਭਾਈ ਪੰਜਾਬ ਸਿੰਘ ਜੀ ਗੁਰੂ ਕੇ ਵੀਰ ਹਨੂਮਾਨ ਵੀਰ ਸਮ। ਕਹਿੰਦੇ ਤੇਰੇ ਬਜ਼ੁਰਗ ਉਹ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਹੱਥ ਨਹੀਂ ਮਿਲਾਇਆ, ਇਹ ਕਦੇ ਗੁਲਾਮ ਨਹੀਂ ਹੋਏ। ਕਹਿੰਦੇ ਇਹ ਸੰਗੀਤ ਆਜ਼ਾਦ ਗੁਰਸਿੱਖੜਿਆਂ ਦਾ ਹੈ, ਇਹ ਗੁਲਾਮਾਂ ਦਾ ਸੰਗੀਤ ਨਹੀਂ ਹੈ, ਇਹ ਸੰਗਰਾਮੀਆਂ ਦਾ ਸੰਗੀਤ ਹੈ। ਇਹ ਕਹਿੰਦੇ ਇੱਕ ਵੇਲਾ ਸੀ, ਕਹਿੰਦੇ ਇੱਕ ਹੱਥ ਭਾਈ ਪੰਜਾਬ ਸਿੰਘ ਉਹਨਾਂ ਦਾ ਨਾਂ ਅਸਲ ਬਚਪਨ ਦਾ ਬਾਬਾ ਟਹਿਲ ਸਿੰਘ ਸੀ, ਪਰ ਅੰਗਰੇਜ਼ਾਂ ਦੇ ਖਿਲਾਫ ਸੰਗਰਾਮ 1850 ਦੇ ਵਿੱਚ, 60 ਦੇ ਵਿੱਚ, 70 ਦੇ ਵਿੱਚ ਜੋ ਕੀਤਾ, ਉਹਦੇ ਕਰਕੇ ਲੋਕਾਂ ਨੇ ਨਾਂ ਭਾਈ ਪੰਜਾਬ ਸਿੰਘ ਪਾਇਆ ਸੀ। ਕਹਿੰਦੇ ਇੱਕ ਹੱਥ ਖੰਡਾ ਲਹੂ ਲੋਹਾਨ, ਦੂਜੇ ਹੱਥ ਢਾਲ। ਤੇ ਕਹਿੰਦੇ ਵੱਡੇ ਸੂਰਮਿਆਂ ਦੀ ਸਭ ਤੋਂ ਵੱਡੀ ਜਿਹੜੀ ਅਮਾਨਤ ਹੁੰਦੀ ਹੈ, ਉਹਦੀ ਕਾਠੀ ਹੁੰਦੀ ਹੈ। ਘੋੜੇ ਬਦਲਦੇ ਨੇ, ਕਾਠੀਆਂ ਨਹੀਂ ਬਦਲਦੀਆਂ। ਯੋਧਿਆਂ ਦੀ ਧੀ ਹੈ ਤੇ ਉਹ ਦੱਸ ਰਹੀ ਹੈ, ਕਹਿੰਦੇ ਕਾਠੀਆਂ ਵੀ ਰੱਖਣੀਆਂ ਪੈ ਗਈਆਂ, ਕਹਿੰਦੇ ਉਹ ਵੀ ਛੱਡਦੀਆਂ, ਉਹ ਵੀ ਤਿਆਗਣੀਆਂ ਪੈ ਗਈਆਂ। ਕਹਿੰਦੇ ਲੇਕਿਨ ਪਿੱਠ ਪਿੱਛੇ ਗੁਰੂ ਅਮਰਦਾਸ ਮਹਾਰਾਜ ਦਾ ਸਰੰਦਾ ਸੀ ਤੇ ਨਾਲ ਪੋਥੀਆਂ ਸੀ। ਕਹਿੰਦੇ ਇਹ ਗੁਰੂ ਦੀ ਵਿੱਦਿਆ ਜਿਹੜਾ ਪੈਂਡਾ ਤੈਅ ਕਰਕੇ
ਜਿਹੜੇ ਤਸੀਹਿਆਂ ਦੇ ਵਿੱਚੋਂ ਤੁਰ ਕੇ ਚੀਰਦੇ ਹੋ ਕੇ ਤੇਰੇ ਜਿਗਰ 'ਚ ਹੁਣ ਪੈ ਰਹੀ ਹੈ, ਇਸ ਪੈਂਡੇ ਦਾ ਮੁੱਲ ਨਾ ਭੁੱਲੀ ਕਿ ਤੇਰੇ ਤਾਈਂ ਵਿਦਿਆ ਪਹੁੰਚੀ ਕਿਵੇਂ ਆ। ਇੰਨੀ ਵੱਡੀ ਗਾਥਾ ਹੈ। ਦੇਖੋ ਗੁਰਸਿੱਖਾਂ ਦੀ, ਜਿਹੜੇ ਅਸਲ ਗੁਰਸਿੱਖ ਨੇ, ਉਹਨਾਂ ਦਾ ਜਿਹੜਾ ਇਹ ਸੋਚੋ ਫਿਕਰ ਕੀ ਸੀ, ਉਹਨਾਂ ਦੀ ਫਿਤਰਤ ਕੀ ਸੀ, ਉਹਨਾਂ ਦੀ ਉਹ ਵੱਡੇ ਕਿਵੇਂ ਸੀ। ਹੁਣ ਜਿਹੜਾ 2018 ਦੇ ਵਿੱਚ ਜੋ ਹੋਇਆ, ਉਹਦੀ ਐਕਸ਼ਨ ਟੇਕਨ ਰਿਪੋਰਟ ਅੱਜ ਤਾਈਂ ਨਹੀਂ ਦਿੱਤੀ ਗਈ। ਪੁਲਿਸ ਨੂੰ ਮੈਂ ਇਹ ਕਿਹਾ ਸੀਗਾ ਕਿ ਦੇਖੋ, ਮਹਾਰਾਜ ਦਾ ਇੱਕ ਸਰੂਪ ਬੇਅਦਬ ਹੋ ਜਾਂਦਾ ਹੈ ਤੇ ਕਤਲ ਹੁੰਦੇ ਨੇ, ਦੰਗੇ ਫਸਾਦ ਹੁੰਦੇ ਨੇ। ਇਹ ਕੌੜਾ ਘੁੱਟ, ਇਹ ਜ਼ਹਿਰ ਮੈਨੂੰ ਕੱਲਿਆਂ ਪੀਣੀ ਪੈ ਰਹੀ ਹੈ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ 80s ਦੇ ਵਿੱਚ ਜੋ ਹੋਇਆ, 90s ਦੇ ਵਿੱਚ ਜੋ ਸਿਵਲ ਅਨਰੈਸਟ, ਜੇ ਪਤਾ ਲੱਗ ਜੇ ਅੱਜ ਕੌਮ ਨੂੰ ਕਿ ਇੰਨਾ ਵੱਡਾ ਧਰੋਹ ਪੁਲਿਸ ਨੇ ਕੀਤਾ, ਪੁਲਿਸ ਦੇ ਮੁਲਾਜ਼ਮਾਂ ਨੇ ਕੀਤਾ, ਔਰ ਗੁਰੂ ਘਰ ਦੀ ਵਿਦਿਆ ਪ੍ਰਣਾਲੀ ਦੇ ਪੁਨਰ ਸਿਰਜਣ, ਕਿੰਨੀਆਂ ਪੋਥੀਆਂ ਨੇ ਜਿਹੜੇ ਗਾਇਬ ਨੇ। SHO ਸਰਬਜੀਤ ਮੇਰੇ ਪੁੱਠਾ ਇਲਜ਼ਾਮ ਲਾਉਂਦਾ ਹੈ, ਉਹ ਆਪਣਾ ਵੀਡੀਓ ਦਿਖਾਉਂਦਾ ਹੈ, ਆਪਣੇ ਪੱਟ ਤੇ 2-3 ਗ੍ਰੰਥ ਰੱਖੇ, ਉਹ ਲਿਜਾ ਰਿਹਾ ਹੈ ਆਪਣੀ ਗੱਡੀ 'ਚ, ਤਾਂ ਕਿ ਕਹਿੰਦੇ ਵੀਡੀਓ ਬਣਾ ਲਓ, ਦੱਸੋ ਕਿੱਦਾਂ ਮੈਂ ਇੱਜ਼ਤ ਨਾਲ ਲਿਜਾ ਰਿਹਾ। ਮੈਂ ਕਿਹਾ ਤੂੰ ਵੜਿਆ ਕਿਵੇਂ ਤੇ ਤੂੰ ਲਿਜਾਇਆ ਲੈ ਕੇ ਕਿੱਥੇ ਗਿਆ, ਤੇ ਉਹ ਕਿੱਥੇ ਅੱਜ ਤਾਈਂ ਦਿੱਤੇ ਉਹਨਾਂ ਨੇ ਵਾਪਸ। ਵੀਡੀਓ ਉਹਨਾਂ ਦੇ ਆਪਣੇ ਕੋਲ ਹੀ ਹੈ ਕਿ ਵੀ ਕੋਈ ਇਲਜ਼ਾਮ ਨਾ ਲਾ ਦੇ ਕਿ ਪੋਥੀਆਂ ਗਈਆਂ ਤੇ ਅਸੀਂ ਬੜੇ ਇੱਜ਼ਤ ਨਹੀਂ ਕੀਤੀ। ਵੈਸੇ ਅਗਲਾ ਤੁਹਾਡਾ ਕਦਮ, ਪੰਜਾਬ ਦੇ ਵਿੱਚ ਜੇ ਮੈਂ ਉਦੋਂ ਘੁੱਟ ਇਹ ਕੌੜੇ ਨਾ ਪੀਵਾਂ ਤੇ ਕੀ ਮਾਹੌਲ ਹੋ ਜਾਊਗਾ ਪੰਜਾਬ ਦਾ। ਇਹ ਅਸੀਂ ਜਿਹੜੇ ਚਿੰਤਕ ਹਾਂਗੇ, ਜੇ ਅਸੀਂ ਵੱਡੇ ਜਾਣੇ ਜਾਂਦੇ ਹਾਂ, ਤੇ ਇਹ ਵਡਿਆਈ ਵੱਡਿਆਂ ਦੀ ਇਹੀ ਹੁੰਦੀ ਹੈ ਕਿ ਉਹ ਵੱਡਿਆਂ ਨੇ ਸਿਖਾਈ ਹੈ ਕਿ ਸੰਜਮ ਰੱਖਣਾ, ਕਾਹਲੇ ਨਹੀਂ ਪੈਣਾ, ਭੜਕਣਾ ਨਹੀਂ। ਜੇ ਭੜਕ ਗਏ ਤੇ ਲੋਕਾਈ ਭਟਕ ਜਾਂਦੀ ਹੈ, ਤੇ ਭਟਕੀ ਤੇ ਭੜਕੀ ਲੋਕਾਈ ਦਾ ਫਿਰ ਅੰਜਾਮ ਕੀ ਹੁੰਦਾ ਉਹ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ। ਅਸੀਂ ਚੱਲਿਆ ਹੀ ਹੈਗਾ ਭਾਈ ਸਾਹਿਬ ਅਖੀਰ ਤੇ, ਹੁਣ ਅੱਗੇ ਕੀ ਕਰਨਾ ਹੈਗਾ, ਕਿਉਂਕਿ ਇਹ ਬੜਾ ਜ਼ਰੂਰੀ ਹੈ, ਕਿਉਂਕਿ ਇੰਨਾ ਸਮਾਂ ਹੋ ਗਿਆ ਇਸ ਗੱਲ ਨੂੰ। ਬੇਅਦਬੀ ਵੀ 2015 ਤੋਂ ਹੋਈ ਹੈ, ਹਾਲੇ ਤੱਕ ਇਨਸਾਫ ਉਡੀਕ ਰਹੇ ਹਾਂ ਅਸੀਂ। ਤੁਹਾਡੀ ਵਾਲੀ ਘਟਨਾ ਦਾ ਬਿਲਕੁਲ ਉਹ ਵੀ ਉਸੇ ਤਰੀਕੇ, ਬਿਲਕੁਲ, ਤੇ ਉਹ ਵੀ ਸਾਰੀਆਂ ਚੀਜ਼ਾਂ ਜਿਉਂਦੀਆਂ ਤਿਉਂ ਨੇ, ਤੇ ਹੁਣ ਤੁਹਾਡੀ ਵਾਲੀ ਪੂਰੀ ਘਟਨਾ ਵੀ ਉਸੇ ਤਰੀਕੇ ਨਾਲ ਲੰਮਾ ਸਮਾਂ ਹੋ ਗਿਆ ਇਹਨੂੰ। ਅੱਗੇ ਕੀ ਹੈਗਾ, ਕੀ ਹੁਣ ਮੌਜੂਦਾ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਕੋਸ਼ਿਸ਼ ਕੀਤੀ ਜਾਂ ਪਹੁੰਚ ਕੀਤੀ? ਬੜੇ ਹੀ ਹੋਣਹਾਰ ਹਨਗੇ ਜਿਹੜੇ ਪੰਜਾਬ ਦੇ ਪ੍ਰਭਾਰੀ ਹਨਗੇ, ਜਰਨੈਲ ਸਿੰਘ MLA, ਉਹਨਾਂ ਨਾਲ ਮੇਰੀ ਦਿੱਲੀ ਮੁਲਾਕਾਤ ਹੋਈ ਹੈ। ਔਰ ਜਿਹੜੇ ਐਡਵੋਕੇਟ ਜਨਰਲ ਨਵੇਂ ਆਏ ਨੇ, ਉਹਨਾਂ ਨੂੰ ਵੀ ਮੈਂ ਗੁਜ਼ਾਰਿਸ਼ ਕੀਤੀ ਹੈ ਕਿ ਤੁਸੀਂ ਸਭ ਤੋਂ ਵੱਡੇ ਵਕੀਲ ਹੋ, ਸਰਕਾਰ ਦੇ ਵਿੱਚ ਤੁਹਾਡਾ ਬਹੁਤ ਵੱਡਾ ਰੁਤਬਾ ਹੈ, ਔਰ ਪੰਜਾਬ ਪ੍ਰਤੀ ਤੁਸੀਂ ਚਿੰਤਨ ਵੀ ਕਈ ਵਾਰ ਜ਼ਾਹਿਰ ਕੀਤਾ ਹੈ, ਔਰ ਉਹਨਾਂ ਨੂੰ ਮੈਂ ਚਿੱਠੀ ਦੇ ਚੁੱਕਿਆ, ਕਾਪੀ ਕੀਤੀ ਹੋਈ ਹੈ, ਉਹਨਾਂ ਨੂੰ ਮੈਂ ਮਿਲ ਚੁੱਕਿਆ ਹਫ਼ਤਾ 8 ਦਿਨ ਪਹਿਲਾਂ। ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੂੰ, ਜਿਹੜੇ ਮੁੱਖ ਮੰਤਰੀ ਹਨਗੇ, ਮੇਰੇ ਪੁਰਾਣੇ ਸਾਥੀ ਵੀ ਰਹੇ ਨੇ। 2014 'ਚ ਅਸੀਂ ਇਲੈਕਸ਼ਨ ਇਕੱਠੇ ਅਸੀਂ ਲੜੇ ਹਾਂ, ਕਿਉਂਕਿ ਮੇਰੀ ਸਭ ਤੋਂ ਵੱਡੀ ਜਿਹੜਾ ਮੇਰਾ ਵੱਖਰਾਪਣ ਹੈ, ਬਾਕੀ ਜਿਹੜੇ ਪੰਜਾਬ ਦੇ ਇਸ ਕਾਲ ਦੇ ਵਿੱਚ ਮੇਰੇ ਸਾਥੀ ਹਨਗੇ, ਕਿ ਕੋਈ ਇਕੱਲਾ ਸਿਆਸਤ 'ਚ ਹੈ ਜਾਂ ਬਿਜ਼ਨਸ 'ਚ ਹੈ ਜਾਂ ਮੈਡੀਸਿਨ 'ਚ ਹੈ ਜਾਂ ਇੰਡਸਟਰੀ ਵਿੱਚ ਹੈ, ਮੈਂ ਗੁਰਸੰਗਤ ਦੀ ਪੈਦਾਇਸ਼ ਹਾਂ। ਮੈਂ ਲਿਖੀ ਜਾਂਦਾ ਹੁੰਦਾ, ਵਿਦਿਆ ਲਿਖਦਾ, ਉਹ ਕੰਮ ਕੋਈ ਹੋਰ ਨਹੀਂ ਕਰ ਸਕਦਾ। ਸੋ ਮੈਂ ਪਿਛਲੇ ਸਾਲ ਜਿਹੜੇ ਗਾਇਬ ਰਿਹਾ, ਇੰਨਾ ਕੁਝ ਹੋਣ ਦੇ ਬਾਵਜੂਦ ਮੈਨੂੰ ਲੱਗਾ ਕਿ ਮੇਰੇ ਹੱਥੇ ਜੇ ਹੱਥ ਪਾਇਆ ਕਿਸੇ ਨੇ, ਤੇ ਧੌਣ ਵੀ ਮੇਰੇ ਲਾਗੇ ਹੀ ਹੈ, ਉਹ ਉਹਨਾਂ ਦੇ ਲਾਗੇ ਹੀ ਹੈ। ਤੇ ਇਸ ਤੋਂ ਪਹਿਲਾਂ ਮੈਨੂੰ ਕੁਝ ਹੋਏ, ਜੋ ਵਿਦਿਆ ਸਿਰਫ ਮੇਰੇ ਕੋਲ ਹੈ, ਉਹ ਮੈਂ ਲਿਖਦਿਆਂ, ਅੰਕਿਤ ਕਰਦਿਆਂ ਦੇ ਦਿਆਂ, ਕਿਤੇ ਮੇਰੇ ਨਾਲ ਨਾ ਚੱਲ ਜਾਏ। ਇਹ ਜਿਹੜੀ ਪੁਸਤਕ, ਤੁਸੀਂ ਪੁਸਤਕ ਦਾ ਜ਼ਿਕਰ ਹੁਣ ਕਰ ਹੀ ਲਿਆ, ਕਿੰਨੇ ਸਫ਼ਿਆਂ ਦੀ ਪੁਸਤਕ ਹੋ ਗਈ ਹੈ? ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ, ਉਹਨਾਂ ਲਈ ਮੈਂ ਚਿੱਠੀ ਤਿਆਰ ਕਰ ਚੁੱਕਿਆ, ਤੇ ਅੱਜ ਅਸੀਂ ਉਡੀਕ ਰਹੇ ਹਾਂ ਕਿ ਸ਼ਾਇਦ ਜਦੋਂ ਕੋਈ ਸਾਨੂੰ ਜਰਨੈਲ ਹੋਣੀ ਆ ਰਹੇ ਨੇ, ਸਰਦਾਰ ਜਰਨੈਲ ਸਿੰਘ ਦਿੱਲੀ ਤੋਂ ਆ ਰਹੇ ਨੇ, ਅੱਜ ਉਹਨਾਂ ਨੇ ਆਉਣਾ ਹੈ, ਤੇ ਜਿਹਦੇ ਕਰਕੇ ਮੈਂ ਚੰਡੀਗੜ੍ਹ ਆਇਆ ਕਿ ਮਾਨ ਸਾਹਿਬ ਨੂੰ ਅਸੀਂ ਉਹ ਜਿਹੜੀ ਚਿੱਠੀ ਲਿਖੀ ਹੈ, 2-3 ਗੱਲਾਂ ਉਹਦੇ 'ਚ ਮੋਟੀਆਂ ਕਹੀਆਂ ਨੇ। ਇੱਕ ਤਾਂ ਕਿ ਜੋ ਸਥਾਨ ਸਾਥੋਂ ਗੈਰ ਕਾਨੂੰਨੀ ਔਰ ਗੁੰਡਾਗਰਦੀ ਔਰ ਤਬਾਹੀ ਕਰਕੇ ਵਾਪਸ ਜਿਹੜੇ ਲਏ ਗਏ, ਵਾਪਸ ਕੀ ਉਹ ਤਾਂ ਸਾਨੂੰ ਦਿੱਤੇ ਗਏ ਨੇ, ਖੋਏ ਗਏ ਨੇ, ਉਹ ਉਸੇ ਵੇਲੇ ਸਾਨੂੰ ਦੇ ਦਿੱਤੇ ਜਾਣ। ਇੱਕ
ਦੂਜਾ ਕਿ ਕਿਉਂਕਿ ਜਿਹੜੇ ਪੁਲਿਸ ਵਾਲਿਆਂ ਤੇ ਸਾਨੂੰ ਆਪਣਾ ਮਾਣ ਸੀ ਕਿ ਇੱਕੋ ਥਾਂ ਤੇ ਆ, ਉਹਨਾਂ ਦੇ ਕਈ ਪੁਲਿਸ ਵਾਲਿਆਂ ਦੇ ਤੇ ਬੱਚੇ ਸਾਡੇ ਕੋਲ ਸਿੱਖਦੇ। ਜਦੋਂ ਅਸੀਂ ਖੁਸ਼ਕਤੀ ਸਿਖਾਉਂਦੇ ਸੀ ਹਰ ਪੁੰਨਿਆ ਬੈਠਕ ਤੇ, ਉਹਦੇ ਪੁਲਿਸ ਵਾਲੇ ਵੀ ਆ ਕੇ ਖੁਸ਼ਕਤੀ ਸਿੱਖਦੇ ਸੀ। ਮੂਲ ਮੰਤਰ ਲਿਖਣਾ ਸਿੱਖ ਰਿਹਾ, ਕੋਈ ਗੁਰੂ ਨਾਨਕ ਦਾ ਨਾਮ ਲਿਖ ਰਿਹਾ, ਵੀਡੀਓਜ਼ ਨੇ, ਆਡੀਓਜ਼ ਨੇ, ਤਸਵੀਰਾਂ ਹਨ, ਫੋਟੋਗ੍ਰਾਫੀ ਹੋਈ ਹੈ ਉਹਦੀ। ਤੇ ਅਸੀਂ ਤਾਂ ਆਪਣਾ ਸਮਝਦੇ, ਸਾਡੀ ਕੁੱਖੋਂ ਹੀ ਜਾਣਦੇ ਆ ਪੁਲਿਸ ਦੇ, ਫੌਜ ਦੇ। ਅਸੀਂ ਵੱਡੇ ਆ ਤੇ ਸਾਡੇ ਬੱਚੇ ਹੁਣ ਗਾਂ ਅੱਗੇ ਹੁਣ ਵੱਡੇ ਵੱਡੇ ਅਹੁਦਿਆਂ ਤੇ ਔਰ ਵੱਡੇ ਵੱਡੇ ਸੀਮਾਵਾਂ ਦੇ ਉੱਤੇ ਤੈਨਾਤ ਨੇ। ਤੇ ਅਸੀਂ ਕੋਈ ਓਪਰੇ ਥੋੜ੍ਹਾ ਸੀ ਸੋਚਿਆ। ਲੇਕਿਨ ਹੁਣ ਬਗੈਰ ਸਿਕਿਉਰਿਟੀ ਦੇ ਉੱਥੇ ਜਾਣਾ ਠੀਕ ਨਹੀਂ। ਕਿ ਅਨਾਥ ਫਾਊਂਡੇਸ਼ਨ ਦੀ ਜਿਹੜੀ, ਅਸੀਂ ਨਾ ਕਿਸੇ ਨੂੰ ਕਹੇ ਵੀ ਗੱਡੀ ਇੱਥੇ ਕਿਉਂ ਰੋਕੀ ਹੈ, ਫਲਾਣਾ ਕੀਤਾ। ਸੋ ਇੱਕ ਤਾਂ ਉਹ ਥਾਂ ਉਸੇ ਵੇਲੇ ਵਾਪਸ ਕੀਤੇ ਜਾਣ, ਸਿਕਿਉਰਿਟੀ ਉੱਥੇ ਇੰਤਜ਼ਾਮ ਹੋ ਜਾਏ, ਤਾਂ ਕਿ ਅਸੀਂ ਜਿਹੜਾ ਕੰਮ, ਇੱਕ ਤਾਂ ਕੰਮ ਜਿਹੜਾ ਰੁਕਿਆ ਸੀ ਉਹ ਹੋਵੇ, ਇੱਕ ਜਿਹੜੀ ਤਬਾਹੀ ਹੋਈ ਹੈ 40-40 ਸਾਲ ਦੇ ਕੰਮ ਦੀ, 35-35 30-30 ਸਾਲ ਦਾ ਜਿਹੜਾ ਕੰਮ ਹੈ, ਉਹ ਜਿਹੜੀ ਤਬਾਹੀ ਹੋਈ, ਮੈਨੂੰ ਇੱਕ ਜੀਵਨ ਨਹੀਂ 2-2 3 ਜੀਵਨ ਹੋਰ ਜੀਣੇ ਪਏ। ਜਿਹੜਾ ਬੰਦਾ ਅੱਗੇ ਹੀ 18 ਘੰਟੇ 20 ਘੰਟੇ 22 ਘੰਟੇ ਕੰਮ ਕਰਦਾ, ਜਿਨ੍ਹਾਂ ਨੇ ਮੇਰੇ ਨਾਲ ਕੰਮ ਕਰਕੇ ਦੇਖਿਆ ਉਹਨੂੰ ਪੁੱਛੋ ਜਰਾ, ਉਹ ਕਹਿੰਦੇ ਮੇਰੇ ਬਾਰੇ, ਉਹ ਜਿਹੜਾ ਬੜਾ ਵੱਡਾ ਕੰਪੋਜ਼ਰ ਹੈਗਾ ਲੂਕਾ ਲੋਂਬਾਰਦੀ, ਉਹਦੀ ਮੈਂ ਇੰਟਰਵਿਊ ਕਰ ਰਿਹਾ ਯਾਰ ਨਾਲ ਬੈਠਕ ਸੀਰੀਜ਼ ਦੇ ਵਿੱਚ ਕੋਵਿਡ ਦੇ ਜ਼ਮਾਨੇ 'ਚ। ਉਹ ਮੈਨੂੰ ਪੁੱਛਦਾ, ਕਹਿੰਦਾ ਜੀ ਭਾਈ ਬਲਦੀਪ ਮੈਨੂੰ ਇਹ ਦੱਸੋ, ਤੁਹਾਡੇ ਬਾਰੇ ਨਾ ਮੈਂ ਇੱਕ ਅਫਵਾਹ ਸੁਣੀ ਹੈ ਕਿ ਤੁਸੀਂ ਕਦੇ ਸੌਂਦੇ ਨਹੀਂ ਹੋ, ਕੀ ਇਹ ਸੱਚ ਹੈ? ਉਹ ਮੈਨੂੰ ਲਾਈਵ ਇੰਟਰਵਿਊ 'ਚ ਮੈਨੂੰ ਪੁੱਛ ਰਿਹਾ। ਯਾਨੀ ਕਿ ਦੁਨੀਆ 'ਚ ਪਤਾ ਹੈ ਕਿ ਭਾਈਆ ਜਿਹੜਾ ਕਹਿੰਦਾ ਇਹ ਤਾਂ ਕੰਮ ਕਰਦਾ। ਮੈਨੂੰ ਇਹ ਦੱਸੋ ਕਿ ਜਿਹੜਾ ਬੰਦਾ 24 ਘੰਟਿਆਂ 'ਚੋਂ 18 20 22 ਘੰਟੇ ਲਾਉਂਦਾ ਹੈ, ਉਹ ਹੁਣ ਜੋ ਤਬਾਹੀ ਹੋਈ ਹੈ ਉਹਨੂੰ ਪੂਰਾ ਕਰਨ ਲਈ ਅਗਲੇ 12 ਘੰਟੇ 14 ਘੰਟੇ ਕਿੱਥੋਂ ਹੋਰ ਇੱਕ ਦਿਨ 'ਚ ਹੋਰ ਜੁੜੇਗਾ? ਮੇਰੇ ਕੋਲ ਕਿਹੜਾ ਕੋਈ ਜਾਦੂ ਦੀ ਛੜੀ ਕਿ ਮੇਰੇ 24 ਘੰਟਿਆਂ ਦਾ ਦਿਨ ਮੈਂ 48 ਘੰਟੇ ਦਾ ਕਰ ਲਵਾਂ। ਸੋ ਉਹ ਇੱਕ ਤਾਂ ਕੰਮ ਜਿਹੜਾ ਤਬਾਹੀ ਹੋਈ ਹੈ, ਉਹ ਫਿਰ ਤੋਂ ਕੰਮ ਸ਼ੁਰੂ ਕਰੀਏ। ਜਿਹੜੀ ਰਬਾਬ ਭੰਨ ਦਿੱਤੀ ਗਈ ਹੈ ਮਹਾਰਾਜ ਵਾਸਤੇ, ਜਿਹੜੀ ਬਣਾ ਰਹੇ ਹੈ ਭਾਈ ਮਰਦਾਨੇ ਲਈ, ਉਹ ਮੈਂ ਫਿਰ ਤੋਂ ਬਣਾਵਾਂ। ਗੁਰੂ ਅਮਰਦਾਸ ਮਹਾਰਾਜ ਦਾ ਸਰੰਦਾ ਫੇਰ ਬਣਾਵਾਂ। ਇਹ ਪ੍ਰੋਡਕਟ, ਇਹ ਕੋਈ ਆਈਟਮਸ ਔਨ ਸੇਲ ਨਹੀਂ ਹੈ, ਇਹ ਰਿਸਰਚ ਐਂਡ ਡਿਵੈਲਪਮੈਂਟ ਦਾ ਹਿੱਸਾ ਨੇ। ਇੱਕ ਵੈਕਸੀਨ ਜਿਹੜੀ ਹੈ ਨਾ $10 ਦੀ, $50 ਦੀ, $100 ਦੀ, ਕੁਝ ਵੈਕਸੀਨਾਂ ਹਜ਼ਾਰਾਂ ਡਾਲਰਾਂ ਦੀ ਲੱਗਦੀਆਂ ਨੇ, ਪਰ ਵੈਕਸੀਨਾਂ ਬਣਾਉਣ ਲਈ ਕਈ ਬਿਲੀਅਨ ਡਾਲਰ ਲੱਗਦੇ ਆ। ਇਹ ਸਾਜ਼ ਜਿਹੜੇ 150 ਸਾਲ ਦੇ ਅਲੋਪ ਹੋਏ ਨੇ, ਜਿਹਨਾਂ ਨੂੰ ਪੁਨਰ ਸੁਰਜੀਤ ਮੈਂ ਕੀਤਾ, ਇੱਕ ਸਾਜ਼ ਰਿਸਰਚ ਐਂਡ ਡਿਵੈਲਪਮੈਂਟ ਦਾ ਹਿੱਸਾ ਹੈ। ਉਹ ਕਈ ਬਿਲੀਅਨ ਡਾਲਰ ਦਾ ਹੈ, ਕਈ 10,000 ਕਰੋੜ ਦੇ ਉਹ ਸਾਜ਼ ਨੇ। ਇਹਨਾਂ ਦਾ ਮੁੱਲ ਨਹੀਂ ਹੁੰਦਾ, ਇਹ ਵਿਕਦੇ ਨਹੀਂ ਹੁੰਦੇ। ਇਸੇ ਕਰਕੇ ਪਹਿਲੇ ਸਾਜ਼ ਗੁਰੂਆਂ ਨੂੰ ਸਮਰਪਿਤ ਨੇ, ਕਿਉਂਕਿ ਇਹਨਾਂ ਦਾ ਮੁੱਲ ਹੈ ਨਹੀਂ ਕੋਈ। ਉਹਨਾਂ ਦੇ ਉੱਤੇ ਜਦੋਂ ਫਾਈਨਲ ਹੋ ਗਏ, ਉਹਨਾਂ ਤੋਂ ਫਿਰ ਨਕਸ਼ੇ ਬਣਾਓ ਤੁਸੀਂ। ਜਿਹੜਾ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇੱਕ ਨਵੀਂ ਡਿਵੀਜ਼ਨ ਬਣ ਗਈ ਨਾ ਸਾਜ਼ਾਂ ਦੀ, ਉਹ ਮੇਰੇ ਬਣਾਏ ਹੋਏ ਮੈਨੂਅਲਸ ਉੱਥੇ ਹੁਣ ਉਹ ਬੱਚੇ ਸਿੱਖਣ ਆ ਕੇ ਆਪਣਾ ਬਣਾਓ ਸਾਜ਼। ਜੇ ਭੋਗਲ ਸਾਹਿਬ ਨੂੰ ਚਾਅ ਚੜਿਆ ਕਿ ਮੈਂ ਗੁਰੂ ਨਾਨਕ ਦੇਵ ਮਹਾਰਾਜ ਦੀ ਵਰਗੀ ਜਿਹੜੀ ਰਬਾਬ ਬਣਾਉਣੀ ਹੈ, ਪਰ ਉਹ ਭਾਈ ਬਲਦੀਪ ਸਿੰਘ ਕਹੂਗਾ ਯਾਰ ਤੂੰ ਆਪ ਬਣਾ, ਆਹ ਸੰਦ ਲੈ, ਆਹ ਨਕਸ਼ੇ ਨੇ, ਆਹ ਨਕਸ਼ਾ ਭਾਈ ਰੂਪੇ ਜਿਹੜਾ ਸਾਜ਼ ਪਿਆ ਗੁਰੂ ਅਰਜਨ ਦੇਵ ਮਹਾਰਾਜ ਦਾ, ਉਹ ਰਬਾਬ ਤੇ, ਕਿਉਂਕਿ ਸਭ ਤੋਂ ਪੁਰਾਣਾ ਸਾਜ਼ ਉਹ ਹੈ, ਆ ਲੈ ਉਹਨੂੰ ਬਣਾ। ਉਹਦਾ ਚਾਅ ਕਿੰਨਾ ਹੋਊਗਾ? ਉਹ ਉਹਨਾਂ ਚਾਅ ਜਿੰਨਾ ਆਪਣਾ ਬੱਚਾ ਆਪਣੀ ਗੋਦ ਲਿਆਂ ਤੇ ਜੋ ਚਾਅ ਹੁੰਦਾ ਹੈ, ਉਹ ਵੱਖਰਾ ਚਾਅ ਹੁੰਦਾ ਹੈ, ਇੱਕ ਵੱਖਰਾ ਆਨੰਦ ਹੁੰਦਾ ਹੈ। ਸੋ ਇਸ ਵੇਲੇ ਜਿਹੜੀ ਮਾਨ ਸਾਹਿਬ ਨੂੰ ਅਸੀਂ ਜਿਹੜੀ ਗੁਜ਼ਾਰਿਸ਼ ਕਰ ਰਹੇ ਹਾਂ, ਮੈਂ ਦੁਹਰਾ ਦਿਆਂ, ਇੱਕ ਤਾਂ ਸਾਨੂੰ ਸਥਾਨ ਉਸੇ ਵੇਲੇ ਵਾਪਸ ਕੀਤੇ ਜਾਣ, ਸਿਕਿਉਰਿਟੀ ਦਾ ਇੰਤਜ਼ਾਮ ਹੋਵੇ, ਇੱਕ ਉੱਚ ਪੱਧਰੀ ਡਾਇਰੈਕਟਰ ਜਨਰਲ ਪੁਲਿਸ ਦੇ ਨਾਲ, ਕਿਉਂਕਿ ਕਵਰ ਅਪ ਜਿਹੜਾ ਹੋਇਆ ਹੈ, ਐਕਸੈਸਰੀ ਆਫਟਰ ਦਾ ਫੈਕਟ ਕਈ ਬਣੇ ਨੇ ਵੱਡੇ ਵੱਡੇ ਸਿਆਸਤਦਾਨ, ਭਾਵੇਂ ਉਹਦੇ 'ਚ ਕੈਪਟਨ ਅਮਰਿੰਦਰ ਨੇ ਅੱਜ ਤੱਕ ਐਕਸ਼ਨ ਕਿਉਂ ਨਹੀਂ ਲਿਆ, ਉਹਦੀ ਵੀ ਜਾਂਚ ਹੋਵੇ। ਵੱਡੇ ਵੱਡੇ ਬਾਬੂ ਜਿਹੜੇ ਨੇ, IAS ਜਿਹੜੇ, PCS ਵਗੈਰਾ ਆਦਿ ਜਿਹੜੇ ਸੰਪਰਕ 'ਚ ਰਹੇ, ਉਸ ਕੜੀ ਦੇ ਵਿੱਚ ਰਹੇ ਨੇ, ਜਿਨ੍ਹਾਂ ਨੇ ਹਿੱਸਾ ਪਾਇਆ ਉਹ ਤੇ ਮਿੱਟੀ ਪਾਉਣ ਵਾਸਤੇ, ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ, ਔਰ ਜਿਹੜੀ ਮੁਨਾਸਿਬ ਕਾਰਵਾਈ ਉਹ ਹੋਣੀ ਚਾਹੀਦੀ ਹੈ। ਫਿਰ ਜਿਹੜੇ ਪੁਲਿਸ ਵਾਲੇ ਅਧਿਕਾਰੀ ਨੇ, ਇੱਕ ਦੂਜੇ ਦੀ ਜਿਹੜੀ ਪਿੱਠ ਖੁਰਕਦੇ ਨੇ ਕਿ ਯਾਰ ਤੂੰ ਮੈਨੂੰ ਉਦੋਂ ਬਚਾਇਆ ਸੀ, ਤੂੰ ਮੈਨੂੰ ਹੁਣ ਬਚਾ ਦੇ, ਇਹਨਾਂ ਸਾਰਿਆਂ ਦੀ ਜਾਂਚ ਹੋਵੇ ਤਾਂ DGP ਲੈਵਲ ਤੇ ਹੋਵੇ, ਕਿਉਂਕਿ IGP ਲੈਵਲ ਤੇ ਕਮਿਸ਼ਨਰ ਲੈਵਲ ਤੇ ਬੰਦੇ ਇਨਵੋਲਵ ਨੇ। DGP ਪੁਲਿਸ ਜਿਹੜਾ ਸੁਰੇਸ਼ ਅਰੋੜਾ ਹੈ, ਉਹਦੇ ਕੋਲ ਜਾ ਕੇ ਮੈਂ ਉਹਨੂੰ ਕੰਪਲੇਂਟ ਦੇ ਰਿਹਾ, ਕਾਪੀ ਦੇ ਰਿਹਾ, ਅੱਜ ਤਾਈਂ ਐਕਸ਼ਨ ਕਿਉਂ ਨਹੀਂ ਲਿਆ? ਇੰਨੀ ਵੱਡੀ ਨਸਲਕੁਸ਼ੀ ਹੋਈ, ਉਹਦੀ ਵੀ ਜਾਂਚ ਹੋਵੇ ਕਿ ਉਹਨੇ ਆਰਡਰ ਮੇਰੇ ਸਾਹਮਣੇ ਡਾਂਟੇ SSP ਨੂੰ। ਉਹ ਝੂਠ ਬੋਲਦਾ, ਨਹੀਂ ਜੀ ਨਹੀਂ, ਇਹ ਤਾਂ ਜੀ ਐਵੇਂ ਹੀ ਬੋਲਦੇ ਆ ਜੀ, ਇੱਥੇ ਤਾਂ ਕਦੇ ਰਹੀ ਨਹੀਂ। ਸੁਰੇਸ਼ ਅਰੋੜਾ ਦੇ ਮੇਰੇ ਸਾਹਮਣੇ ਅੱਖਰ ਨੇ ਡਾਂਟਿਆ, ਉਹਨਾਂ ਨੇ ਕਹਿੰਦੇ ਇਮੇਜਸ ਡੋਂਟ ਲਾਈ, ਤਸਵੀਰਾਂ ਨਹੀਂ ਝੂਠ ਬੋਲਦੀਆਂ। ਕਹਿੰਦੇ ਮੇਰੇ ਟੇਬਲ ਤੇ ਸਾਰੀਆਂ ਤਸਵੀਰਾਂ ਪਈਆਂ ਨੇ, ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਇਹਦੇ ਕਦੇ ਰਹੀ ਨਹੀਂ? ਮੈਨੂੰ ਜਾਂਚ ਕਰਕੇ ਉਹਦੇ ਬਾਅਦ ਕੋਈ ਐਕਸ਼ਨ ਟੇਕਨ ਰਿਪੋਰਟ ਨਹੀਂ ਹੈ। ਸੋ ਉੱਚ ਪੱਧਰੀ ਜਾਂਚ ਹੋਵੇ। ਔਰ ਆਖਰੀ ਗੱਲ ਅਸੀਂ ਜੋ ਕਹਿ ਰਹੇ ਹਾਂ ਕਿ ਜਿਹੜੀ ਡਿਪਾਰਟਮੈਂਟ ਕੰਸਰਨ ਡਿਪਾਰਟਮੈਂਟ ਹਨਗੇ,
ਸਕਿੱਲ ਡਿਵੈਲਪਮੈਂਟ ਹੈ ਇੱਥੇ, ਜਿਵੇਂ ਤੰਤੀ ਸਾਜ਼ ਬਣਾਉਣੇ, ਉਹ ਤੰਦਾਂ ਜਿਹੜੀਆਂ ਬਣਾਉਣੀਆਂ ਉਹਨਾਂ ਦੀ ਸਕਿੱਲ ਹੈਗੀ ਹੈ, ਲੱਕੜ ਦਾ ਉਹਦੇ ਤੇ ਮੀਨਾਕਾਰੀ ਦਾ ਕੰਮ ਹੈ, ਕਿੰਨੀ ਸਕਿੱਲਸ ਨੇ, ਚਮੜੇ ਦਾ ਕੰਮ, ਫਿਰ ਲੀੜਿਆਂ ਦਾ ਕੰਮ, ਖੁਸ਼ਖਤੀ ਹੈ, ਕਾਗਜ਼ ਬਣਾਉਣ ਦੀ ਵਿਧੀ, ਸਿਆਹੀ ਬਣਾਉਣ ਦੀ ਵਿਧੀ, ਉਹਨਾਂ ਦੀ ਬਾਈਂਡਿੰਗ, ਇੰਨੀ ਬੜਾ ਵੱਡਾ ਦਾਇਰਾ ਜਿਹੜਾ ਅਨਾਦ ਖੰਡ ਜੋ ਅਸੀਂ ਬਣਾ ਰਹੇ ਹਾਂ, ਇਕੱਲਾ ਸੰਗੀਤ ਦਾ ਨਹੀਂ ਹੈ। ਸੰਗੀਤ ਇੱਕ ਪਾਵਾ ਗੁਰਸਿੱਖੀ ਦਾ। ਉਹ ਜਿੰਨੀ ਸਕਿੱਲ ਡਿਵੈਲਪਮੈਂਟ ਤੁਹਾਡੀ ਮੰਤਰਾਲੇ ਜਿਹੜੇ ਉਹਨਾਂ ਨੂੰ ਨਾਲ ਬਿਠਾਓ, ਕਲਚਰ ਮਿਨਿਸਟਰੀ ਨੂੰ ਤੁਸੀਂ ਨਾਲ ਬਿਠਾਓ, ਮਿਨਿਸਟਰੀ ਆਫ ਐਜੂਕੇਸ਼ਨ, ਕਿਉਂਕਿ ਦਿਹਾਤੀ ਵਿਦਿਅਕ ਪ੍ਰਣਾਲੀਆਂ ਦੇ ਉੱਤੇ ਮੇਰਾ ਕੰਮ ਹੈ ਕਿ ਤੁਸੀਂ ਮਾਡਰਨ ਐਜੂਕੇਸ਼ਨ ਜਿਹੜੀ ਬਣਾਉਣੀ ਉਹ ਤਾਂ 9 ਤੋਂ 5 ਵਜੇ ਨੌਕਰੀਆਂ ਦੇਣ ਵਾਸਤੇ ਹੋ, ਸ਼ਾਮ ਦੇ 5:01 ਤੋਂ ਸਵੇਰੇ 8:59 ਤੇ ਤੱਕ ਦੀ ਜਿਹੜੀ ਪੜ੍ਹਾਈ ਆ ਉਹ ਕੌਣ ਪੜ੍ਹਾਏਗਾ? ਸੋ ਜਿਹੜੀ ਦਿਹਾਤੀ ਵਿਦਿਅਕ ਪ੍ਰਣਾਲੀਆਂ ਨੇ, ਇੰਡੀਜਨਸ ਨੌਲੇਜ ਜਿਹੜੀ ਹੈ, ਉਹਦੇ ਜਿਹੜੇ ਮਿਨਿਸਟਰੀ ਆਫ ਐਜੂਕੇਸ਼ਨ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ ਬਣੇ, ਜਿਹੜੀ ਪੰਜਾਬ ਦੇ ਵਿਰਾਸਤ ਦੇ ਜੋ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਭਾਖਾਵਾਂ ਜਿਹੜੀ ਡਿਪਾਰਟਮੈਂਟ ਨਵਾਂ ਬਣ ਰਿਹਾ ਨਾ ਉੱਥੇ, ਅੱਜ ਤਾਈਂ ਕਿਉਂ ਨਹੀਂ ਬਣਿਆ? ਭਾਈ ਬਲਦੀਪ ਸਿੰਘ ਦਾ ਆਈਡੀਆ ਕਿਉਂ ਹੈ ਉਹ ਕਿ ਲੈਂਗੁਏਜਸ ਆਫ ਗੁਰੂ ਗ੍ਰੰਥ ਸਾਹਿਬ, 24 ਭਾਖਾਵਾਂ ਨੇ, 120 ਉਪ ਭਾਖਾਵਾਂ ਨੇ, ਫੈਕਲਟੀ ਆਫ ਸਕ੍ਰਿਪਚਰਸ ਹੈ ਸਾਡਾ ਉੱਥੇ, ਜਿਹੜੇ ਯਾਨੀ ਕਿ ਕੋਈ ਵੀ ਸ਼ਾਸਤਰ ਦੁਨੀਆ 'ਚ ਕਿਤੇ ਲਿਖਿਆ ਗਿਆ ਉਹਦੀ ਓਰੀਜਨਲ ਭਾਸ਼ਾ 'ਚ ਅਸੀਂ ਸਿੱਖਾਂਗੇ ਉੱਥੇ ਬਹਿ ਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਤਰਜਮਾ ਨਹੀਂ ਹੈ। ਉੱਥੇ ਮਰਾਠੀ ਆਣੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਧੇ ਭਰਮੀਲੇ ਮਰਾਠੀ ਹੈ, ਕੂਜਾ ਆਮਦ ਕੂਜਾ ਰਫਤੀ ਅਰਬੀ ਹੈ, ਗगन मैं थाल रविचंद दीपक बने तारे का मंडल, ये मैथिली है, पंजाबी नहीं है। तेरा नाम रूड़ो रूप रूड़ो मारवाड़ी है, प्रीतम जान लेहू मन माही मगही है। ਇੰਨੀ ਵੱਡੀ ਵਿਰਾਸਤ ਹੋਵੇ ਸਾਡੀ, ਕੰਗਾਲੀ, ਅਸੀਂ ਕੰਗਾਲ ਬਣੇ ਹੋਏ, ਕਬਾੜੀਏ ਬਣੇ ਹੋਏ ਆ, ਸਾਨੂੰ ਤਾਂ ਜੌਹਰੀ ਬਣਾਇਆ ਮਹਾਰਾਜ ਨੇ। ਸੋ ਇਹ ਜਿਹੜੀ ਸਾਡੀ ਸ਼ਿਰਕਤ ਹੈ, ਸਾਡੀ ਜਿਹੜੀ ਅਸੀਂ ਜੋ ਆਪਣੀ ਝੋਲੀ ਚੋਂ ਪੰਜਾਬ ਦੇ ਭਵਿੱਖ ਸਿਰਜਣ 'ਚ ਜੋ ਅਸੀਂ ਤਕਦੀਰ ਨਵੀਂ ਸਿਰਜਣ 'ਚ ਅਸੀਂ ਜੋ ਆਪਣਾ ਹਿੱਸਾ ਪਾ ਰਹੇ ਹਾਂ, ਉਹਦੇ ਤਹਿਤ ਜਿੰਨੇ ਮੰਤਰਾਲੇ ਨੇ ਪੰਜਾਬ ਦੇ, ਉਹਨਾਂ ਸਾਰਿਆਂ ਦੇ ਜਿਹੜੇ ਜ਼ਿੰਮੇਵਾਰ ਅਫਸਰਾਨ ਨੇ, ਉਹਨਾਂ ਦੇ ਜਿਹੜੇ ਮੰਤਰੀ ਹਨਗੇ, ਉਹਨਾਂ ਨੂੰ ਸਾਡੇ ਨਾਲ ਬਿਠਾਓ ਤਾਂ ਕਿ ਉਹਨਾਂ ਤੋਂ ਅਸੀਂ ਵੀ ਸਿੱਖੀਏ, ਸਾਡੇ ਤੋਂ ਉਹ ਵੀ ਸਿੱਖਣ, ਕਿਉਂਕਿ ਸਾਡੀ ਕੁੱਖਾਂ 'ਚ ਜਨਮੇ ਵਿਚਾਰੇ ਮਾਡਰਨ ਐਜੂਕੇਸ਼ਨ ਪੜ੍ਹੇ, ਇਹਨਾਂ ਨੂੰ ਪੰਜਾਬ ਦੇ ਵਿਰਸੇ ਬਾਰੇ ਤਾਂ ਪਤਾ ਨਹੀਂ ਹੈ, ਪਰ ਸੰਗਤੀ ਰੂਪ 'ਚ ਆਪਾਂ ਇਕੱਠੇ ਬਹਿੰਦੇ ਹਾਂ, ਅਸੀਂ ਇੱਕ ਦੂਜੇ ਨੂੰ ਸਿੰਗਾਰ ਜਾਂਦੇ ਹਾਂ, ਅਸੀਂ ਸਾਰੇ ਵੱਡੇ ਹੋ ਜਾਂਦੇ ਹਾਂ, ਅਸੀਂ ਸਾਰੇ ਜ਼ਿੰਮੇਵਾਰ ਇੱਕ ਇਨਸਾਨ ਬਣ ਜਾਂਦੇ ਹਾਂ। ਤੇ ਉਹ ਜਿਹੜਾ ਚੌਥਾ ਹੈਗਾ ਕਿ ਇੱਕ ਨਵਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਬਣਾ ਕੇ ਇੱਕ ਨਵੀਂ ਵਿਉਂਤ ਬਣਾਈਏ, ਤਾਂ ਕਿ ਜਿਹੜੀ ਪੰਜਾਬ ਦੀ ਲੋਕਾਈ ਹੈ, ਜਿਹੜੀ ਜਾਗਤ ਲੋਕਾਈ ਹੈ, ਜਿਹਨੂੰ ਪਤਾ ਹੈ ਕਿ ਸਾਡਾ ਮਾਣ ਕੀ ਹੈ, ਸਾਡਾ ਵਿਰਸਾ ਕੀ ਹੈ, ਔਰ ਅਸੀਂ ਉਹਦੀ ਅੱਗੇ ਸੇਵਾ ਕਿਵੇਂ ਕਰਨੀ ਹੈ ਵਗੈਰਾ, ਅਸੀਂ ਕੰਮ ਕਰ ਸਕੀਏ। ਤਾਂ तमाम ਮਸਲੇ ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਘਟਨਾ ਕਿੰਨੀ ਗੰਭੀਰਤਾ ਦੇ ਨਾਲ ਨਜਿੱਠੀ ਜਾਣੀ ਚਾਹੀਦੀ ਸੀ, ਪਰ ਉਸ ਤਰੀਕੇ ਦੀ ਗੰਭੀਰਤਾ ਜਿਹੜੀ ਹੈ ਉਹ ਕਿਧਰੇ ਵੀ ਨਜ਼ਰ ਨਹੀਂ ਆ ਰਹੀ। ਫਿਲਹਾਲ ਭਾਈ ਬਲਦੀਪ ਸਿੰਘ ਹੋਰਾਂ ਨੇ ਬੜੇ ਬਖੂਬੀ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰਕਾਰ ਇਹ ਹਮਲਾ ਕਿੰਨਾ ਗੰਭੀਰ ਹੈਗਾ, ਇਸ ਦੇ ਨਤੀਜੇ ਕੀ ਹੋ ਸਕਦੇ ਨੇ। ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਵੱਲੋਂ ਇਸ ਮਸਲੇ ਦੇ ਵੱਲ ਪੰਜਾਬ ਸਰਕਾਰ ਧਿਆਨ ਦੇਵੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਗੱਲਾਂ ਤਾਂ ਬਹੁਤ ਕੀਤੀਆਂ ਪਰ ਧਿਆਨ ਨਹੀਂ ਦਿੱਤਾ। ਹੁਣ ਦੇਖਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਇਸ ਮਸਲੇ ਵੱਲ ਧਿਆਨ ਦਿੰਦੀ ਹੈ ਤਾਂ ਜਾਂ ਫਿਰ ਇਸ ਮਸਲੇ ਨੂੰ ਇਸੇ ਤਰੀਕੇ ਦੇ ਨਾਲ ਠੰਡੇ ਬਸਤੇ ਦੇ ਵਿੱਚ ਰਹਿਣ ਦਿੱਤਾ ਜਾਂਦਾ। ਪਰ ਮਸਲਾ ਬੜਾ ਗੰਭੀਰ ਹੈ, ਦੇਖਣਾ ਹੋਵੇਗਾ ਕਿ ਇਸ ਦਾ ਹੱਲ ਕਦੋਂ ਹੁੰਦਾ ਹੈਗਾ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।